प्रेज़ द लॉर्ड जी, सलाम जी साਰਿਆਂ ਨੂੰ। ਸਲਾਮ ਜੀ। ਜੈ ਮਸੀਹ ਦੀ। ਅੱਜ ਅਸੀਂ ਤੁਹਾਡੇ ਸਾਹਮਣੇ ਪੇਸ਼ ਹੋਏ ਹਾਂ ਇੱਕ ਨਵਾਂ ਚੈਨਲ ਲੈ ਕੇ, ਜੋ ਸਾਡਾ ਚੈਨਲ ਸਿਰਫ ਚਰਚ ਮਿਨਿਸਟਰੀ ਵਾਸਤੇ ਤੇ ਪਰਮੇਸ਼ਵਰ ਦਾ ਸੰਦੇਸ਼ ਦੁਨੀਆ 'ਚ ਵੰਡਣ ਵਾਸਤੇ ਜੋ ਅਸੀਂ ਸ਼ੁਰੂ ਕੀਤਾ। ਤੇ ਇਹ ਜੋ ਸਮਾਂ ਚੱਲ ਰਿਹਾ ਇਸ ਵਕਤ ਕੁਆਰੰਟਾਈਨ ਦਾ ਅੰਦਰ ਬੈਠ ਕੇ, ਜਦੋਂ ਇਹ ਕਰੋਨਾ ਦੀ ਮਾਰ ਤੋਂ ਬਚਣ ਦੇ ਲਈ ਅਸੀਂ ਅੰਦਰ ਬੈਠੇ ਹਾਂ, ਪ੍ਰਭੂ ਨੇ ਸਾਨੂੰ ਇਹ ਸਮਾਂ ਬਖਸ਼ਿਆ ਕਿ ਅਸੀਂ ਇਸ ਸਮੇਂ ਦੇ ਵਿੱਚ ਪਰਮੇਸ਼ਵਰ ਦੇ ਵਚਨ ਆਪਣੇ ਭੈਣਾਂ ਭਰਾਵਾਂ ਨਾਲ ਸਾਂਝੇ ਕਰ ਸਕੀਏ, ਆਪਣੇ ਦੋਸਤਾਂ ਨਾਲ ਆਪਣੀਆਂ ਚੀਜ਼ਾਂ ਨਾਲ ਸਾਂਝੇ ਕਰ ਸਕੀਏ, ਤਾਂ ਕਿ ਪਰਮੇਸ਼ਵਰ ਦੇ ਵਚਨ ਨੂੰ ਹੋਰ बढ़ोतरी मिले, परमेश्वर के अंदर असी भी तरक्की करिए तो होर लोग भी तरक्की करन। यह साडा चैनल है, उसका नाम है राइचस टेंट, मतलब धार्मिकता का तंबू। तो असी इस धार्मिक तंबू के अंदर बैठ के परमेश्वर के कलाम के पाक कलाम चो बाइबल चों कुछ गल्लां करांगे। तो जो अज का पहला जोड़ा विचार है वो साडे दिमाग 'च इस तरीके आया कि ये मेरा बेटा सिद्धांत मिस्टर कुंवरजीत सिंह मुल्तानी, ये बेटा थियोलॉजी कर रहा। आने वाले समय तुसी इसका प्रचार सुनिया करोगे। तो अज मेरे वाइफ सुन रहे थे परमेश्वर का वचन यूट्यूब के उत्ते, भैन खोजेवाल तो आगे भैन पास्टर जी है ने गुरशरण दिओल जी, हाँ जी। तो उन्होंने कुछ जो प्रचार चलता पाया तो मैं भी, मेरे कानों च भी आवाज़ आई, मैं भी सुनिया। तो कुछ शब्द के बारे में वो लोगों नाल अपना विचार साझा कर रहे। शब्द के बारे की कहती है ਅੱਜ ਆਪਾਂ ਸ਼ਬਦ ਦੇ ਬਾਰੇ ਗੱਲ ਕਰਾਂਗੇ, ਜਿਹੜਾ ਕਿ ਬਹੁਤ ਇੰਪੋਰਟੈਂਟ ਸਬਜੈਕਟ ਹੈ, ਜਿਹਦੇ ਬਾਰੇ ਕਾਫੀ ਚਰਚਿਸ ਗੱਲ ਨਹੀਂ ਕਰਦੀਆਂ ਤੇ ਇਸ ਚੀਜ਼ ਨੂੰ ਛੁਪਾਇਆ ਜਾਂਦਾ ਹੈ। ਤੇ ਅੱਜ ਆਪਾਂ ਬਾਈਬਲ 'ਚ ਦੇਖਾਂਗੇ ਕਿ ਬਾਈਬਲ ਕੀ ਕਹਿੰਦੀ। ਸਾਡਾ ਰੂਲ, ਸਾਡੇ ਸਿਧਾਂਤ, ਸਾਡੇ ਪ੍ਰਿੰਸੀਪਲਸ ਸਾਰੇ ਬਾਈਬਲ 'ਚ ਹੋਣੇ ਚਾਹੀਦੇ ਨੇ। ਇਹੀ ਇੱਕ ਸੱਚੀ ਚਰਚ ਹੈ ਤੇ ਇਹੀ ਇੱਕ ਸੱਚਾ ਮਸੀਹ ਹੈ ਜੋ ਬਾਈਬਲ ਤੇ ਵਿਸ਼ਵਾਸ ਰੱਖਦਾ ਹੈ। क्योंकि बाइबल परमेश्वर का ताया होया दिता होया वचन है। तो संपूर्ण वचन पवित्र शास्त्र, संपूर्ण पवित्र शास्त्र कदों होंदा जदों ओल्ड टैस्टमेंट ते न्यू टैस्टमेंट इकट्ठा हो जाता है, ठीक है जी। तो न्यू टैस्टमेंट दे विच संत पौलुस ने 2 थिमुथियुस ਨੂੰ जो चिट्ठी लिखी सी, ਉਹਦੇ ਵਿੱਚ ਉਹਨਾਂ 3:16 'ਚ ਕੁਛ ਇਸ ਤਰ੍ਹਾਂ ਲਿਖਿਆ ਸੀਗਾ। ਅਸੀਂ ਕੋਈ ਵੀ ਗੱਲ ਕਰਾਂਗੇ ਤੇ ਉਹ ਬਾਈਬਲ ਦੇ ਵਿੱਚੋਂ ਗੱਲ ਕਰਦੇ ਹਾਂ, ਕਿਉਂਕਿ ਬਾਈਬਲ ਤੋਂ ਬਾਹਰ ਅਸੀਂ ਕਿਸੇ ਵੀ ਵਿਸ਼ੇ ਤੇ ਵਸਤੂ ਦੇ ਆਪਾਂ ਸਹਿਮਤ ਨਹੀਂ ਹੁੰਦੇ, ਕਿਉਂਕਿ ਸਾਨੂੰ ਪਰਮੇਸ਼ਵਰ ਨੇ ਆਪਣਾ ਵਚਨ ਦਿੱਤਾ ਹੋਇਆ। ਤੇ ਇਸ ਵਚਨ ਵਿੱਚ ਸਾਨੂੰ ਤਿਮੋਥਿਉਸ ਜੋ ਸੰਤ ਪੌਲੁਸ ਨੇ ਉਹ ਇਦਾਂ ਕਹਿੰਦੇ ਨੇ ਕਿ ਸੰਪੂਰਨ ਪਵਿੱਤਰ ਸ਼ਾਸਤਰ ਪਰਮੇਸ਼ਵਰ ਦੀ ਪ੍ਰੇਰਣਾ ਨਾਲ ਰਚਿਆ ਗਿਆ। ਇਹ ਸਿੱਖਿਆ, ਤਾੜਨਾ, ਸੁਧਾਰ ਤੇ ਧਰਮ ਦੀ ਸਿੱਖਿਆ ਦੇ ਲਈ ਬਹੁਤ ਉਪਯੋਗੀ ਹੈ। ਤੇ ਇਸੇ ਨਿਊ ਟੈਸਟਮੈਂਟ ਵਿੱਚ ਹੀ ਜੋ ਸੰਤ ਪੀਟਰ ਨੇ ਉਹ ਆਪਣੀ 2 ਪੀਟਰ ਦੇ ਵਿੱਚ ਜੋ ਉਹਨਾਂ ਦੀ ਪੱਤਰੀ ਹੈਗੀ ਉਹ 'ਚ 2:20 ਕਹਿੰਦੇ ਨੇ ਕਿ ਪਹਿਲਾਂ ਕੁਝ ਵੀ ਕਰਨ ਤੋਂ ਪਹਿਲਾਂ ਇਹ ਜਾਣ ਲਓ ਕਿ ਪਵਿੱਤਰ ਸ਼ਾਸਤਰ ਕੋਈ ਵਿਅਕਤੀਗਤ ਭਵਿੱਖਬਾਣੀ ਜਾਂ ਵਿਅਕਤੀਗਤ ਵਿਚਾਰਧਾਰਾ ਦਾ ਵਿਸ਼ਾ ਨਹੀਂ ਹੈਗਾ, ਠੀਕ ਹੈ। ਕੋਈ ਵੀ ਭਵਿੱਖਬਾਣੀ ਮਨੁੱਖ ਦੀ ਇੱਛਾ ਨਾਲ ਕਦੇ ਨਹੀਂ ਹੋਈ, ਪਰ ਜੋ ਲੋਕ ਸੀਗੇ ਪਵਿੱਤਰ ਆਤਮਾ ਤੋਂ ਪ੍ਰੇਰਨਾ ਲੈ ਕੇ ਪਰਮੇਸ਼ਵਰ ਵੱਲੋਂ ਬੋਲਦੇ ਸੀ। ਇਸ ਕਰਕੇ ਅਸੀਂ ਕੋਈ ਵਿਅਕਤੀਗਤ ਵਿਚਾਰਧਾਰਾ ਨਹੀਂ ਤੁਹਾਡੇ ਸਾਹਮਣੇ ਰੱਖਾਂਗੇ। ਕੋਈ ਵਿਅਕਤੀਗਤ ਸਾਡੀ ਸੋਚ ਜਾਂ ਸਾਡੀ ਪਰਸਨਲ ਜਿਹੜੀ ਸਾਡੀ ਹੈਗਾ ਕੋਈ ਜੋ ਅਸੀਂ ਪਰਸਨਲ ਪ੍ਰਿੰਸੀਪਲਸ ਹੋਣ ਉਹ ਅਸੀਂ ਥੋਪਣ ਦੀ ਕੋਸ਼ਿਸ਼ ਨਹੀਂ ਕਰਾਂਗੇ ਕਦੀ ਵੀ। ਬਾਈਬਲ ਦੇ ਵਿੱਚੋਂ ਗੱਲ ਕਰਾਂਗੇ। ਜੇ ਕਿਤੇ ਬਾਈਬਲ ਦੇ ਬਾਹਰ ਅਸੀਂ ਗੱਲ ਕਰਾਂਗੇ ਤੁਸੀਂ ਬੇਸ਼ੱਕ ਸਾਨੂੰ ਕਮੈਂਟਸ ਦੇ ਵਿੱਚ ਟੋਕ ਸਕਦੇ ਹੋ, ਤੁਸੀਂ ਸਾਨੂੰ ਸਮਝਾ ਵੀ ਸਕਦੇ ਹੋ। ਸਿੱਖਿਆ ਦੇਣ ਦੇ ਲਈ ਸਾਡੇ ਲਈ ਪਵਿੱਤਰ ਸ਼ਾਸਤਰ ਤੋਂ ਉੱਪਰ ਕੋਈ ਹੋਰ ਚੀਜ਼ ਨਹੀਂ। ਤੁਸੀਂ ਸਾਨੂੰ ਪਵਿੱਤਰ ਸ਼ਾਸਤਰ ਦੇ ਵਿੱਚੋਂ ਹੀ ਟੋਕ ਸਕਦੇ ਹੋ, ਸਾਨੂੰ ਤਾੜਨਾ ਵੀ ਦੇ ਸਕਦੇ ਹੋ। ਆਪਾਂ ਆਪਣੀ ਇਸ ਬਾਤਚੀਤ ਸ਼ੁਰੂ ਕਰਨ ਤੋਂ ਪਹਿਲਾਂ ਪ੍ਰੇਅਰ ਕਰਾਂਗੇ। ਸਰਵ ਸ਼ਕਤੀਮਾਨ ਪਿਤਾ ਪਰਮੇਸ਼ਵਰ ਜੀ, ਖੁਦਾਵੰਦ ਜੀ, ਤੁਹਾਡਾ ਧੰਨਵਾਦ ਕਰਦੇ ਹਾਂ ਇਸ ਮੌਕੇ ਲਈ ਕਿ ਤੁਸੀਂ ਸਾਨੂੰ ਆਜ਼ਾਦ ਕੀਤਾ, ਤੁਸੀਂ ਸਾਨੂੰ ਸੱਚਾਈ ਦਿੱਤੀ ਪਰਮੇਸ਼ਵਰ ਜੀ। ਜਿੱਦਾਂ ਕਿ ਆਪਾਂ ਤੇਰੇ ਇਸ ਸ਼ਬਦ ਦੇ ਵਿਸ਼ੇ ਬਾਰੇ ਗੱਲ ਕਰਨਾ ਚਾਹੁੰਦੇ ਹਾਂ, ਸਮਝਣਾ ਚਾਹੁੰਦੇ ਹਾਂ ਪਰਮੇਸ਼ਵਰ ਜੀ ਆਪਣਾ ਪਵਿੱਤਰ ਆਤਮਾ ਦੇ ਨਾਲ, ਤਾਂ ਕਿ ਆਪਾਂ ਸੱਚਾਈ ਤੇ ਜੋ ਕਿ ਬਾਈਬਲ ਹੈ ਤੇ ਪਵਿੱਤਰ ਆਤਮਾ ਦੇ ਨਾਲ ਇਸ ਵਿਸ਼ੇ ਨੂੰ ਸਮਝ ਸਕੀਏ। ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਆਮੀਨ। ਅਸੀਂ ਸ਼ਬਦ ਦੇ ਵਿਸ਼ੇ 'ਚ ਗੱਲ ਕਰਦੇ ਹਾਂ। ਸ਼ਬਦ ਦੇ ਬਾਰੇ 'ਚ ਅੱਜ ਕੱਲ੍ਹ ਸਾਰੀ ਦੁਨੀਆ ਨੂੰ ਨੌਲੇਜ ਹੋ ਚੁੱਕੀ ਹੈ ਕਿ ਸ਼ਬਦ ਵਾਲਾ ਦਿਨ ਕਿਹੜਾ ਦਿਨ ਸੀ। ਹੁਣ ਇਹ ਵਿਸ਼ਾ ਨਹੀਂ ਰਿਹਾ ਕਿ ਇਹ ਸੰਡੇ ਸੀ ਜਾਂ ਇਹ ਸੈਚਰਡੇ ਸੀ ਜਾਂ ਫਰਾਈਡੇ ਸੀਗਾ, ਠੀਕ ਹੈ। ਪ੍ਰਭੂ ਯਿਸੂ ਮਸੀਹ ਸ਼ੁੱਕਰਵਾਰ ਵਾਲੇ ਦਿਨ ਕੁਰਬਾਨ ਹੋਏ। ਸ਼ੁੱਕਰਵਾਰ ਵਾਲੇ ਦਿਨ ਲਗਭਗ ਸ਼ਾਮ ਦੇ ਸਮੇਂ ਕੋਈ 3 ਵਜੇ ਦੇ ਸਮੇਂ ਉਹਨਾਂ ਨੇ ਆਪਣੇ ਪ੍ਰਾਣ ਤੇ ਅੱਗੇ ਉਹਨਾਂ ਨੂੰ ਉਤਾਰਿਆ ਗਿਆ, ਉਹਨਾਂ ਨੂੰ ਕਬਰ 'ਚ ਰੱਖਿਆ ਗਿਆ। ਉਸ ਅਗਲੇ ਦਿਨ ਸਬਤ ਹੋ ਗਈ, ਸਬਤ ਦੇ ਦਿਨ ਵਿਸ਼ਰਾਮ ਕੀਤਾ। ਤੇ ਤੀਸਰੇ ਦਿਨ ਜਾਣੀ ਕਿ ਬਹੁਤ ਹੀ ਤੜਕੇ ਸਵੇਰੇ ਸੰਡੇ ਵਾਲੇ ਦਿਨ ਪ੍ਰਭੂ ਯਿਸੂ ਮਸੀਹ ਜੀ ਉੱਠੇ ਸੀਗੇ। ਇਹ ਸਾਨੂੰ ਪਤਾ ਹੈਗਾ। ਬਾਈਬਲ ਵਿੱਚ ਵਾਰਾਂ ਦਾ ਨਾਮ ਨਹੀਂ ਲਿਖਿਆ ਗਿਆ, ਬਟ ਉਸ ਸਮੇਂ ਜਦੋਂ ਰੋਮਾ ਦਾ ਰਾਜ ਸੀਗਾ, ਰੋਮਨ ਸਮਰਾਜ ਸੀਗਾ ਉੱਥੇ, ਇਸਰਾਈਲ ਉਸ ਵਕਤ ਗੁਲਾਮੀ 'ਚ ਸੀਗਾ। ਤੇ ਉਹਨਾਂ ਦੇ ਕੈਲੰਡਰਸ ਤੋਂ, ਉਹਨਾਂ ਦੇ ਸਮਿਆਂ ਤੋਂ ਪਤਾ ਲੱਗਦਾ ਹੈ ਕਿ ਪ੍ਰਭੂ ਯਿਸੂ ਮਸੀਹ ਨੂੰ ਕਿਹੜੇ ਦਿਨ ਕਰੂਸ ਤੇ ਕਰੂਸੀਫਾਈ ਕੀਤਾ ਗਿਆ ਤੇ ਉਹ ਕਿਹੜੇ ਦਿਨ ਜੀ ਉੱਠੇ।
ਤੇ ਇਹ ਵਿਸ਼ਾ ਵੈਸੇ ਵੀ ਸਾਡੇ ਸਿਸਟਰ ਜੀ ਨੇ ਵੀ ਇਹੀ ਗੱਲ ਆਖ ਦਿੱਤੀ ਸੀਗੀ ਕਿ ਜੋ ਸਬਤ ਹੈਗੀ ਉਹ ਸੈਚਰਡੇ ਹੀ ਹੈ, ਕਿਉਂਕਿ ਯਹੂਦੀ ਅੱਜ ਵੀ ਸਬਤ ਦਾ ਪਾਲਣ ਸੈਚਰਡੇ ਨੂੰ ਹੀ ਕਰਦੇ ਨੇ। ਤੇ ਆਪਾਂ ਸਬਤ ਨੂੰ ਬਹੁਤ ਜ਼ਿਆਦਾ ਸਮੇਂ ਇਸ ਗਲਤ ਫਹਿਮੀ 'ਚ ਸਮਝਿਆ ਜਾਂਦਾ ਕਿਸ ਤਰ੍ਹਾਂ ਜਿੱਦਾਂ ਲੋਕੀ ਕਹਿੰਦੇ ਯਾਰ ਵਿਵਸਥਾ ਭੰਗ ਹੋ ਗਈ, ਪ੍ਰਭੂ ਯਿਸੂ ਮਸੀਹ ਕਰੂਸ ਤੇ ਕੁਰਬਾਨ ਹੋ ਗਏ, ਉਹਨਾਂ ਦੇ ਕੁਰਬਾਨ ਹੋਣ ਦੇ ਨਾਲ ਜਿਹੜੀ ਵਿਵਸਥਾ ਹੈਗੀ ਆ ਉਹ ਖਤਮ ਹੋ ਗਈ ਤੇ ਉਹਨਾਂ ਨੂੰ ਵਿਵਸਥਾ ਦੀ ਉਹ ਨਹੀਂ ਰਹੀ, ਦੌੜ ਨਹੀਂ ਰਹੀ। ਪਰ ਪ੍ਰਭੂ ਯਿਸੂ ਮਸੀਹ ਨੇ ਇਹ ਨਹੀਂ ਕਿਹਾ ਕਿ ਮੈਂ ਵਿਵਸਥਾ ਨੂੰ ਖਤਮ ਕਰਨਾ ਆ, ਉਹਨੂੰ ਕਹਿੰਦੇ ਮੈਂ ਵਿਵਸਥਾ ਨੂੰ ਭੰਗ ਕਰਨੀ ਆ, ਮੈਂ ਪੂਰਾ ਕਰਨਾ ਹੈ। ਇਸ ਕਰਕੇ ਪੂਰਾ ਹੁੰਦਾ ਹੈ। ਪੂਰਾ ਕਿੱਦਾਂ ਹੁੰਦਾ? ਕੋਈ ਵੀ ਚੀਜ਼ ਪੂਰੀ ਕਦੋਂ ਹੁੰਦੀ ਹੈ? ਜਦੋਂ ਅਸੀਂ ਪਾਸ ਹੋ ਜਾਂਦੇ ਹਾਂ, ਉਹਨੂੰ ਫਿਨਿਸ਼ ਕਰਦੇ ਹਾਂ, ਉਹਨੂੰ ਕ੍ਰਾਸ ਓਵਰ ਕਰ ਜਾਂਦੇ ਹਾਂ। ਜਿੱਦਾਂ ਅਸੀਂ 10ਵੀਂ ਦਾ ਇਮਤਿਹਾਨ ਦਿੰਦੇ ਹਾਂ ਤੇ ਅਸੀਂ 10ਵੀਂ ਪਾਸ ਕਰ ਲਈ ਤੇ ਅਸੀਂ +1 'ਚ ਤਾਂ ਹੀ ਪ੍ਰਵੇਸ਼ ਕਰ ਸਕਦੇ ਹਾਂ, ਆਪਣੀ ਅਗਲੀ ਕਲਾਸ ਤਾਂ ਹੀ ਪ੍ਰਵੇਸ਼ ਕਰਦੇ ਹਾਂ ਤੇ ਅਸੀਂ ਪਹਿਲੀ ਕਲਾਸ ਪਾਸ ਕਰ। ਤੇ ਇਹਦਾ ਮਤਲਬ ਇਹ ਨਹੀਂ ਕਹਿੰਦਾ ਕਿ ਵੀ ਪਿਛਲੀ ਕਲਾਸ ਦਾ ਕੋਈ ਮਹੱਤਵ ਨਹੀਂ ਰਿਹਾ, ਹੈ ਨਾ। ਜੋ ਤੁਸੀਂ ਪਾਸ ਕਰ ਲਿਆ, ਜੋ ਤੁਸੀਂ ਜਾਣ ਲਿਆ ਜਿਹਨੂੰ, ਤੇ ਉਹ ਅੱਗੋਂ ਤੁਹਾਡੀ ਜ਼ਿੰਦਗੀ 'ਚ ਯੂਜ਼ਫੁਲ ਨਹੀਂ ਹੈਗਾ, ਉਹ ਇਸਤੇਮਾਲ ਨਹੀਂ ਹੋਏਗਾ, ਕਾਫੀ ਹੈ ਨਾ, ਲਾਈਫ ਟਾਈਮ ਯੂਜ਼ ਹੁੰਦਾ। ਹੁਣ ਜਿੱਦਾਂ ਕਿ ਆਪਾਂ ਅਗਰ ਪਹਿਲੀਆਂ ਕਲਾਸਾਂ ਨਹੀਂ ਕਰਾਂਗੇ ਪਾਸ, ਹਾਂ, ਤੇ ਫਿਰ ਆਪਾਂ 10ਵੀਂ ਕਲਾਸ ਕਿੱਦਾਂ ਕਰ ਲਵਾਂਗੇ? ਬਸ ਇੱਦਾਂ ਹੀ। ਬਟ ਇਹ ਹੈ ਕਿ ਵੀ ਵਿਵਸਥਾ ਭੰਗ ਨਹੀਂ ਕਰਨਾ ਹੈ, ਪ੍ਰਭੂ ਵਿਵਸਥਾ ਪੂਰੀ ਕਰਨਾ ਹੈ, ਕਿਉਂਕਿ ਪ੍ਰਭੂ ਯਿਸੂ ਮਸੀਹ ਦੇ ਨਾਲ ਹੀ ਵਿਵਸਥਾ ਪੂਰੀ ਹੋਣੀ ਹੈ। ਵਿਵਸਥਾ ਇੱਕ ਆਪਣੇ ਆਪ 'ਚ ਇੱਕ ਆਇਨਾ ਸੀਗਾ ਤੇ ਉਹ ਆਇਨਾ ਸੰਪੂਰਨ ਪ੍ਰਭੂ ਯਿਸੂ ਮਸੀਹ 'ਚ ਹੁੰਦਾ ਸੀ ਆ ਕੇ, ਤੇ ਪ੍ਰਭੂ ਯਿਸੂ ਮਸੀਹ ਨੇ ਜਦੋਂ ਅਨੁਗ੍ਰਹਿ ਬਣ ਕੇ ਵਿਵਸਥਾ ਨੂੰ ਪੂਰਾ ਕਰ ਦਿੱਤਾ। ਹੁਣ ਜਿਹੜੀ ਵਿਵਸਥਾ ਜਿੱਥੇ ਪਹਿਲਾਂ ਡਰ ਦਾ ਕੇਂਦਰ ਸੀਗੀ, ਉਹ ਵਿਵਸਥਾ ਹੁਣ ਅਨੁਗ੍ਰਹਿ ਦਾ ਸਥਾਨ ਬਣ ਗਈ, ਇੱਕ ਅਨੁਗ੍ਰਹਿ ਦਾ ਇੱਕ ਜਗ੍ਹਾ ਬਣ ਗਈ, ਇੱਕ ਗ੍ਰੇਸ ਪਲੇਸ ਬਣ ਗਈ, ਜਿੱਥੇ ਅਸੀਂ ਸਾਰੇ ਸ਼ਰਨ ਲੈ ਸਕਦੇ ਹਾਂ, ਕਿਉਂਕਿ ਜੋ ਪਰਮੇਸ਼ਰ ਸਾਡਾ ਸ਼ਰਨ ਸਥਾਨ ਹੈ, ਜੋ ਪਰਮੇਸ਼ਰ ਨੇ ਭਜਨ ਸਾਹਿਬ 'ਚ ਕਈ ਵਾਰੀ ਲਿਖਿਆ ਕਿ ਸਾਡਾ ਸ਼ਰਨ ਸਥਾਨ ਹੈ, ਸਾਡੀ ਢਾਲ ਹੈ ਨਾ, ਸਾਡੇ ਛੁਪਣ ਦਾ ਸਥਾਨ ਹੈ। ਤੇ ਉਹ ਛੁਪਣ ਦਾ ਸਥਾਨ ਫਿਰ ਪ੍ਰਭੂ ਯਿਸੂ ਮਸੀਹ ਦੇ ਰੂਪ 'ਚ ਸਾਡੇ ਸਾਹਮਣੇ ਆ ਗਿਆ, ਉਹ ਅਨੁਗ੍ਰਹਿ ਪੂਰਾ ਹੋ ਗਿਆ ਤੇ ਇਸ ਕਰਕੇ ਉਹ ਜਿਹੜਾ ਸੀਗਾ ਉਹ ਪੂਰਾ ਹੋ ਗਿਆ। ਬਟ ਮੈਂ ਇੱਥੇ ਜਿਹੜੀ ਗੱਲ ਕਰਨਾ ਚਾਹੁੰਦਾ ਕਿ ਜੋ ਸਹਿਬਤ ਹੈਗੀ ਹੈ ਉਹ ਵਿਵਸਥਾ ਦਾ ਪਾਰਟ ਕਦੀ ਵੀ ਨਹੀਂ ਸੀ। ਸਹਿਬਤ ਵਿਵਸਥਾ ਕਦੋਂ ਦਿੱਤੀ ਗਈ? ਉਹਨੇ ਜਿਹੜੀ ਸਬਤ ਹੈਗੀ ਆ ਉਹ ਵਿਵਸਥਾ ਦਾ ਹਿੱਸਾ ਨਹੀਂ ਹੈਗੀ। ਅਸੀਂ ਸਮਝਦੇ ਹਾਂ ਵਿਵਸਥਾ ਭੰਗ ਹੋ ਗਈ ਤੇ ਸਹਿਬਤ ਭੰਗ ਹੋ ਗਈ, ਸਹਿਬਤ ਵਿਵਸਥਾ ਦਾ ਹਿੱਸਾ ਨਹੀਂ ਹੈਗੀ। ਇਹ ਤੁਸੀਂ ਕਿੱਦਾਂ ਪ੍ਰੂਵ ਕਰ ਸਕਦੇ ਬਾਈਬਲ 'ਚ? ਬਾਈਬਲ 'ਚੋਂ ਅਸੀਂ ਪ੍ਰੂਵ ਕਰ ਸਕਦੇ ਹਾਂ ਕਿ ਵਿਵਸਥਾ ਕਦੋਂ ਆਈ, ਵਿਵਸਥਾ ਕਦੋਂ ਦਿੱਤੀ ਗਈ। ਚਲ ਤੁਸੀਂ ਮੈਨੂੰ ਸਵਾਲ ਕੀਤਾ, ਮੈਂ ਤੁਹਾਨੂੰ ਉਲਟਾ ਕੁਐਸਚਨ ਕਰਤਾ ਇੱਕ ਛੋਟਾ ਜਿਹਾ। ਤੁਸੀਂ ਬਾਈਬਲ ਪੜ੍ਹਦੇ ਹੋ ਕਿ ਵਿਵਸਥਾ ਜਿਹੜੀ ਕਦੋਂ ਦਿੱਤੀ ਗਈ, ਕਿਵੇਂ ਦਿੱਤੀ ਗਈ, ਕਿਉਂ ਦਿੱਤੀ ਗਈ? ਵਿਵਸਥਾ ਉਹ ਦਿੱਤੀ ਕਿ ਜਦੋਂ ਜਿਹੜੇ ਇਜ਼ਰਾਈਲੀ ਸੀਗੇ, ਉਹ ਜਿਹੜੇ ਇਜਿਪਸ਼ੀਅਨ ਸੀਗੇ, ਮਿਸਰੀ ਸੀਗੇ, ਉਹਨਾਂ ਤੋਂ ਪਰਮੇਸ਼ਰ ਨੇ ਆਜ਼ਾਦ ਕੀਤਾ, ਬਿਲਕੁਲ, ਤੇ ਉਹਨਾਂ ਨੂੰ ਕੱਢਿਆ ਸੀਗਾ ਕਨਾਨ ਦੇਸ਼ ਲਈ। ਤੇ ਉਦੋਂ ਜਦੋਂ ਰਸਤੇ ਜਾ ਰਹੇ ਸੀ, ਪਰਮੇਸ਼ਰ ਨੇ ਉਹਨਾਂ ਨੂੰ 10 ਆਗਿਆਵਾਂ ਵੀ ਦਿੱਤੀਆਂ ਤੇ 10 ਆਗਿਆਂ ਤੋਂ ਅੱਗੇ ਵਿਵਸਥਾ ਹੈ। ਓਕੇ, ਵਿਵਸਥਾ ਪਰਮੇਸ਼ਰ ਨੇ ਮੂਸਾ ਦੇ ਜ਼ਰੀਏ, ਹਜ਼ਰਤ ਮੂਸਾ ਦੇ ਜ਼ਰੀਏ ਦਿੱਤੀ ਸੀਗੀ। ਤੇ ਜਦੋਂ 400 ਸਾਲ ਦੀ ਗੁਲਾਮੀ ਤੋਂ ਬਾਅਦ ਪਰਮੇਸ਼ਰ ਨੇ ਮਿਸਰੀਆਂ ਤੋਂ ਆਜ਼ਾਦ ਕਰਵਾਇਆ ਸੀ ਆਪਣੀ ਪ੍ਰਜਾ ਨੂੰ ਤੇ ਕੱਢ ਕੇ ਲਿਆ ਸੀ ਲਾਲ ਸਮੁੰਦਰ ਚੀਰ ਕੇ, ਤੇ ਉਹ ਮਾਰੂਥਲ ਦੇ ਵਿੱਚ, ਬਿਲਕੁਲ ਵਿਲਡਰਨੈਸ ਦੇ ਵਿੱਚ, ਹੈ ਨਾ, ਉਹਦੇ ਵਿੱਚ ਜਾ ਕੇ ਪਰਮੇਸ਼ਰ ਨੇ ਸਨਾਈ ਪਰਬਤ ਦੇ ਉੱਤੇ ਮੋਂਟ ਸੀਨੇ ਵਿੱਚ ਉੱਥੇ ਜਾ ਕੇ ਉਹਨੂੰ ਵਿਵਸਥਾ ਦਿੱਤੀ ਸੀ। ਵਿਵਸਥਾ ਕਿਉਂ ਦਿੱਤੀ ਗਈ? ਦੇਖੋ ਕਿੰਨੇ 100 ਸਾਲ ਹੋ ਗਏ ਨੇ, ਕਿੰਨੇ ਹਜ਼ਾਰ ਸਾਲ ਲੰਘ ਗਏ ਦੁਨੀਆ ਆਈ ਨੂੰ। ਉਸ ਤੋਂ ਪਹਿਲਾਂ ਜਿਹੜੇ ਪਰਮੇਸ਼ਰ ਦਾ ਵਚਨ ਸੀਗਾ ਉਹ ਉਹਨਾਂ ਤੱਕ ਪਹੁੰਚ ਰਿਹਾ ਸੀਗਾ, ਪਰਮੇਸ਼ਰ ਉਹਨਾਂ ਨਾਲ ਗੱਲਾਂ ਕਰਦਾ ਸੀਗਾ। ਅੱਗੇ ਆ ਕੇ ਜਦੋਂ ਇਹ ਪੂਰੀ ਦੀ ਪੂਰੀ ਕਿਤਾਬ ਜਦੋਂ ਹਜ਼ਰਤ ਮੂਸਾ ਜੀ ਨੇ ਲਿਖੀ ਹੈ, ਪਹਿਲੀਆਂ 5 ਕਿਤਾਬਾਂ ਲਿਖੀਆਂ ਨੇ, ਤੇ ਇਹ 1500 ਈਸਵੀ ਪੂਰਵ 'ਚ ਸਾਡੇ ਕੋਲ ਲਿਖਤ 'ਚ ਆਈਆਂ ਨੇ, ਠੀਕ ਹੈ ਨਾ। ਤੇ ਇਸ ਤੋਂ ਪਹਿਲਾਂ 2500 ਸਾਲ ਬੀਤ ਚੁੱਕੇ ਸੀਗੇ, ਤੇ ਉਦੋਂ ਵਿਵਸਥਾ ਕੋਈ ਲਿਖਤ ਨਹੀਂ ਸੀ ਹੈਗੀ, ਉਦੋਂ ਵਿਵਸਥਾ ਹੱਥ ਵਿੱਚ ਸੀਗੀ। ਉਤਪਤੀ ਦੀ ਕਿਤਾਬ ਵਿੱਚ ਜ਼ਿਕਰ ਆਉਂਦਾ ਕਿ ਤੂੰ ਮੇਰੇ ਹੁਕਮਾਂ ਦਾ, ਮੇਰੇ ਵਚਨਾਂ ਦਾ ਪਾਲਣ ਕੀਤਾ। ਇਟ ਮੀਨਸ ਵਿਵਸਥਾ ਕਦੋਂ ਆਈ? ਵਿਵਸਥਾ ਇਸ ਤੋਂ ਪਹਿਲਾਂ ਵੀ ਆ ਚੁੱਕੀ ਸੀ, ਠੀਕ ਹੈ। ਬਟ ਸਾਡਾ ਮਤਲਬ ਅੱਜ ਵਿਵਸਥਾ ਕਦੋਂ ਆਈ ਉਹਨੂੰ ਸਮਝਣ ਦੀ ਨਹੀਂ ਹੈਗੀ ਕਿ ਵਿਵਸਥਾ ਕਿਉਂ ਆਈ। ਵਿਵਸਥਾ ਕਦੋਂ ਆਈ? ਪਾਪ ਕਰਕੇ। ਨਿਯਮ ਲਾਗੂ ਕਦੋਂ ਕੀਤੇ ਜਾਂਦੇ ਨੇ? ਟ੍ਰੈਫਿਕ ਰੂਲਸ ਕਿਉਂ ਰੱਖੇ ਜਾਂਦੇ ਨੇ? ਤਾਂ ਕਿ ਕੋਈ ਗਲਤ ਨਾ ਕਰੇ, ਐਕਸੀਡੈਂਟ ਨਾ ਹੋਵੇ। ਜਦੋਂ ਐਕਸੀਡੈਂਟ ਜਿੱਥੇ ਜ਼ਿਆਦਾ ਹੋਣ ਉੱਥੇ ਟ੍ਰੈਫਿਕ ਲਾਈਟਸ ਹੁੰਦੀਆਂ, ਜਿੱਥੇ ਇੱਕ ਤਰਫਾ ਰੋਡ ਹੀ ਆ ਰਿਹਾ ਉੱਥੇ ਟ੍ਰੈਫਿਕ ਲਾਈਟਸ ਹੁੰਦੀਆਂ ਹੀ ਨਹੀਂ, ਲੋੜ ਹੀ ਨਹੀਂ, ਹੈ ਨਾ। ਇਸੇ ਕਰਕੇ ਜਦੋਂ ਸੰਸਾਰ 'ਚ ਮੌਤ ਆਈ, ਪਾਪ ਆਇਆ, ਮੌਤ ਆਈ, ਉਸ ਤੋਂ ਬਾਅਦ ਦੁਨੀਆ 'ਚ ਜ਼ੁਲਮ ਹੋਏ, ਦੁਨੀਆ 'ਚ ਬਹੁਤ ਜ਼ਿਆਦਾ ਅਡਲਟਰੀ ਦੇ ਨਾਲ ਕਤਲ ਕੀਤੇ ਗਏ ਜਾਂ ਚੋਰੀਆਂ, ਡਕੈਤੀਆਂ, ਇੱਦਾਂ ਦੇ ਬਹੁਤ ਜ਼ਿਆਦਾ ਅਪਰਾਧ ਆਏ, ਤੇ ਉਹਨਾਂ ਵਾਸਤੇ ਵਿਵਸਥਾ, ਪਰਮੇਸ਼ਰ ਨੇ ਆਪਣੀ ਵਿਵਸਥਾ ਦਿੱਤੀ ਆਪਣੇ ਲੋਕਾਂ ਨੂੰ ਕਿ ਕੀ ਕੰਮ ਕਰਨਾ ਤੇ ਕਿਹੜਾ ਕੰਮ ਨਹੀਂ ਕਰਨਾ। ਇਹਦਾ ਮਤਲਬ ਵਿਵਸਥਾ ਪਾਪ ਤੋਂ ਬਾਅਦ, ਬੰਦੇ ਦੀ ਮੌਤ ਤੋਂ ਬਾਅਦ ਆਈ। ਤੇ ਆਪਾਂ ਹੁਣ ਬਾਈਬਲ ਦੇਖਦੇ ਹਾਂ ਕਿ ਜੋ ਸਬਤ ਹੈਗੀ ਉਹ ਕਦੋਂ ਆਈ। ਕਿ ਸਬਤ, ਮੈਂ ਇਹ ਆਖਿਆ ਨਾ ਕਿ ਸਬਤ ਬਾਈਬਲ ਦਾ ਵਿਵਸਥਾ ਦਾ ਹਿੱਸਾ ਨਹੀਂ ਹੈਗੀ।
ਤੁਹਾਡਾ ਇਹ ਕਹਿਣਾ ਕਿ ਸਬਤ ਹੈ ਉਹ ਵਿਵਸਥਾ ਦਾ ਹਿੱਸਾ उसका हिस्सा नहीं है कि ਤੇ ਮੇਰਾ ਇੱਕ ਕੁਐਸਚਨ ਹੈ ਪਰਸਨਲੀ ਕਿ ਜੋ ਕਮਾਂਡਮੈਂਟਸ ਨੇ ਉਹ ਵਿਵਸਥਾ ਦਾ ਹਿੱਸਾ ਹੈ ਹਾਂ ਜਿਹੜੀ ਕਮਾਂਡਮੈਂਟਸ ਨੇ ਉਹ ਵਿਵਸਥਾ ਨੇ ਆਪਣੇ ਆਪ ਚ ਸੰਪੂਰਨ ਵਿਵਸਥਾ ਨੇ ਨਹੀਂ 10 ਕਮਾਂਡਮੈਂਟਸ ਵਿਵਸਥਾ ਦੇ ਨਾਲ ਦਿੱਤੀਆਂ ਗਈਆਂ ਇੱਕ 10 ਆਗਿਆਵਾਂ ਨੇ ਜਿਹੜੀਆਂ ਸ਼ੁਰੂ ਤੋਂ ਲੈ ਕੇ ਅੱਜ ਤੱਕ ਸਾਡੇ ਲਈ ਹੈਗੀਆਂ ਨੇ ਉਹ ਓਲਡ ਟੈਸਟਮੈਂਟ ਵਿੱਚ ਵੀ ਉਹਨਾਂ ਨੂੰ ਕਬੂਲਿਆ ਜਾਂਦਾ ਸੀ ਤੇ ਨਿਊ ਟੈਸਟਮੈਂਟ ਵੀ ਉਹਨੂੰ ਕਬੂਲਿਆ ਜਾਂਦਾ ਜੋ ਕਦੀ ਬਦਲ ਨਹੀਂ ਸਕਦੀਆਂ ਜੋ ਆਗਿਆਵਾਂ ਨੇ 10 ਆਗਿਆਵਾਂ ਨੇ ਠੀਕ ਹੈ ਜਿਹੜੀ ਬਾਕੀ ਵਿਵਸਥਾ ਸੀ ਜਿੱਦਾਂ ਬਲੀ ਦੀਆਂ ਦੀ ਵਿਵਸਥਾ ਨਿਤ ਬਲੀ ਹੋਮ ਬਲੀ ਦੂਸਰੀ ਬਲੀ ਤੇ ਅੰਨ ਬਲੀ ਹਨਾ ਹੋਰ ਕਈ ਤਰ੍ਹਾਂ ਦੇ ਨਵੇਂ ਚੰਦ ਦੇ ਪਰਵ ਸਬਤਾਂ ਅਲੱਗ-ਅਲੱਗ ਤਰ੍ਹਾਂ ਦੀਆਂ ਸਬਤਾਂ ਹਨਾ ਉਹਦੇ ਬਾਰੇ ਵੀ ਆਪਾਂ ਜ਼ਿਕਰ ਕਰਾਂਗੇ ਸਬਤਾਂ ਕਿਹੜੀਆਂ ਸਬਤਾਂ ਹੁੰਦੀਆਂ ਕਿਹੜੇ ਦਿਨ ਚੇਂਜ ਹੋ ਕੇ ਉਹ ਸਬਤਾਂ 'ਚ ਆਉਂਦੇ ਸੀਗੇ ਕਿਹੜੇ ਦਿਨ ਕੁਝ ਅਲੱਗ ਇੱਕ ਸ਼ਬਦ ਸੀਗੀ ਜੋ ਵਿਸ਼ਰਾਮ ਦਿਨ ਮੇਨ ਸੀਗਾ ਇੱਕ ਸਬਤਾਂ ਸੀਗੀਆਂ ਹੋਰ ਉਹ ਅਲੱਗ-ਅਲੱਗ ਤਰ੍ਹਾਂ ਦੀਆਂ ਸਬਤਾਂ ਸੀਗੀਆਂ ਉਹ ਜਿਹਦੇ ਵਿੱਚ ਸੰਤ ਪੌਲਸ ਕਹਿੰਦਾ ਕਿ ਤੁਹਾਡਾ ਕੋਈ ਨਿਆਈ ਨਾ ਬਣੇ ਹਨਾ ਜਿਸ 'ਚ ਭੈਣ ਜੀ ਵੀ ਉਸ ਵਿਸ਼ੇ 'ਚ ਗੱਲ ਕਰ ਰਹੇ ਸੀਗੇ ਸਬਤ ਜਿਹੜਾ ਵਿਸ਼ਰਾਮ ਦਿਨ ਆ ਉਹ ਇੱਕ ਸ੍ਰਿਸ਼ਟੀ ਦੀ ਸ਼ੁਰੂਆਤ ਦਿੱਤਾ ਹੋਇਆ ਸਬਤ ਆ ਕੁਝ ਸਬਤਾਂ ਇੱਦਾਂ ਦੀਆਂ ਸੀਗੀਆਂ ਜਿਹੜੀਆਂ ਸਭਾਵਾਂ ਦੇ ਦਿਨ ਪ੍ਰਾਸ਼ਚਿਤ ਦਿਨ ਫਸੇ ਦੇ ਪਰਵ ਦਾ ਦਿਨ ਤੇ ਛੁਟਕਾਰੇ ਦਾ ਦਿਨ ਇੱਦਾਂ ਦੇ ਝੋਪੜੀਆਂ ਦੇ ਪਰਵਾਂ ਦਾ ਦਿਨ ਉਹਨਾਂ ਦਿਨਾਂ ਨੂੰ ਵਿਸ਼ਰਾਮ ਕਰਨ ਲਈ ਕਿਹਾ ਗਿਆ ਸੀ ਤੇ ਉਹਨਾਂ ਨੂੰ ਸਬਤਾਂ ਦੇ ਵਿੱਚ ਸ਼ਾਮਲ ਕਰ ਦਿੱਤਾ ਗਿਆ ਸੀ ਜੇ ਤੁਸੀਂ ਚੈਪਟਰ ਪੜ੍ਹਨਾ ਹੋਵੇ 23 ਅਧਿਆਏ ਪੜ੍ਹ ਲਿਓ ਲੈ ਵਿਵਸਥਾ ਦਾ ਉਹ 'ਚ ਪ੍ਰਾਸ਼ਚਿਤ ਦਾ ਦਿਨ ਆਉਂਦਾ ਉਹਦੇ ਬਾਰੇ ਜ਼ਿਕਰ ਹੈਗਾ ਕਿ ਜਿਵੇਂ ਮੈਂ ਤੁਹਾਨੂੰ ਇੱਕ ਲਾਈਨ ਦੱਸ ਦਿੰਦਾ ਉਹਦੇ ਬਾਰੇ ਕਿ 32 ਨੰਬਰ ਲਾਈਨ ਆ 23 ਅਧਿਆਏ ਦੀ 23 ਚੈप्टर की 32 वर्ष हैगी है उस लिखा है कि या तुम्हारे लिए विश्राम का शब्द हो इसमें तुम अपने आप को दीन करना कि उस महीने के 9वें दिन की संध्या से लेके अगली संध्या तक यानी कि एक पूरा दिन 9वां दिन उस महीने का 9वां दिन कोई भी बार भी आ सकता इस करके वो भी एक शब्द वाला दिन ਇਹਦਾ ਕਈ ਸਬਤਾਂ ਬਣਾਈਆਂ ਸੀਗੀਆਂ ਉਹ ਸਬਤਾਂ ਜਿਹੜੀਆਂ ਸੀਗੀਆਂ ਉਹ ਵਿਵਸਥਾ 'ਚ ਆਉਂਦੀਆਂ ਸੀਗੀਆਂ ਉਹਨਾਂ ਦੇ ਭੰਗ ਹੋਣ ਦੀ ਗੱਲ ਰਹੀ ਉਹ ਪੂਰੀਆਂ ਹੋ ਗਈਆਂ ਸੀਗੀਆਂ ਤੇ ਉਹ ਪ੍ਰਭੂ ਦੇ ਵਿੱਚ ਪੂਰੀਆਂ ਹੁੰਦੀਆਂ ਇਹਦਾ ਵਿਸ਼ਰਾਮ ਵਰਸ਼ ਵੀ ਸੀਗਾ ਕਿ 6 ਸਾਲ ਤੁਸੀਂ ਫਸਲ ਉਗਾਣੀ ਹੈ 7ਵਾਂ ਸਾਲ ਤੁਸੀਂ ਆਪਣੀ ਫਸਲ ਨਹੀਂ ਉਗਾਣੀ ਉਹ ਤੁਹਾਡਾ ਪੂਰਾ ਵਿਸ਼ਰਾਮ ਦਾ ਸਬਤ ਈਅਰ ਹੋਵੇ ਤੇ ਇਦਾਂ ਕਰਕੇ ਕੁਝ ਚੀਜ਼ਾਂ ਇਦਾਂ ਦੀਆਂ ਸੀਗੀਆਂ ਕਿ ਕੁਝ ਦਿਨ ਸੀਗੇ ਤੁਸੀਂ ਆਪਣਾ ਜ਼ਰੂਰ ਪੜ੍ਹਿਓ ਤੇ ਇਹ ਅਧਿਆਏ ਪੜ੍ਹਿਓ ਫਿਰ ਵਿਵਸਥਾਪਨ ਦੇ ਵਿੱਚ ਵੀ ਉਹਦਾ ਜ਼ਿਕਰ ਆਉਂਦਾ ਹੈਗਾ ਤੇ ਕਿ ਜਿਹੜੀਆਂ ਸਬਤਾਂ ਦਾ ਜ਼ਿਕਰ ਕੀਤਾ ਗਿਆ ਕਿ ਉਹ ਸਬਤਾਂ ਪੂਰੀਆਂ ਹੋ ਗਈਆਂ ਪ੍ਰਭੂ ਯਿਸੂ ਮਸੀਹ ਦੇ ਅੰਦਰ ਜਿਵੇਂ ਬਲੀਆਂ ਪੂਰੀਆਂ ਹੋ ਗਈਆਂ ਜਿਵੇਂ ਹੋਮ ਬਲੀਆਂ ਨਿਤ ਬਲੀਆਂ ਤੇ ਅਨਾਜ ਬਲੀ ਮੇਂਢਕ ਬਲੀ ਤੇ ਇਹ ਬਲੀ ਤੇ ਨਿਤ ਬਲੀ ਤੇ ਇਸ ਤਰ੍ਹਾਂ ਹੀ ਸਬਤਾਂ ਇਹ ਨਵੇਂ ਚੰਦ ਦੇ ਜਿਹੜੇ ਪਰਵ ਦੇ ਦਿਨ ਪੂਰਨਮਾਸ਼ੀ ਦੇ ਦਿਨ ਇਦਾਂ ਦੇ ਕੋਈ ਦਿਨ ਤਿਉਹਾਰ ਸੀਗੇ ਉਹ ਪੂਰੇ ਹੋ ਗਏ ਯਿਸੂ ਮਸੀਹ ਦੇ ਕਰੂਸ ਤੇ ਕੁਰਬਾਨ ਹੋਣ ਤੋਂ ਬਾਅਦ ਕਿ ਵੀ ਉਹ ਸਬਤਾਂ ਪਰ ਇਸ ਤੋਂ ਪਹਿਲਾਂ ਜਿਹੜੀ ਸਬਤ ਹੈਗੀ ਆ ਮੇਨ ਉਹ ਜਗਤ ਦੀ ਸ੍ਰਿਸ਼ਟੀ ਦੇ ਟਾਈਮ ਦੇ ਉੱਤੇ ਇੱਕ ਪਰਮੇਸ਼ਵਰ ਦੀ ਅਸ਼ੀਸ਼ ਸੀਗੀ ਆਪਾਂ ਸੈਕੰਡ ਅਧਿਆਏ ਆਪਣਾ ਉਤਪਤੀ ਦੀ ਕਿਤਾਬ ਖੋਲਾਂਗੇ ਉਹ 'ਚ ਆਪਾਂ ਪਹਿਲਾ ਜੇ ਕਈ ਦੂਜਾ ਅਧਿਆਏ ਦੇਖਦੇ ਹਾਂ ਦੂਜੇ ਅਧਿਆਏ ਦੇ ਵਿੱਚ ਅਸੀਂ 2-3 ਆਇਤ ਪੜ੍ਹੀਏ ਤੇ ਮੇਰੇ ਕੋਲ ਹਿੰਦੀ ਦੀ ਬਾਈਬਲ ਆ ਚਲੋ ਮੈਂ ਤੁਹਾਨੂੰ ਇਹਦੇ ਤੋਂ ਪੜ੍ਹ ਕੇ ਦੱਸਦਾ ਪੰਜਾਬੀ ਦੇ ਤਰੀਕੇ ਨਾਲ ਬੋਲਾਂਗਾ ਪਰਮੇਸ਼ਵਰ ਨੇ ਉਹ ਆਪਣਾ ਕਾਰਿਆ ਜਿਹੜਾ ਉਹ ਕਰਦਾ ਸੀਗਾ 7ਵੇਂ ਦਿਨ ਪੂਰਾ ਕੀਤਾ ਉਸਨੇ 7ਵੇਂ ਦਿਨ ਆਪਣੇ ਉਸ ਸੰਪੂਰਨ ਕਾਰਿਆ ਤੋਂ ਜਿਹਨੂੰ ਉਹ ਕਰ ਰਿਹਾ ਸੀ ਵਿਸ਼ਰਾਮ ਕੀਤਾ ਤਦ ਪਰਮੇਸ਼ਵਰ ਨੇ 7ਵੇਂ दिन ਨੂੰ आशीषित किया ਅਤੇ ਉਹਨੂੰ ਪਵਿੱਤਰ ਠਹਿਰਾਇਆ परमेश्वर ने अपने कार्य जिसे वह करता था 7वें दिन पूरा किया और उसने 7वें दिन अपने उस संपूर्ण कार्य से जिसे वह करता था विश्राम किया तब परमेश्वर ने 7वें दिन को आशीषित किया और उसे पवित्र ठहराया क्योंकि उस दिन सृष्टि के समस्त कार्य से जो उसने रचा और बनाया परमेश्वर ने विश्राम किया। ਇੱਥੇ ਹੁਣ ਪਰਮੇਸ਼ਵਰ ਨੇ ਆਦਮ ਤੇ ਹਵਾ ਨੂੰ ਰਚਿਆ ਜਦੋਂ ਰਚਨ ਤੋਂ ਬਾਅਦ ਸੰਪੂਰਨ ਦਿਨ ਬਣਾ ਕੇ ਵਿਸ਼ਰਾਮ ਦਿਨ ਦਿੱਤਾ ਇਹ ਆਪਾਂ 3 ਚੀਜ਼ਾਂ ਦੇਖਦੇ ਹਾਂ ਜਿੱਦਾਂ ਕਿ ਪਰਮੇਸ਼ਵਰ ਨੇ ਕੀ ਕੀਤਾ ਬਲੈਸ ਕੀਤਾ ਪਰਮੇਸ਼ਵਰ ਨੇ ਆਸ਼ੀਰਵਾਦ ਕੀਤਾ ਇਸ ਨੇ ਗॉड ਬਲੈਸਡ ਆਈ ਥਿੰਕ ਮੇਰੀ ਇੰਗਲਿਸ਼ ਬਾਈਬਲ ਹੈ ਯੈਸ ਲਿਖਿਆ 3rd ਵਰਸ ਤੇ ਕਿ ਗॉड ਬਲੈਸਡ ਦ 7th ਫਿਰ ਲਿਖਿਆ ਕਿ ਉਹਨੂੰ ਪਵਿੱਤਰ ਕੀਤਾ ਮੇਰੀ ਖੋਲੀ ਮਤਲਬ ਕਿ ਸੈਂਕਟੀਫਾਈ ਕੀਤਾ ਉਹਨੂੰ ਅਲੱਗ ਕਰਤਾ ਹਨਾ ਪਰਮੇਸ਼ਵਰ ਨੇ ਖੁਦ ਉਸ ਦਿਨ ਰੈਸਟ ਕੀਤਾ ਤੇ ਥੱਕਦਾ ਨਹੀਂ ਹੈਗਾ ਬਟ ਉਹਨੇ ਰੈਸਟ ਕੀਤਾ ਇੱਕ ਸਾਡੇ ਸਾਹਮਣੇ ਹਾਂਜੀ ਨਮੂਨਾ ਪੇਸ਼ ਕੀਤਾ ਇੱਕ ਐਗਜ਼ਾਮਪਲ ਦਿੱਤੀ ਕਿ ਆਪਾਂ ਵੀ ਕੀ ਕਰੀਏ ਇੱਕ ਉਹ ਸਾਡੀ ਉਦਾਹਰਨ ਬਣੇ ਤੇ ਇੱਥੇ ਵੀ ਇੱਕ ਚੀਜ਼ ਪਤਾ ਚੱਲਦੀ ਹੈ ਕਿ ਇਹ ਸਭ ਕੁਝ ਕੀ ਹੋ ਰਿਹਾ ਪਾਪ ਤੋਂ ਪਹਿਲਾਂ ਪਹਿਲੀ ਸ਼ੀਸ਼ ਕਿਹੜੀ ਸੀਗੀ ਪਹਿਲੀ ਸ਼ੀਸ਼ ਪਰਮੇਸ਼ਵਰ ਨੇ ਦਿੱਤੀ ਸੀ ਜਦੋਂ ਉਹਨੇ ਆਦਮ ਤੇ ਹਵਾ ਨੂੰ ਬਣਾਇਆ ਪਰਮੇਸ਼ਵਰ ਨੇ ਮਨੁੱਖ ਨੂੰ ਬਣਾਇਆ ਨਰ ਨਾਰੀ ਦੇ ਰੂਪ 'ਚ ਤੇ 27 'ਚ ਲਿਖਿਆ कि परमेश्वर ने मनुष्य को अपने स्वरूप में सर्जा अपने ही स्वरूप में परमेश्वर ने उनको सर्जा उसने नर और नारी करके उसकी
सृष्टि की, परमेश्वर ने उन्हें आशीष दी और उन्हें कहा फूलो फलो और पृथ्वी में भर जाओ और उस अपने वश में कर लो, और समुद्र की मछलियों, आकाश के पक्षियों, पृथ्वी पर चलने वाले प्रत्येक जीव जंतु पर अधिकार रखा। पहली आशीष की ही ਵਧਣ ਫੁੱਲਣ ਦੀ, ਯਾਨੀ ਕਿ ਦੂਜੀ ਸ਼ਬਦਾਂ 'ਚ ਕਿਹਾ ਜਾਵੇ ਸ਼ਾਦੀ ਦੀ ਆਸ਼ੀਸ਼ ਸੀ। ਆਦਮ ਦੇ ਵਾ ਬਣਾ ਕੇ ਉਹਨੂੰ ਜੋੜੀਦਾਰ ਦੇਤਾ ਉਹਦਾ, ਤੇ ਸ਼ਾਦੀ ਦੀ ਆਸ਼ੀਸ਼ ਸੀ, ਬੱਚੇ ਪੈਦਾ ਕਰੋ, ਫਲੋ ਫਲੋ। ਦੁਨੀਆ ਦੀ ਪਹਿਲੀ ਆਸ਼ੀਸ਼। ਤੇ ਦੂਜੀ ਆਸ਼ੀਸ਼ ਕਿਹੜੀ ਸੀ? ਸਬਤ ਦੀ ਆਸ਼ੀਸ਼। ਇਹ ਅਲੌਕਿਕ ਆਸ਼ੀਸ਼ਾਂ ਨੇ, ਇਹ ਰੂਹਾਨੀ ਆਸ਼ੀਸ਼ਾਂ ਨੇ ਜਿਹੜੀਆਂ ਕਿਸੇ ਵੀ ਪਾਪ ਤੋਂ ਪਹਿਲਾਂ ਸੀਗੀਆਂ, ਜਦੋਂ ਉਹ ਮਰੇ ਨਹੀਂ ਸੀ, ਜਦੋਂ ਅਮਰ ਅਵਸਥਾ ਵਿੱਚ ਸੀ। ਅਮਰ ਅਵਸਥਾ 'ਚ ਹੀ ਫਿਰ ਦੁਬਾਰਾ ਜਾਣਾ ਚਾਹੁੰਦੇ ਹਾਂ ਆਪਾਂ, ਕਹਿੰਦੇ ਯਿਸੂ ਮਸੀਹ ਨੇ ਆਉਣਾ, ਦੁਬਾਰਾ ਜਾਣਾ। ਫਿਰ ਅਸੀਂ ਵਿਨਾਸ਼ੀ ਨੇ ਅਵਿਨਾਸ਼ੀ ਨੂੰ ਪਹਿਨ ਲੈਣਾ, ਮਰਨ ਵਾਲੇ ਨੇ ਅਮਰਤਾ ਨੂੰ ਪਹਿਨ ਲੈਣਾ, ਤੇ ਅਸੀਂ ਫਿਰ ਅਮਰ ਹਾਲਤ ਵਿੱਚ ਚੱਲ ਜਾਣਾ ਜਿਵੇਂ ਆਦਮ ਤੇ ਹਵਾ ਪਹਿਲਾਂ ਬਣਾਏ ਗਏ ਸੀ। ਤੇ ਉਸ ਹਾਲਤ ਵਿੱਚ ਵੀ ਪਰਮੇਸ਼ਵਰ ਨੇ ਉਹਨਾਂ ਨੂੰ ਸਬਤ ਵਿਸ਼ਰਾਮ ਦਿਨ ਦਿੱਤਾ ਸੀਗਾ, ਪਵਿੱਤਰ ਠਹਿਰਾਇਆ ਉਸ ਦਿਨ ਨੂੰ। ਇਹਦਾ ਮਤਲਬ ਇਹੀ ਅਮਰ ਵੀ ਹੋ ਜਾਣਗੇ ਤੇ ਸਾਨੂੰ ਫਿਰ ਵੀ ਸਾਡੇ ਅੱਗੇ ਸਬਤ ਦਾ ਜਿਹੜਾ ਪਵਿੱਤਰਤਾ ਹੀ ਫਿਰ ਵੀ ਬਣੀ ਰਹਿਣੀ ਹੈ। ਜੇ ਆਪਾਂ ਯਸ਼ਯਾਹ ਦੀ ਕਿਤਾਬ ਦਾ 66 ਅਧਿਆਏ ਦੇਖੀਏ ਨਾ, ਉਹਦੇ 'ਚ ਲਿਖਿਆ ਹੋਇਆ, ਉਹਦੀ 22 ਤੇ 23 ਆਇਤ 'ਚ ਲਿਖਿਆ, ਜੈਸਾ नया आकाश और नई पृथ्वी जो मैं बनाने पर हूँ मेरे सम्मुख बने रहेंगे, वैसा ही तुम्हारा वंश और तुम्हारा नाम बना रहेगा, जो हुआ कि यही वाणी है। फिर ऐसा होगा कि प्रत्येक नए चांद के पर्व और प्रत्येक सबत के दिन समस्त प्राणी मेरे सामने दंडवत करने को आएंगे, जो हुआ कि यही वाणी है। यानी कि पाप तो पहला आदम ते हवा अमर अवस्था ਵਿੱਚ ਜਦੋਂ ਮੌਤ ਉਹਨਾਂ 'ਚ ਨਹੀਂ ਆਈ ਸੀ, ਉਦੋਂ ਵੀ ਸਬਤ ਨੂੰ ਮੰਨਦੇ ਸੀਗੇ, ਤੇ ਪਾਪ ਤੋਂ ਬਾਅਦ ਵੀ ਸਬਤ ਦਿੱਤੀ ਗਈ। 10 ਕਮਾਂਡਮੈਂਟਸ ਦੇ ਵਿੱਚ ਚੌਥੀ ਆਗਿਆ ਕੀ ਮੇਨ ਵੱਡੀ ਆਗਿਆ ਸਭ ਤੋਂ। ਤੇ ਜਦੋਂ ਅਸੀਂ ਸਵਰਗ ਚੱਲ ਜਾਵਾਂਗੇ, ਨਵੀਂ ਸ੍ਰਿਸ਼ਟੀ, ਨਵੀਂ ਆਕਾਸ਼ ਪਰਮੇਸ਼ਰ ਨੂੰ ਦੇਵੇਗਾ, ਉਹਦੇ ਵਿੱਚ ਵੀ ਸਮਸਤ ਲੋਕ ਕੀ ਕਰਿਆ ਕਰਨਗੇ? ਪਰਮੇਸ਼ਰ ਦੀ ਇਬਾਦਤ ਕਰਨ ਲਈ, ਉਹਦੇ ਸਾਹਮਣੇ ਦੰਡਵਤ ਕਰਨ ਲਈ ਆਉਣਗੇ। ਜਿੱਦਾਂ ਕਿ ਇਬਰਾਨੀ ਸੰਤ ਪੌਲਸ ਨੇ ਕਿਹਾ ਕਿ ਇਹ ਹਲੇ ਵਿਸ਼ਰਾਮ, ਸਿਸਟਰ ਵੀ ਉਹ ਗੱਲ ਕਰ ਰਹੇ ਸੀਗੇ ਕਿ ਉਹ ਵਿਸ਼ਰਾਮ ਹਲੇ ਆਇਆ ਨਹੀਂ, ਉਹ ਵਿਸ਼ਰਾਮ ਆਉਣਾ। ਉਹ ਵਿਸ਼ਰਾਮ ਕਿਹੜਾ ਵਿਸ਼ਰਾਮ ਹੋਣਾ? ਉਹ ਸਾਡੀ ਜਿਹੜੀ ਮੁਕਤੀ ਦਾ ਵਿਸ਼ਰਾਮ ਹੋਣਾ, ਸਾਡੀ ਰਿਡੈਂਪਸ਼ਨ ਦਾ ਵਿਸ਼ਰਾਮ ਹੋਣਾ, ਸਾਡੀ ਸ਼ਾਂਤੀ ਦਾ ਵਿਸ਼ਰਾਮ ਹੋਣਾ। ਉਹ ਵਿਸ਼ਰਾਮ ਜਿਹੜਾ ਹੈਗਾ ਉਹ ਸਾਨੂੰ ਸਵਰਗ ਵਿੱਚ ਮਿਲਣਾ ਜਾਂ ਨਵੀਂ ਸ੍ਰਿਸ਼ਟੀ 'ਚ ਮਿਲਣਾ, ਤੇ ਉੱਥੇ ਵੀ ਅਸੀਂ ਉਹ ਵਿਸ਼ਰਾਮ 'ਚ ਵਾਲੇ ਦਿਨ ਪਰਮੇਸ਼ਵਰ ਦੇ ਦੁਆਰ 'ਤੇ ਜਾਣਾ। ਵਿਸ਼ਰਾਮ ਦਿਨ ਇੰਪੋਰਟੈਂਟ ਆ। ਇਹ ਸ਼ਬਦ ਦੀ ਜਿਹੜੀ ਹੈਗੀ ਹੈ ਕਿਸੇ ਵਿਵਸਥਾ ਦੀ ਇਹ ਉੱਚ ਨਹੀਂ ਆਉਂਦੀ, ਕਿਸੇ ਉਹਦੇ ਭੰਗ ਹੁੰਦੇ ਨਾਲ ਇਹ ਚੀਜ਼ ਖਤਮ ਨਹੀਂ ਹੋ ਜਾਂਦੀ, ਕਿਉਂਕਿ ਪਰਮੇਸ਼ਵਰ ਨੇ ਇਹਨੂੰ ਵਿਵਸਥਾ ਦੇ ਲਈ ਨਹੀਂ ਦਿੱਤਾ ਸੀ। ਪਰਮੇਸ਼ਵਰ ਨੇ ਇਨਸਾਨ ਦੇ ਲਈ ਇਨਸਾਨ ਨੂੰ ਕਿਹਾ ਸੀਗਾ, ਕਿਉਂਕਿ ਪਰਮੇਸ਼ਵਰ ਨੇ ਸਾਰਾ ਕੁਛ ਬਣਾਇਆ ਸੀ। ਪਰਮੇਸ਼ਵਰ ਨੇ ਸਾਰੀ ਸ੍ਰਿਸ਼ਟੀ ਬਣਾਈ। ਜੇ ਆਪਾਂ ਉਹਦੀ ਆਗਿਆ ਦੇਖੀਏ, ਨਿਰਗਮਨ ਦੀ ਜਿਹੜੀਆਂ 10 ਆਗਿਆਵਾਂ ਨੇ, ਉਹਦਾ 20 ਅਧਿਆਏ ਆ, ਉਹਦੇ 'ਚ 8ਵੀਂ ਆਇਤ ਆ, ਆਪਾਂ ਉਹ 'ਚ ਦੇਖਦੇ ਹਾਂ ਜਿਹੜੀ ਆਗਿਆ ਜਿਹੜੀਆਂ ਦਿੱਤੀਆਂ ਹੋਈਆਂ ਪਰਮੇਸ਼ਵਰ ਨੇ ਸਿਨਾਈ ਪਰਬਤ ਦੇ ਉੱਤੇ ਮੂਸਾ ਨੂੰ ਦਿੱਤੀਆਂ ਸੀ। ਉਹਦੇ 'ਚ 10 ਆਗਿਆਵਾਂ ਨੇ। ਉਹ 10 ਆਗਿਆਵਾਂ ਤੀਜੀ ਆਗਿਆ ਤੋਂ ਸ਼ੁਰੂ ਹੁੰਦੀ ਹੈ, 20 ਦੀ ਤੀਜੀ ਤੋਂ ਲੈ ਕੇ ਤੇ 20 ਦੀ 17 ਤੱਕ। ਠੀਕ ਹੈ ਜੀ, ਤੀਜੀ ਤੋਂ ਲੈ ਕੇ 17 ਤੱਕ ਇਹ 14 ਆਇਤਾਂ ਨੇ ਜਿਹੜੀਆਂ 10 ਆਗਿਆਵਾਂ ਨੂੰ ਡਿਫਾਈਨ ਕਰਦੀਆਂ। ਪਹਿਲੀ ਆਗਿਆ ਤੋਂ ਲੈ ਕੇ ਚੌਥੀ ਆਗਿਆ ਪਰਮੇਸ਼ਵਰ ਦੇ ਨਾਲ ਰਿਲੇਟਡ ਹੈ ਨਾ, ਤੇ ਬਾਕੀ ਜਿਹੜੇ 6 ਆਗਿਆ ਨੇ ਇਹ ਸੰਸਾਰ ਨਾਲ ਰਿਲੇਟਡ ਨੇ। ਜਿਸ ਤਰੀਕੇ ਨਾਲ ਪਰਮੇਸ਼ਵਰ ਨੇ 2 ਸ਼ਬਦਾਂ 'ਚ ਕਹਿਤਾ ਸੀ ਉਹਨੂੰ, ਯਿਸੂ ਮਸੀਹ ਨੇ ਇੱਕ ਆਉਣ ਵਾਲੇ ਬੰਦੇ ਨੂੰ, ਮੈਂ ਤੁਹਾਨੂੰ ਨਵੀਂ ਆਗਿਆ ਦਿੰਦਾ ਜਾਂ ਮੈਂ ਤੈਨੂੰ ਇੱਕ ਪ੍ਰਮੁੱਖ ਆਗਿਆ ਦਿੰਦਾ, ਦ ਗ੍ਰੇਟ ਕਮਾਂਡਮੈਂਟ, ਕਿ ਤੂੰ ਆਪਣੇ ਪਰਮੇਸ਼ਵਰ ਨੂੰ ਆਪਣੀ ਸਾਰੀ ਬੁੱਧੀ, ਆਪਣੇ ਸਾਰੇ ਤਨ, ਆਪਣੇ ਸਾਰੇ ਮਨ ਨਾਲ ਪ੍ਰੇਮ ਕਰ, ਤੇ ਪੜੋਸੀ ਨੂੰ ਆਪਣੇ ਵਾਂਗ ਪ੍ਰੇਮ ਕਰ। ਤੇ ਇਹ 2 ਆਗਿਆ, 10 ਆਗਿਆ ਨੂੰ 2 ਆਗਿਆ ਦੇ ਵਿੱਚ ਸਾਹਮਣੇ ਪੇਸ਼ ਕਰਤਾ ਸੀ। ਉਹ 10 ਆਗਿਆ, ਇਹਦੇ 'ਚ ਉਹੀ 10 ਆਗਿਆ ਨੇ। ਪਰਮੇਸ਼ਵਰ ਨੇ ਯਿਸੂ ਮਸੀਹ ਨੇ ਉੱਥੇ ਸਮਾਂ ਥੋੜਾ ਸੀਗਾ, ਇੱਕ ਤਰੀਕੇ ਦੇ ਨਾਲ ਉਹਨਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਕਿ ਪਰਮੇਸ਼ਵਰ ਨੂੰ ਪਹਿਲ ਦਿਓ, ਉਸ ਤੋਂ ਬਾਅਦ ਆਪਣੇ ਪੜੋਸੀ ਨੂੰ ਪਹਿਲ ਦਿਓ। ਉਹ 10 ਆਗਿਆਵਾਂ ਇਹ 'ਚ ਸਪਸ਼ਟ ਨੇ। ਪਹਿਲੀ ਆਗਿਆ ਕਿਹੜੀ ਹੈ? ਕਿ ਪਰਮੇਸ਼ਵਰ ਛੱਡ ਕੇ ਕਿਸੇ ਹੋਰ ਨੂੰ ਨਹੀਂ ਮੰਨਣਾ। ਈਸ਼ਵਰ ਤੁਸੀਂ ਮੰਨ ਨਹੀਂ ਸਕਦੇ। ਜੇ ਪਰਮੇਸ਼ਵਰ ਨੂੰ ਤਨ ਮਨ ਧਨ ਨਾਲ ਪ੍ਰੇਮ ਕਰਦੇ ਹੋ ਤਾਂ ਤੁਸੀਂ ਉਹਦੀ ਜਗ੍ਹਾ ਕਿਸੇ ਹੋਰ ਨੂੰ ਈਸ਼ਵਰ ਮੰਨੋਗੇ? ਨਹੀਂ ਮੰਨੋਗੇ। ਠੀਕ ਹੈ, ਤੁਸੀਂ ਉਹਦੇ ਲਈ ਮੂਰਤੀ ਘੜ ਕੇ ਬਣਾ ਸਕਦੇ ਹੋ, ਉਹ ਕਿ ਮੂਰਤੀ 'ਚ ਨਿਵਾਸ ਕਰਦਾ? ਕਦੀ ਵੀ ਨਹੀਂ ਕਰਦਾ। ਤੀਸਰੀ ਆਗਿਆ ਕਿ ਤੁਸੀਂ ਉਹਦਾ ਵਿਅਰਥ ਨਾਮ ਨਹੀਂ ਲੈਣਾ। ਆਪਣੇ ਹਾਸੇ ਮਜ਼ਾਕ ਵਿੱਚ, ਜਿਵੇਂ ਇੰਗਲਿਸ਼ ਫਿਲਮਾਂ 'ਚ ਤੁਸੀਂ ਦੇਖਦੇ ਹੋ, ਇੰਗਲਿਸ਼ ਲੋਕ ਗੱਲਾਂ ਕਰਦੇ ਨੇ, ਗੋਡ ਡੈਮਨ ਬੋਲਦੇ ਨੇ, ਉਹ ਬਹੁਤ ਹੀ ਜ਼ਿਆਦਾ ਪਰਮੇਸ਼ਵਰ ਨੂੰ ਅਪਸ਼ਬਦ ਬੋਲਦੇ ਨੇ, ਹੈ ਨਾ। ਤੇ ਉਹ ਇਹ ਚੀਜ਼ਾਂ ਨੇ ਕਿ ਵਿਅਰਥ ਨਾਮ ਪਰਮੇਸ਼ਵਰ ਦਾ ਨਹੀਂ ਲੈਣਾ। ਫਿਰ ਚੌਥੀ ਆਗਿਆ 'ਚ ਉਹ ਕਹਿੰਦਾ ਤੁਸੀਂ ਪਵਿੱਤਰ ਦਿਨ ਨੂੰ ਕਰਕੇ ਬਣਾਉਣਾ ਵਿਸ਼ਰਾਮ ਦਿਨ ਨੂੰ। ਠੀਕ ਹੈ, 6 ਦਿਨ ਤੁਸੀਂ ਕੰਮ ਕਰ ਲੈਣੇ, ਪਰ 7ਵਾਂ ਦਿਨ ਤੇਰੇ ਪਰਮੇਸ਼ਵਰ ਦਾ ਵਿਸ਼ਰਾਮ ਦਾ ਦੇਣਾ। ਉਸ ਤੋਂ ਕੋਈ ਕੰਮ ਨਹੀਂ ਕਰਨਾ, ਨਾ ਤੇਰਾ ਪੁੱਤਰ, ਨਾ ਤੇਰੀ ਪੁੱਤਰੀ, ਨਾ ਤੇਰਾ ਦਾਸ, ਨਾ ਤੇਰੀ ਦਾਸੀ, ਨਾ ਤੇਰਾ ਪਸ਼ੂ, ਨਾ ਕੋਈ ਤੇਰੇ ਘਰ 'ਚ ਠਹਿਰਿਆ ਹੋਇਆ ਪਰਦੇਸ਼ੀ। ਪਰ ਕਿਉਂਕਿ ਪਰਮੇਸ਼ਵਰ ਨੇ 6 ਦਿਨ 'ਚ ਆਕਾਸ਼ ਤੇ ਪ੍ਰਿਥਵੀ, ਸਮੁੰਦਰ, ਜੋ ਕੁਛ ਹੈ ਉਹ ਸਭ ਕੁਛ ਬਣਾ ਕੇ 7ਵੇਂ ਦਿਨ ਵਿਸ਼ਰਾਮ ਕੀਤਾ, ਤੇ ਜੋ ਉਹਨੇ ਵਿਸ਼ਰਾਮ ਦਿਨ ਨੂੰ ਆਸ਼ੀਸ਼ ਦਿੱਤੀ ਤੇ ਉਹਨੂੰ ਪਵਿੱਤਰ ਠਹਿਰਾਇਆ। ਉਹ ਕਹਿੰਦਾ ਮੈਂ ਪਵਿੱਤਰ ਹਾਂ, ਤੁਸੀਂ ਪਵਿੱਤਰ ਬਣੋ। ਠੀਕ ਹੈ ਜੀ, ਪਰਮੇਸ਼ਵਰ ਹੀ ਕਹਿੰਦਾ। ਨਾਲੇ ਪਰਮੇਸ਼ਵਰ ਨੇ, ਅਗਰ ਆਪਾਂ ਦੇਖੀਏ ਕਿ ਸਾਨੂੰ ਆਪਣੇ ਸਰੂਪ 'ਚ ਬਣਾਇਆ, ਆਪਣੇ ਸਰੂਪ 'ਚ, कि आओ हम मनुष्य के अपने स्वरूप बिल्कुल। और
ਇੱਥੇ ਅਗਰ ਆਪਾਂ ਦੇਖੀਏ 20:8 ਚ ਜਿੱਥੇ ਕਿ ਲਿਖਿਆ ਕਿ ਤੁਸੀਂ ਸਬਤ ਨੂੰ ਪਵਿੱਤਰ ਰੱਖਣਾ ਹੈ ਨਾ। ਸਮਝ ਰੱਖਣਾ। ਤੇ ਇੱਥੇ ਅਗਰ ਮੈਂ ਇੰਗਲਿਸ਼ ਬਾਈਬਲ ਚ ਪੜ੍ਹਾਂ ਜਾਂ ਤੁਸੀਂ ਹਿੰਦੀ ਬਾਈਬਲ ਚ ਕਿਸੇ ਵੀ ਬਾਈਬਲ ਚ ਲਿਖਿਆ ਕਿ ਰਿਮੈਂਬਰ ਸਟਾਰਟਿੰਗ ਚ ਲਿਖਿਆ हाँ जी, विश्राम दिन को पवित्र मानने के लिए स्मरण रखना। ਹੁਣ ਇੱਥੇ ਕੋਈ ਵੀ ਵਰਸ ਦੇ ਸਟਾਰਟਿੰਗ ਚ ਰਿਮੈਂਬਰ ਨਹੀਂ ਲਿਖਿਆ। यस, ਤੁਹਾਨੂੰ ਲੱਗਦਾ ਕਿ ਇਹ ਇੱਕ ਪ੍ਰੋਫੈਸੀ ਹੈ ਕਿ ਸ਼ਾਇਦ ਆਉਣ ਵਾਲੇ ਸਮੇਂ 'ਚ ਬੰਦਾ ਸਬਤ ਵਾਲੇ ਦਿਨ ਵਰਸ਼ਿਪ ਨਾ ਕਰੇ? ਉਹਨੂੰ ਭੁੱਲਣਾ ਜਾਵੇ, ਉਹਨੂੰ ਸ਼ਰਮ ਆਵੇ। ਕਿਉਂਕਿ 10 ਆਗਿਆ ਜੇ ਆਪਾਂ ਦੇਖੀਏ ਨਾ, ਸਾਰੇ ਚ ਲਿਖਿਆ ਇਹ ਨਹੀਂ ਕਰਨਾ, ਇਹ ਨਹੀਂ ਕਰਨਾ, ਇਹ ਨਹੀਂ ਕਰਨਾ, ਤੂੰ ਹੋਰ ਕਿਸੇ ਨੂੰ ਨਹੀਂ ਮੰਨਣਾ, ਤੂੰ ਮੂਰਤੀ ਨਹੀਂ ਪੂਜਾ ਨਹੀਂ ਕਰਨੀ, ਤੂੰ ਵਿਅਰਥ ਨਹੀਂ ਨਾਮ ਲੈਣਾ, ਕਿ ਤੂੰ ਆਪਣੇ ਮਾਤਾ ਪਿਤਾ ਦੀ ਉਹ ਬੁਰਾਈ ਨਹੀਂ ਕਰਨੀ ਹੈ ਨਾ, ਤੇ ਹੱਤਿਆ ਨਹੀਂ ਕਰਨੀ, ਵਿਭਚਾਰ ਨਹੀਂ ਕਰਨਾ, ਚੋਰੀ ਨਹੀਂ ਕਰਨੀ, ਪੜੋਸੀ ਦਾ ਸਾਖੀ ਨਹੀਂ ਦੇਣੀ, ਸਾਰਾ ਇਹ ਨਾ ਘਰ ਦਾ ਲਾਲਚ ਨਹੀਂ ਕਰਨਾ, ਨਾ 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 ਕੀਤਾ। ਇੱਕ ਆਗਿਆ ਚੋਂ ਕਹਿੰਦਾ ਯਾਦ ਰੱਖਣਾ, ਰਿਮੈਂਬਰ, ਯਾਦ ਰੱਖਣਾ। ਤੇ ਇੱਕ ਚੀਜ਼ ਹੋਰ ਵੀ ਇਸ ਦੌਰਾਨ ਜਦੋਂ ਇਹਨੂੰ ਦੇਖੇ ਨਾ 10 ਆਗਿਆਂ ਦੇ ਵਿੱਚ ਜਿਹੜੀ ਚੌਥੀ ਆਗਿਆ ਸਭ ਤੋਂ ਵੱਡੀ ਆ, ਰਾਈਟ, ਸਭ ਤੋਂ ਜ਼ਿਆਦਾ ਲਿਖੀ ਹੋਈ, ਕਿਉਂਕਿ ਇਹ 8ਵੀਂ ਆਇਤ ਤੋਂ ਸ਼ੁਰੂ ਹੁੰਦੀ ਹੈ ਤੇ ਇਹ ਜਾ ਕੇ ਖਤਮ ਹੁੰਦੀ ਹੈ 11 ਤੇ 3 ਆਇਤਾਂ ਇਹਦੇ ਵਿੱਚ ਆ ਜਾਂਦੀਆਂ ਨੇ। ਠੀਕ ਹੈ, ਇਹ ਸਭ ਤੋਂ ਵੱਡੀ ਆਇਤ ਆ। ਜਿਹੜੀ ਹੈਗੀ ਆ ਚੌਥੀ ਆਗਿਆ ਹੈਗੀ ਇਹਦੇ ਵਿੱਚ ਸ਼ਬਦ ਦੇ ਬਾਰੇ ਕਿਹਾ ਗਿਆ। ਇਹਦੇ ਚ ਇੱਕ ਹੋਰ ਡਿਫਾਈਨ ਹੁੰਦੀ ਚੀਜ਼, ਉਹ ਕਹਿੰਦਾ ਕਿ ਪਰਮੇਸ਼ਵਰ ਨੇ ਜਿਹਨੇ ਸਾਰਾ ਕੁਝ ਬਣਾਇਆ, ਕ੍ਰੀਏਟਰ, ਇੱਥੇ ਕ੍ਰੀਏਟਰ ਗੋਡ ਪ੍ਰਸਤੁਤ ਹੋ ਰਿਹਾ, ਸਾਡੇ ਸਾਹਮਣੇ ਪੇਸ਼ ਹੋ ਰਿਹਾ ਕਿ ਕ੍ਰੀਏਟਰ ਗੋਡ ਨੇ ਸਾਰਾ ਕੁਝ ਬਣਾਇਆ। ਇਹ ਲਿਖਿਆ ਹੋਇਆ 11 आयत ਵਿੱਚ, क्योंकि यहोवा ने 6 दिन में आकाश और पृथ्वी समुद्र जो कुछ उसमें उस सब को बनाया और 7वें दिन विश्राम किया। इट मीन्स 7वां दिन विश्राम करने वाला खुदा क्रिएटर है ना, वो विश्राम देने वाला खुदा वो क्रिएटर है, वो यहोवा परमेश्वर है। तो वो साडा क्रिएटर होने की निशानी है साडी सैबत। जे हिजकियल दी 20 अध्याय च लिखा है कि परमेश्वर ने तुहाडे ते मेरे दे विच चिन्ह दिता सब्त, कि तुसीं मेरे बनाए होए ठहरो ਤੇ ਮੈਂ ਤੁਹਾਡਾ ਬਣਾਉਣ ਵਾਲਾ ਠਹਿਰਾਂ। ਯਾਨੀ ਕਿ ਇੱਕ ਸਬਤ ਇੱਕ ਨਿਸ਼ਾਨੀ ਹੈ ਸਾਡੇ ਕ੍ਰੀਏਟਰ ਦੀ, ਜਿਹਨੂੰ ਬਦਲਿਆ ਨਹੀਂ ਜਾ ਸਕਦਾ, ਜਿਹਨੂੰ ਕਿਸੇ ਹੋਰ ਦਿਨ ਦੇ ਨਾਲ ਤਬਦੀਲ ਨਹੀਂ ਕੀਤਾ ਜਾ ਸਕਦਾ। ਪੂਰੀ ਬਾਈਬਲ ਦੇ ਵਿੱਚ ਉਤਪਤੀ ਦੀ ਇੱਕ ਅਧਿਆਇ ਤੋਂ ਲੈ ਕੇ ਰੈਵੋਲੂਸ਼ਨ ਦੇ ਆਖਰੀ ਅਧਿਆਇ ਤੱਕ ਤੁਸੀਂ ਕਿਤੇ ਵੀ ਨਹੀਂ ਦੇਖੋਗੇ ਕਿ ਪਰਮੇਸ਼ਵਰ ਨੇ ਉਹਦੇ ਜੀ ਉੱਠਣ ਵਾਲੇ ਦਿਨ ਨੂੰ ਵੱਡਾ ਕੀਤਾ, ਜਾਂ ਹਫਤੇ ਦੇ ਪਹਿਲੇ ਦਿਨ ਨੂੰ ਉਹਨੇ ਕਹਿਤਾ ਕਿ ਇਹ ਮੈਂ ਸੈਂਟੀਫਾਈ ਕੀਤਾ, ਇਹ ਮੈਂ ਅਲੱਗ ਕੀਤਾ, ਮੈਂ ਇਹਨੂੰ ਅਸ਼ੀਸ਼ਿਤ ਕੀਤਾ, ਇਹ ਮੇਰਾ ਸਬਤ ਹੈ, ਤੁਸੀਂ ਇਹਨੂੰ ਕਦੀ ਵੀ ਨਹੀਂ ਛੱਡਣਾ। ਜਾਂ ਆਕਾਸ਼, ਨਵੀਂ ਸ੍ਰਿਸ਼ਟੀ, ਨਵੇਂ ਆਕਾਸ਼ ਵਿੱਚ ਮੈਂ ਆਪਣੇ ਜੀ ਉੱਠਣ ਵਾਲੇ ਦਿਨ ਤੁਸੀਂ ਮੇਰੇ ਕੋਲ ਦੰਡਵਤ ਕਰਨਾ ਹੋਗੀ, ਉਹਨੇ ਕਦੀ ਨਹੀਂ ਕਿਹਾ। ਇੱਕ ਜਗ੍ਹਾ ਹੋਰ ਜਿਸ ਨੂੰ ਅਸੀਂ ਨੇ ਬੜੀ ਵਧੀਆ ਗੱਲ ਆਖੀ ਸੀ, ਮੱਤੀ 24:20 ਚ ਕਹਿੰਦਾ, ਚਲੋ ਅਸੀਂ ਮੱਤੀ 24:20 ਕੱਢ ਹੀ ਲੈਂਦੇ ਹਾਂ। ਹਾਂਜੀ, ਉਹ ਕਹਿੰਦਾ ਕਿ ਸਮਰਨ ਕਰੋ, ਯਾਦ ਰੱਖੋ ਕਿ ਤੁਹਾਨੂੰ ਕਿਤੇ ਧਿਆਨ ਰੱਖੋ ਕਿ ਤੁਹਾਨੂੰ ਸਰਦ ਰੁੱਤੂ ਤੇ ਸੈਬਤ ਵਾਲੇ ਦਿਨ ਭੱਜਣਾ ਪੈ ਜਾਏ। वो कतों कह रहा है कि सब्त वाले दिन प्रार्थना करो, 24 दिन प्रार्थना करो कि तुम्हें शीत ऋतु या सब्त के दिन भागना ना पड़े, क्योंकि वो भविख ਨੂੰ ਦੱਸ ਰਿਹਾ ਹੈ ਕਿ ਤੁਸੀਂ ਛੱਡ ਕੇ ਭੱਜ ਨਾ ਜਾਇਓ, ਕਿ ਸਬਤ ਨੂੰ ਨਾ ਭੱਜਿਓ ਕਿਤੇ, ਕਿ ਜਾਂ ਜਦੋਂ ਤੁਹਾਡੇ ਉੱਪਰ ਆਕਰਮਣ ਹੋਣਾ, ਜਦੋਂ ਇਹ ਪ੍ਰੋਫੈਸੀ ਹੈਗੀ ਹੈ, ਇਹ ਅਸੀਂ ਕਦੀ ਇਹਦੇ ਬਾਰੇ ਫਿਰ ਕਦੀ ਗੱਲ ਕਰਾਂਗੇ ਕਿ ਕਿੱਦਾਂ ਯਿਸੂ ਮਸੀਹ ਨੇ ਜਦੋਂ ਉਹਨੂੰ ਦੇਖਿਆ ਸੀਗਾ ਪੂਰੇ ਯਰੂਸ਼ਲਮ ਨੂੰ, ਤਾਂ ਰੋਇਆ ਹੀ ਵੇਖ ਕੇ, ਕਿ ਉਹ ਇਸ ਕਰਕੇ ਨਹੀਂ ਰੋਇਆ, ਇਹਨੂੰ ਪਤਾ ਹੀ ਇਹ ਉਜੜ ਜਾਣੀ ਹੈ, ਸਾਰੀ ਨਗਰੀ ਇਹ ਉਜਾੜੀ ਜਾਣੀ ਹੈ, ਕਤਲਿਆਂ ਮਚਣਾ, ਕਿਉਂਕਿ ਸਾਰੇ ਲੋਕਾਂ ਨੇ ਕਹਿਤਾ ਸੀ ਕਿ ਇਹਦਾ ਪਾਪ ਸਾਡੇ ਬੱਚਿਆਂ ਤੇ ਪਾ ਦੇ, ਤੇ ਇਹਨਾਂ ਦੇ ਬੱਚਿਆਂ ਨੂੰ ਮਾਰਨਾ, ਰੋਮੀ ਸਾਮਰਾਜ ਨੇ ਕਤਲ ਕਰਨਾ। ਤੇ ਉਦੋਂ ਜਦੋਂ ਭੱਜਣਾ ਪੈਣਾ ਇਹਨਾਂ ਨੂੰ, ਤੇ ਉਹ ਭੱਜਣ, ਉਹ ਉਦੋਂ ਠੰਡ ਵੀ ਨਾ ਹੋਵੇ, ਕਿਤੇ ਠੰਡ 'ਚ ਮਰਨਾ ਜਾਂ, ਤੇ ਕਿਤੇ ਉਦੋਂ ਸੈਬਤ ਭੰਗਣਾ ਕਰ ਦੇਣਾ, ਸਬਤ ਨੂੰ ਪਰਮੇਸ਼ਰ ਦੇ ਘਰ 'ਚ ਜਾ ਕੇ ਪ੍ਰਾਰਥਨਾ ਕਰਦੀ ਵੀ ਆਏ, ਇਹ ਦੌੜੇ ਭੱਜੇ ਫਿਰਦੇ ਹੋਣ, ਇਸ ਕਰਕੇ ਉਹ ਦਿਨ ਸਬਤ ਵਾਲਾ ਦਿਨ ਇਹਨਾਂ ਉੱਤੇ ਨਾ ਆਵੇ। ਜਿਸ ਅਸੀਂ ਗੱਲ ਕਰਦੇ ਹਾਂ ਕਿ ਆਪਾਂ ਗੱਲ ਪਰਮੇਸ਼ਰ ਇਹ ਕਿਹਾ ਕਿਉਂ ਰਹੇ ਨੇ, ਕਿਉਂਕਿ ਉਹਨਾਂ ਦੇ ਉੱਠਣ ਤੋਂ ਬਾਅਦ ਭੱਜਣਾ ਪਏ। ਤੇ ਉਹ ਇਹ ਨਹੀਂ ਕਹਿ ਰਹੇ ਕਿ ਵੀ ਮੇਰੇ ਜੀ ਉੱਠਣ ਵਾਲੇ ਦਿਨ ਤੁਹਾਨੂੰ ਭੱਜਣਾ ਨਾ ਪੈ ਜਾਏ ਕਿਤੇ, ਜਾਂ ਹਫ਼ਤੇ ਦੇ ਪਹਿਲੇ ਦਿਨ ਤੁਹਾਨੂੰ ਕਿਤੇ ਭੱਜਣਾ ਨਾ ਪੈ ਜਾਏ। ਉਹ ਇੱਥੇ ਫਿਰ ਕਹਿ ਰਹੇ ਨੇ ਕਿ ਸਬਤ ਵਾਲੇ ਦਿਨ ਤੁਹਾਨੂੰ ਭੱਜਣਾ ਨਾ ਪਵੇ। ਜਿਹੜੀ ਸਬਤ ਹੈ ਤੇ ਸਬਤਾਂ 'ਚ ਬਹੁਤ ਫਰਕ ਹੈ। ਬਿਲਕੁਲ, ਤੁਸੀਂ ਜੇਕਰ ਵਿਵਸਥਾਵਰਨ ਦੀ ਪੂਰੀ ਕਿਤਾਬ ਪੜ੍ਹੋਗੇ ਤੇ ਤੁਹਾਨੂੰ ਉਹਦੇ 'ਚ ਸਾਰੀਆਂ ਸਬਤਾਂ ਦੇ ਬਾਰੇ ਤੇ ਸਾਰੀਆਂ ਉਹਨਾਂ ਦੇ ਬਾਰੇ ਆਪਣੇ ਪਤਾ ਲੱਗ ਜਾਏਗਾ ਕਿ ਪਰਮੇਸ਼ਵਰ ਨੇ ਕਈ ਜਗ੍ਹਾ ਤੇ ਕਿਹਾ ਇਹ ਤੁਹਾਡੇ ਲਈ ਵਿਸ਼ਰਾਮ ਦਾ ਦਿਨ ਹੈ, ਇਹ ਤੁਹਾਡੇ ਲਈ ਸਬਤ ਦਾ ਦਿਨ ਹੋਵੇ, 8ਵਾਂ ਦਿਨ, ਕਈ ਜਗ੍ਹਾ 11ਵਾਂ ਦਿਨ ਆਉਂਦਾ, ਕਈ ਜਗ੍ਹਾ 17ਵਾਂ ਦਿਨ ਆਉਂਦਾ। ਫਸੀ ਦਾ ਪਰਵ ਕਿਹੜੇ ਦਿਨ ਵੀ ਆਵੇ ਉਹ ਤੁਹਾਡੇ ਲਈ ਸਬਤ ਦਾ ਦਿਨ ਹੋਵੇ, ਹੈ ਨਾ। ਇਸ ਤਰੀਕੇ ਨਾਲ ਉਹ ਕੁਛ ਸਬਤਾਂ ਠਹਿਰਾਈਆਂ ਸੀਗੀਆਂ। ਨਵੇਂ ਚੰਦ ਵਾਲੇ ਦਿਨ ਸਬਤ ਹੋਏਗੀ, ਠੀਕ ਹੈ, ਉਹ ਨਵੇਂ ਸਬਤ ਦਿਨ ਸੇਨ ਬੁੱਧ ਪਹਿਲੇ ਦਿਨ ਵੀ ਆ ਸਕਦਾ, ਤੀਜੇ ਦਿਨ ਵੀ ਆ, ਚੌਥੇ ਦਿਨ ਵੀ ਆ ਸਕਦਾ, ਹੈ ਉਹ। ਪਰ ਜਿਹੜੀ ਸ੍ਰਿਸ਼ਟੀ ਵਾਲਾ ਸਬਤ ਸੀ, ਜਿਹੜੇ 6 ਦਿਨ ਕੰਮ ਕਰਕੇ 7ਵਾਂ ਦਿਨ ਵਿਸ਼ਰਾਮ ਕਰਨ ਵਾਲਾ ਸਬਤ, ਜੋ ਸਨਾਤਨ ਸਬਤ ਸੀਗਾ, ਜਿਹਨੂੰ ਪ੍ਰਭੂ ਯਿਸੂ ਮਸੀਹ ਨੇ ਵੀ ਪਾਲਣ ਕੀਤਾ, ਜਿਹਦੇ ਬਾਰੇ ਦੱਸਿਆ ਲੂਕਾ ਦੀ 4 ਅਧਿਆਇ 'ਚ ਦੇਖੋ, ਤੁਸੀਂ ਮਾਰਕਸ ਦੀ ਪਹਿਲੇ ਅਧਿਆਇ ਦੇਖੋ, ਜਿਸ 'ਚ ਆਪਣੀ ਰੀਤੀ ਦੇ ਅਨੁਸਾਰ ਉਹ ਸਬਤ ਵਾਲੇ ਦਿਨ ਆਰਾਧਨਾਲय 'ਚ ਜਾਂਦਾ ਹੀ ਪ੍ਰਚਾਰ ਕਰਦਾ ਸੀਗਾ। ਤੇ ਇੱਕ ਜਗ੍ਹਾ ਤੇ
ਜ਼ਿਕਰ ਆਉਂਦਾ ਕਿ ਉਹਦੇ ਚੇਲੇ ਜਦੋਂ ਸਬਤ ਵਾਲੇ ਦਿਨ ਉਹਦੇ ਤੋੜ ਕੇ ਸਿੱਟੇ ਕੰਡ ਦੇ ਸਿੱਟੇ ਤੋੜ ਕੇ ਖਾਣ ਲੱਗ ਪੈਂਦੇ ਨੇ ਤੇ ਉਹਨੂੰ ਕਹਿੰਦੇ ਤੇਰੇ ਚੇਲੇ ਸਬਤ ਵਾਲੇ ਦਿਨ ਪਰਵਾਹ ਨਹੀਂ ਕਰਦੇ। ਉਹ ਸਬਤ ਨੂੰ ਬੋਝ ਨਹੀਂ ਬਣਾਉਣਾ ਚਾਹੁੰਦਾ ਹੈ ਜਦੋਂ ਜੋ ਕਿ ਯਹੂਦੀ ਬਣਾ ਚੁੱਕੇ ਸੀ। ਇੱਥੇ ਆਪਾਂ ਦੇਖੀਏ ਕਿ ਪਰਮੇਸ਼ਵਰ ਨੇ ਸਬਤ ਨੂੰ ਪਵਿੱਤਰ ਠਹਿਰਾਇਆ। ਹਾਂ, ਪਰਮੇਸ਼ਵਰ ਚਾਹੁੰਦਾ ਕਿ ਆਪਾਂ ਆਨੰਦਿਤ ਹੋਈਏ, ਨੰਦਿਤ ਹੋ। ਜਿੱਦਾਂ ਕਿ ਆਇਜ਼ਾਇਆ 'ਚ ਲਿਖਿਆ ਹੈ ਨਾ, ਯਸ਼ਾਇਆ 'ਚ ਲਿਖਿਆ ਹੈ ਕਿ ਆਨੰਦਿਤ ਹੋ ਤੁਸੀਂ ਸਬਤ ਵਾਲੇ ਦਿਨ। ਹਾਂ, ਤੇ ਸਬਤ ਸਾਡੇ ਲਈ ਬੋਝ ਨਹੀਂ ਹੈ। ਬੋਝ ਨਹੀਂ ਹੈ ਜੀ, ਉਹ ਸਾਡੇ ਲਈ ਉਹ ਹੈ। ਮੈਨੂੰ ਇੱਕ ਬੰਦਾ ਕਹਿੰਦਾ ਯਾਰ ਤੁਸੀਂ ਸਬਤ ਦਾ ਪਾਲਣ ਤਾਂ ਕਰਦੇ ਕਿ ਤੁਹਾਨੂੰ ਸਬਤ ਕਰਕੇ ਮੁਕਤੀ ਮਿਲਣੀ। ਮੈਂ ਕਿਹਾ ਨਹੀਂ, ਮੈਂ ਸਬਤ ਦਾ ਪਾਲਣ ਇਸ ਕਰਕੇ ਨਹੀਂ ਕਰਦਾ ਕਿ ਮੈਨੂੰ ਸਬਤ ਵਾਲੇ ਦਿਨ ਮੁਕਤੀ ਮਿਲਣੀ। ਮੈਂ ਸਬਤ ਦਾ ਪਾਲਣ ਤਾਂ ਕਰਦਾ ਕਿ ਮੈਨੂੰ ਮੁਕਤੀ ਮਿਲ ਚੁੱਕੀ, ਮੈਂ ਤਾਂ ਸਬਤ ਦਾ ਪਾਲਣ। ਮੈਨੂੰ ਪਰਮੇਸ਼ਵਰ ਨੇ ਵਿਸ਼ਰਾਮ ਦਿੱਤਾ ਤੇ ਮੈਂ ਧੰਨਵਾਦ ਆਨੰਦਿਤ ਹੁੰਦਾ ਮੈਂ ਉਹਨੂੰ ਬੋਝ ਨਹੀਂ ਸਮਝਦਾ। ਜੇ ਮੈਂ ਬੋਝ ਸਮਝਾਂਗਾ ਤਾਂ ਮੇਰੇ ਲਈ ਉਹ ਮੇਰੇ ਲਈ ਬੋਝ ਹੈ, ਮੇਰੇ ਲਈ ਉਹ ਭਾਰ ਹੈ ਜਿਸ 'ਚ ਮੈਨੂੰ ਬਾਹਰ ਕੱਢਤਾ। ਮੈਨੂੰ ਯਿਸੂ ਮਸੀਹ ਨੇ ਤੇ ਆਪਣੇ ਕਰੂਸ ਉੱਤੇ ਕੁਰਬਾਨੀ ਦੇ ਕੇ ਤੇ ਮੈਨੂੰ ਅਹਿਸਾਸ ਕਰਾਤਾ ਕਿ ਮੈਂ ਤੇਰੇ ਲਈ ਆਪਣੀ ਕੁਰਬਾਨੀ ਦਿੱਤੀ, ਹੁਣ ਤੂੰ ਹੈ। ਤੇ ਮੇਰਾ ਪਰਮੇਸ਼ਵਰ ਮੈਨੂੰ ਕਹਿੰਦਾ ਕਿ ਮੈਂ ਤੇਰਾ ਸ੍ਰਿਸ਼ਟੀ ਕਰਤਾ ਹਾਂ ਤੇ ਮੈਂ ਸ੍ਰਿਸ਼ਟੀ ਕਰਤਾ ਦੀ ਨਿਸ਼ਾਨੀ ਆ ਦਿੱਤੀ ਹੋਈ ਤੈਨੂੰ। ਤੇ ਮੇਰੇ ਲਈ ਪਰਮੇਸ਼ਵਰ ਦੀ ਸ੍ਰਿਸ਼ਟੀ ਕਰਤਾ ਨਿਸ਼ਾਨੀ ਸਬਤ ਹੈ ਤੇ ਮੇਰੇ ਲਈ ਉਹ ਖੁਦ ਆ ਕੇ ਧਰਤੀ ਤੇ ਸਰਬ ਦੇ ਕਰੂਸ ਤੇ ਕੁਰਬਾਨ ਹੋ ਗਿਆ ਤੇ ਮੇਰੀ ਜਿਹੜੀ ਉਹਨੇ ਉਹ ਪੂਰੀ ਕਰਤੀ। ਆਪਾਂ ਜੇ ਪ੍ਰਕਾਸ਼ਿਤ ਵਾਕਿਆ ਦੀ ਕਿਤਾਬ 'ਚ ਦੇਖੀਏ ਨਾ, ਬੜੀ ਇੰਪੋਰਟੈਂਟ ਪ੍ਰੋਫੈਸੀ ਹੈ, ਬਹੁਤ ਹੀ ਇੰਪੋਰਟੈਂਟ। 14 ਅਧਿਆਇ ਦੇਖੀਏ, ਉਹਦੇ 'ਚ ਪਰਮੇਸ਼ਵਰ ਦੇ ਮੇਮਣੇ ਬਾਰੇ ਜ਼ਿਕਰ ਹੈ, 1,47,000 ਪਵਿੱਤਰ ਲੋਕਾਂ ਦੇ ਬਾਰੇ ਜ਼ਿਕਰ ਹੈ। ਉਹਦੇ ਬਾਰੇ ਵੀ ਵੀਡੀਓ ਬਣਾਵਾਂਗੇ ਬਾਅਦ ਵਿੱਚ। ਫਿਰ 3 ਸਵਰਗਦੂਤਾਂ ਦਾ ਜਿਹੜਾ ਐਲਾਨ ਹੈਗਾ ਸ੍ਰਿਸ਼ਟੀ ਦੇ ਆਖਿਰ ਦੇ ਵਿੱਚ ਇਹ ਹੋਣਾ। ਅਸੀਂ ਦੱਸਦੀ ਕਿ ਲਾਸਟ ਵਾਲੇ ਸਮੇਂ 'ਚ 3 ਸਵਰਗਦੂਤਾਂ ਦਾ ਫਰਮਾਨ ਹੋਇਆ। ਇਹ 3 ਸਵਰਗਦੂਤਾਂ ਦੇ ਵਿੱਚ ਵੀ ਜੇਕਰ ਪਹਿਲਾ ਸਵਰਗਦੂਤ ਕੀ ਕਹਿੰਦਾ, ਪਰਮੇਸ਼ਵਰ ਤੋਂ ਡਰੋ, ਉਹਦੀ ਮਹਿਮਾ ਕਰੋ ਕਿਉਂਕਿ ਉਹਦਾ ਨਿਆਂ ਆ ਚੁੱਕਿਆ। ਕਿਹਦਾ ਨਿਆਂ? ਜਿਸ ਨੇ ਸਵਰਗ, ਪ੍ਰਿਥਵੀ ਔਰ ਸਮੁੰਦਰ ਔਰ ਜਲ ਕੇ ਸੋਤੇ ਬਣਾਏ। ਸੇਮ ਇਹੀ ਲਫ਼ਜ਼ ਨਿਰਗਮਨ ਦੀ ਕਿਤਾਬ 20:11 'ਚ ਲਿਖਿਆ ਕਿ ਸਬਤ ਦਾ ਪਾਲਣ ਕਿਉਂ ਕਰੋ ਕਿਉਂਕਿ ਇਹ ਸਾਡਾ ਕ੍ਰੀਏਟਰ ਹੈ। ਕ੍ਰੀਏਟਰ ਹੈ ਜਿਹਨੇ ਪ੍ਰਿਥਵੀ, ਸਮੁੰਦਰ, ਜਲ ਦੇ ਸਾਰੇ ਸੋਤੇ ਬਣਾਏ। ਉਹ ਪਰਮੇਸ਼ਵਰ ਦਾ, ਕ੍ਰੀਏਟਰ ਦਾ। ਉਹਨੂੰ ਭੁਲਾਓ ਨਾ। ਜੇਕਰ ਅਸੀਂ ਕ੍ਰੀਏਟਰ ਦੀ ਦਿੱਤੀ ਹੋਈ ਚੀਜ਼ ਦੀ ਨਿਸ਼ਾਨੀ ਛੱਡ ਦਾਂਗੇ ਤੇ ਫਿਰ ਆਪਾਂ ਉਹਨੂੰ ਭੁਲਾਉਣ ਦੀ ਕੋਸ਼ਿਸ਼ ਕਰਾਂਗੇ, ਉਹਦੀ ਜਗ੍ਹਾ ਚੇਂਜ ਕਰ ਦਾਂਗੇ। ਡੈਨੀਅਲ ਦੇ ਵਿੱਚ ਲਿਖਿਆ ਹੈ ਕਿ ਜਿਹੜਾ ਉਹ ਹੈਗਾ ਇੱਕ ਜਾਨਵਰ ਹੈਗਾ, ਉਹ ਕਈ ਕਾਲਾਂ 1 2 3 3.5 ਕਾਲਾਂ ਤੱਕ ਉਹਦੇ ਅਧੀਨ ਕਰ ਦਿੱਤਾ ਜਾਏਗਾ, ਹੈਨਾ। ਤੇ ਉਹ ਪਰਮੇਸ਼ਵਰ ਦੀ ਵਿਵਸਥਾ ਨੂੰ ਬਦਲਣ ਦੀ ਕੋਸ਼ਿਸ਼ ਕਰੇਗਾ, ਇੱਥੋਂ ਤੱਕ ਕਿ ਬਦਲ ਦੇਵੇਗਾ, ਨਾ। ਇਹ ਜ਼ਿਕਰ ਆਉਂਦਾ, ਇਹ ਵੀ ਬੜਾ ਵੱਡਾ ਜ਼ਿਕਰ ਹੈਗਾ। ਇਹਦੇ ਲਈ ਸਾਨੂੰ ਬਹੁਤ ਲੰਬੀ ਵੱਖਰੀ ਵੀਡੀਓ ਬਣਾਉਣੀ ਪੈ ਸਕਦੀ ਹੈ। ਪਰ ਵੇਖਣ ਵਾਲੀ ਗੱਲ ਇਹ ਆ ਕਿ ਇਹ ਜਿਹੜਾ ਪ੍ਰਕਾਸ਼ਿਤ ਵਾਕਿਆ ਦੀ 14 ਅਧਿਆਇ ਦੇ ਵਿੱਚ ਇਹ 'ਚ 12 ਲਾਈਨ 'ਚ ਲਿਖੀ ਹੋਈ ਹੈ, ਪਵਿੱਤਰ ਲੋਗੋਂ ਕਾ, ਜਿਹੜੇ ਆਖਰ ਜਿਹੜੇ ਪਵਿੱਤਰ ਲੋਕ ਠਹਿਰੇ ਜਾਣੇ ਨੇ, ਜਿਹੜੇ ਪਰਮੇਸ਼ਵਰ ਦੇ ਘਰ 'ਚ ਜਾਣੇ ਨੇ, ਠੀਕ ਹੈ। ਉਹ ਕੈਥੋਲਿਕ, ਪ੍ਰੋਟੈਸਟੈਂਟ ਕਿਹੜੇ ਵੀ ਹੈਗੇ ਨੇ, ਉਹ ਪਰਮੇਸ਼ਵਰ ਨੇ ਉਹਨਾਂ ਦਾ ਨਿਆਂ ਕਰਨਾ। ਮੈਂ ਨਿਆਂ ਜਾਂ ਤੁਸੀਂ ਨਿਆਂ ਨਹੀਂ ਕਰਨਾ, ਜਾਂ ਕਿਸੇ ਪਾਸਟਰ ਨੇ ਨਿਆਂ ਨਹੀਂ ਕਰਨਾ, ਉਹਦਾ ਨਿਆਂ ਖੁਦਾ ਨੇ ਕਰਨਾ। ਉਹਦੇ ਬਾਰੇ ਕਹਿੰਦਾ ਪਵਿੱਤਰ लोगों का जो परमेश्वर की आज्ञाओं को मानते और यीशु पर विश्वास रखते हैं दरिया इसी में। पवित्र लोग कौन ने? ਜਿਹੜੇ ਪਰਮੇਸ਼ਰ ਦੀ ਆਗਿਆ ਨੂੰ ਮੰਨਦੇ ਤੇ ਯੀਸ਼ੂ ਦਾ ਵਿਸ਼ਵਾਸ ਕਰਦੇ। ਜਿਹੜੀ ਮੈਂ ਗੱਲ ਦੱਸੀ ਤੁਹਾਨੂੰ ਕਿ ਪਰਮੇਸ਼ਰ ਦੀਆਂ ਆਗਿਆਵਾਂ 10 ਆਗਿਆਵਾਂ ਨੂੰ ਮੰਨਣਾ ਤੇ ਯੀਸ਼ੂ ਦਾ ਵਿਸ਼ਵਾਸ ਰੱਖਣਾ। ਨਾਲੇ ਇੱਕ ਹੋਰ ਵਰਸ ਹੈ ਬਾਈਬਲ 'ਚ ਬੜੀ ਇੰਪੋਰਟੈਂਟ ਹੈ। ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਅਗਰ ਤੁਸੀਂ ਮੈਨੂੰ ਪ੍ਰੇਮ ਕਰਦੇ ਹੋ, ਅਗਰ ਪਿਆਰ ਰੱਖਦੇ ਹੋ, ਯੂਹੰਨਾ ਦੀ ਕਿਤਾਬ 'ਚ, ਹਾਂਜੀ, ਤੁਸੀਂ ਮੇਰੀ ਆਗਿਆ ਦਾ ਪਾਲਣ ਕਰੋਗੇ। ਸਹੀ ਗੱਲ। ਇਹ ਜਿਹੜਾ ਹੈਗਾ ਨਾ ਆਗਿਆ ਪਾਲਣ ਤੇ ਯੀਸ਼ੂ ਦਾ ਵਿਸ਼ਵਾਸ, ਇੱਕ ਸਿੱਕਾ ਹੈ। ਉਹ ਇੱਕੋ ਸਿੱਕੇ ਦੇ ਦੋ ਪਹਿਲੂ ਨੇ। ਇੱਕ ਪਾਸੇ ਲਿਖਿਆ ਹੁੰਦਾ ਕਿ ਕਿੰਨੇ ਰੁਪਈਏ ਨੇ, ਇੱਕ ਸਿੱਕਾ ਹੁੰਦਾ ਕਿਸੇ ਦਾ। ਇੱਕ ਪਾਸੇ ਉਹ ਸਿੱਕਾ ਕਿਹਦੇ ਵੱਲੋਂ ਬਣਾਇਆ ਗਿਆ, ਉਸ ਰਾਜੇ ਦੀ ਜਾਂ ਉਸ ਅੰਪਾਇਰ ਦੇ ਸਮੇਂ ਦੀ ਜਾਂ ਉਹਦੀ ਜਾਂ ਸਾਡੇ ਹਿੰਦੁਸਤਾਨ ਦੀ ਕੁਛ ਮੋਹਰ ਲੱਗੀ ਹੁੰਦੀ ਹੈ। ਦੂਜੇ ਪਾਸੇ 1 ਰੁਪਈਆ, 2 ਰੁਪਈਏ ਜਾਂ 5 ਰੁਪਏ ਦਾ ਨਿਸ਼ਾਨ ਦਿੱਤਾ ਗਿਆ ਹੁੰਦਾ। ਜੇ ਦੋਨੋਂ ਜੋ ਕਿਸੇ ਪਾਸੋਂ ਵੀ ਜੇ ਮੋਹਰ ਵੀ ਖੁੰਝ ਜਾਵੇ ਤੇ ਜਾਂ ਰੁਪਈਆ ਜਿੱਥੇ ਇੱਕ ਲਿਖਿਆ ਉਹ ਸਾਫ਼ ਹੋਵੇ ਪਾਸਾ ਤੇ ਇੱਕ ਪਾਸਾ ਹੋਵੇ ਤੇ ਉਹ ਖੋਟਾ ਸਿੱਕਾ ਕਹਿਲਾਇਆ ਜਾਏਗਾ। ਉਹ ਸਿੱਕਾ ਤਾਂ ਚੱਲੇਗਾ ਦੋਵੇਂ ਪਾਸੇ ਪ੍ਰਿੰਟਡ ਹੋਏਗਾ। ਜੇ ਇੱਕ ਪਾਸਾ ਵੀ ਖਰਾਬ ਹੋਇਆ ਤਾਂ ਉਹ ਚੱਲਣਾ ਨਹੀਂ ਹੈ। ਇਸ ਕਰਕੇ ਜੇ ਅਸੀਂ ਇਕੱਲੇ ਯੀਸ਼ੂ ਦਾ ਵਿਸ਼ਵਾਸ ਲਈਏ ਤੇ ਪਰਮੇਸ਼ਰ ਦੀ ਆਗਿਆ ਦਾ ਪਾਲਣ ਨਾ ਕਰੀਏ ਤਾਂ ਫਿਰ ਵੀ ਮੁਕਤੀ ਹੈ ਨਹੀਂ। ਤੇ ਜੇਕਰ ਅਸੀਂ ਅਸੀਂ ਪਰਮੇਸ਼ਰ ਦੀ ਆਗਿਆ ਦਾ ਪਾਲਣ ਕਰੀਏ ਤਾਂ ਪ੍ਰਭੂ ਯਿਸੂ ਮਸੀਹ ਦੇ ਕਰੂਸ ਦਾ ਪ੍ਰਚਾਰ ਹੀ ਨਾ ਕਰੀਏ, ਪ੍ਰਭੂ ਯਿਸੂ ਮਸੀਹ ਸਾਡੇ ਲਈ ਆ ਕੇ ਮਰ ਗਿਆ, ਉਸ ਚੀਜ਼ ਤੇ ਵਿਸ਼ਵਾਸ ਨਾ ਕਰੀਏ ਕਿ ਉਹਨੇ ਦੁਬਾਰਾ ਆਉਣਾ, ਤਾਂ ਫਿਰ ਵੀ ਸਾਨੂੰ ਮੁਕਤੀ ਨਹੀਂ। ਕਿਉਂ ਯਹੂਦੀ ਜਿਵੇਂ ਕਿ ਪਰਮੇਸ਼ਰ ਦੀ ਆਗਿਆ ਦਾ ਪਾਲਣ ਕਰੀ ਜਾ ਰਹੇ ਪਰ ਯਿਸੂ ਦਾ ਵਿਸ਼ਵਾਸ ਨਹੀਂ ਕਰਦੇ। ਇੱਥੇ ਸਾਨੂੰ ਇਹ ਸਮਝਣ ਨੂੰ ਆ ਰਿਹਾ ਕਿ ਜਿਹੜਾ ਸਬਤ ਦਾ ਦਿਨ ਸੀਗਾ ਉਹ ਕ੍ਰੀਏਸ਼ਨ ਤੇ ਪਰਮੇਸ਼ਰ ਨੇ ਬਣਾਇਆ, ਮਤਲਬ, ਤੇ ਉਸ ਤੋਂ ਬਾਅਦ ਪਾਪ ਤੋਂ ਪਹਿਲਾਂ ਸੀਗਾ। ਇਜ਼ਰਾਈਲੀ ਵੀ ਉਸ ਦਿਨ ਪਰਮੇਸ਼ਰ ਦੀ ਇਬਾਦਤ ਕਰਦੇ ਸੀ, ਅੱਜ ਵੀ ਪ੍ਰਭੂ ਯਿਸੂ ਮਸੀਹ ਵੀ ਉਸ ਦਿਨ ਆਰਾਧਨਾਲय ਵਿੱਚ ਜਾਂਦੇ ਸੀਗੇ। ਐਂਡ ਅਗਰ ਆਪਾਂ ਦੇਖੀਏ ਕਿ ਉਸ ਤੋਂ ਬਾਅਦ ਚੇਲੇ ਵੀ ਪ੍ਰਭੂ ਯਿਸੂ ਮਸੀਹ ਦੇ ਉਠਾਏ ਜਾਣ ਤੋਂ ਬਾਅਦ ਚੇਲੇ ਵੀ ਕੀ ਕਰ ਰਹੇ ਨੇ,
ਇੱਕ ਦੂਸਰੇ ਨਾਲ ਸਬਤ ਵਾਲੇ ਦਿਨ ਮਿਲ ਰਹੇ ਨੇ। ਸਬਤ ਵਾਲੇ ਦਿਨ ਸਬਤ ਨੂੰ ਪੁੱਤਰ ਫੈਲੋਸ਼ਿਪ ਕਰ ਰਹੇ ਸੀ ਉਸ ਦਿਨ। ਹਾਂਜੀ ਤੇ ਆਪਾਂ ਦੇਖਾਂਗੇ ਬਾਈਬਲ ਚ ਅਗਰ ਦੇਖੀਏ ਆਪਾਂ ਪੜਾਂਗੇ ਪ੍ਰੇਰਿਤੋਂ ਦੇ ਕੰਮ ਉਹਦੀ 17 ਅਧਿਆਏ ਤੇ ਉਹਦੀ ਦੂਸਰੀ ਆਇਤ। ਇਹਦੇ 'ਚ ਇਹ ਥਿਸਲੁਨੀਕੇ ਨਗਰ ਦੇ ਵਿੱਚ ਜਦੋਂ ਸੰਤ ਪੌਲਸ ਗਏ, ਉਹ ਨਗਰ ਦੇ ਵਿੱਚ ਲਿਖਿਆ ਹੋਇਆ ਕਿ 17:2 ਚ पौलुस अपनी रीति के अनुसार अब उनके पास गया और 3 सबत तक पवित्र शास्त्र से उनके साथ वाद विवाद करता रहा। अब एक थिस्सलुनीके नगर ਸੀਗਾ, ਇਹ ਉੱਥੇ ਰੱਬ ਨੂੰ ਮੰਨਣ ਦੇ ਲੋਕ ਨਹੀਂ ਸੀ, ਪੇਗਨ ਵਰਸ਼ਿਪਰ ਸੀ, ਦੂਸਰੇ ਜੈਂਟਾਈਲ ਸੀਗੇ, ਹਨਾ। ਇਹਨਾਂ ਤੱਕ ਉਹ ਪਰਮੇਸ਼ਰ ਦਾ ਵਚਨ ਲੈ ਕੇ ਜਾ ਰਿਹਾ, ਤੇ ਉੱਥੇ ਜਾ ਕੇ ਉਹਨਾਂ ਨਾਲ ਸਬਤ ਵਾਲੇ ਦਿਨ ਹੀ ਪਵਿੱਤਰ ਸ਼ਾਸਤਰ ਖੋਲ ਰਿਹਾ ਆਪਣੀ ਰੀਤੀ ਦੇ ਅਨੁਸਾਰ, ਹਨਾ। ਉਹਦੀ ਆਪਣੀ ਰੀਤੀ ਸੀ ਜਿਹੜੀ ਉਹਨੂੰ ਸ੍ਰਿਸ਼ਟੀ ਦੇ ਸ਼ੁਰੂ ਤੋਂ ਪਰਮੇਸ਼ਰ ਨੇ ਦਿੱਤੀ ਸੀ, ਹਨਾ, ਜਿਹੜੀ ਉਹਨੂੰ ਮਾਂ-ਬਾਪ ਨੇ ਦਿੱਤੀ ਸੀ, ਕਿਉਂਕਿ ਉਹ ਕਹਿੰਦਾ ਮੈਂ ਬਹੁਤ ਵੱਡਾ ਹੈਗਾ ਵਾਂ, ਯਾਜਕ ਹਾਂ ਮੈਂ, ਬਹੁਤ ਵੱਡਾ ਬਾਈਬਲ ਦਾ ਪਵਿੱਤਰ ਸ਼ਾਸਤਰ ਦਾ ਮੈਂ ਸਕਾਲਰ ਹੈਗਾ, ਹਨਾ, ਆਪਣੇ ਬਾਰੇ ਦੱਸਦਾ ਵੀ ਆ ਉਹ, ਹਨਾ। ਤੇ ਇੱਥੇ ਉਹ ਆਪਣੀ ਰੀਤੀ ਦੇ ਅਨੁਸਾਰ ਕੀ ਕਰ ਰਿਹਾ, ਜਿੱਦਾਂ ਯਿਸੂ ਮਸੀਹ ਨੇ ਮੱਤੀ 4:17 ਕਿਹਾ, ਯਿਸੂ ਮਸੀਹ ਆਪਣੀ ਰੀਤੀ ਦੇ ਅਨੁਸਾਰ ਉਪਦੇਸ਼ ਦੇਣ ਲਈ ਮੰਦਰ 'ਚ ਗਿਆ, ਇਸੇ ਤਰ੍ਹਾਂ ਇਹ ਆਪਣੀ ਰੀਤੀ ਦੇ ਅਨੁਸਾਰ ਪਵਿੱਤਰ ਸ਼ਾਸਤਰ ਦੇ ਬਾਰੇ 'ਚ ਕਿੱਥੇ ਗਿਆ, ਜੈਂਟਾਈਲਸ ਦੇ ਕੋਲ ਗਿਆ। ਜੈਂਟਾਈਲਸ ਨੂੰ ਪਤਾ ਸਬਤ ਕੀ ਹੈ, ਜੈਂਟਾਈਲਸ ਨੂੰ ਕੀ ਉਹ ਹਫ਼ਤੇ ਦੇ ਪਹਿਲੇ ਦਿਨ ਵੀ ਜਾ ਸਕਦਾ। ਸਿਸਟਰ ਜੀ ਨੇ ਇੱਕ ਗੱਲ ਕਹੀ ਸੀ ਕਿ ਹਫ਼ਤੇ ਦੇ ਪਹਿਲੇ ਦਿਨ ਉਹ ਇਕੱਠੇ ਹੋਏ, ਹਫ਼ਤੇ ਦੇ ਪਹਿਲੇ ਦਿਨ ਉਹ ਕਿਤੇ ਵੀ ਹਰ ਹਫ਼ਤੇ ਵਾਲੇ ਦਿਨ ਨਹੀਂ ਇਕੱਠੇ ਹੋਏ, ਉਹ ਐਵਰੀ ਡੇ ਫੈਲੋਸ਼ਿਪ ਕਰਦੇ ਸੀ। ਇਸ ਕਰਕੇ ਜਿਹੜੀ ਪਰਮੇਸ਼ਰ ਦੇ ਘਰ ਜਾਣ ਦਾ ਦਿਨ ਮੁਕਰਰ ਕਰਨ ਦੇ ਲਈ ਸਿਰਫ ਸਬਤ ਹੈ, ਰੈਸਟ ਡੇ ਸਿਰਫ ਸਬਤ ਹੈ। ਰੈਸਟ ਡੇ ਨੂੰ ਅਸੀਂ ਚੇਂਜ ਨਹੀਂ ਕਰ ਸਕਦੇ, ਵਰਸ਼ਿਪ ਡੇ ਅਸੀਂ ਹਰ ਦਿਨ ਹੀ ਵਰਸ਼ਿਪ ਕਰ ਸਕਦੇ ਹਾਂ ਅਸੀਂ। ਪਰ ਜੇ ਅਸੀਂ ਕਹੀਏ ਕਿ ਸਬਤ ਬਦਲ ਕੇ ਤੇ ਉਹ ਬਦਲ ਦਿੱਤੀ ਗਈ, ਜਾਂ ਸਬਤ ਭੰਗ ਹੋ ਗਈ, ਸਬਤ ਪੂਰੀ ਖਤਮ ਹੋ ਗਈ, ਤੇ ਮੰਦਰ ਦੇ ਉੱਤੇ ਉਹ ਆਪਣਾ ਪਰਦਾ ਫਟ ਗਿਆ, ਤੇ ਸਬਤ ਦੀ ਮੰਨਣ ਦੀ ਲੋੜ ਨਹੀਂ ਰਹੀ, ਤੇ ਇਹ ਅਸੀਂ ਬਹੁਤ ਵੱਡੀ ਨਾਸਮਝੀ 'ਚ ਬੈਠੇ ਹੋਏ ਨਾਲੇ ਵੀ, ਕਿਉਂਕਿ ਅਸੀਂ ਪਰਮੇਸ਼ਰ ਦੀ ਅਵਸਥਾ ਨੂੰ ਭੰਗ ਕਰ ਰਹੇ ਹਾਂ। ਪਰਮੇਸ਼ਰ ਦੀ ਅਵਸਥਾ ਜੇ ਪੂਰੀ ਹੋਈ ਉਹਦੀ, ਤੇ ਉਹਨੂੰ ਅਸੀਂ ਪੂਰਾ ਕਰਨ ਵਾਸਤੇ ਸੰਤ ਪੌਲਸ ਤੋਂ ਜ਼ਿਆਦਾ ਗਿਆਨ ਤੇ ਸਾਨੂੰ ਨਹੀਂ ਹੈਗਾ। ਸੰਤ ਪੌਲਸ ਆਪਣੀ ਰੀਤੀ ਅਨੁਸਾਰ ਅਧਿਆਇ ਇਹ 'ਚ ਵੀ ਜਾ ਰਿਹਾ। ਫਿਰ ਜੇ ਇੱਕ ਜਗ੍ਹਾ ਉਹ ਜਾ ਰਿਹਾ ਸੀਗਾ ਹਫ਼ਤੇ ਦੇ ਪਹਿਲੇ ਦਿਨ, ਜਿਵੇਂ ਸਿਸਟਰ ਜੀ ਨੇ ਬਿਆਨ ਦਿੱਤਾ ਸੀਗਾ ਕਿ 20 ਅਧਿਆਏ मैसेडोनिया ਜਦੋਂ यूनान चो गया कि सप्ताह के पहले दिन जब हम रोटी तोड़ने के लिए एकत्रित हुए तो पौलुस उनसे बातें करने लगा। वह दूसरे दिन जाने पर था, इसलिए आधी रात तक उपदेश था। इसे लाइन दस्या कि अगले दिन जाने वाला ਸੀ ਕਿਤੇ, ਤੇ ਸਿਰਫ ਸਭ ਦੇ ਪਹਿਲੇ ਦਿਨ ਜਦੋਂ ਰੋਟੀ ਤੇ प्रेरितों के काम ਦੇ ਵਿੱਚ ਲਿਖਿਆ वो चेले नित्य प्रतिदिन रोटी तोड़ा करते थे। ਜਿਵੇਂ ਕਿ प्रेरितों के काम ਦੇ ਵਿੱਚ ਵੀ ਲਿਖਿਆ ਹੋਇਆ ਹੈ ਕਿ ਜਗ੍ਹਾ, ਮੇਰੇ ਖਿਆਲ 'ਚੋਂ ਇੱਕ ਅਧਿਆਇ ਆ, ਆਪਾਂ ਦੇਖਦੇ ਹਾਂ ਇੱਕ ਅਧਿਆਇ प्रेरितों के काम ਦਾ, ਉਹਦੀ 46 से 47 आयत इस तरह लिखा है कि वे एक मन होकर दिन प्रतिदिन मंदिर में जाते। ਹੁਣ ਇੱਥੇ ਦਿਨ प्रतिदिन मंदिर ਇੱਕ ਮਨ ਹੋ ਕੇ ਜਾਂਦੇ, ਇਹ ਕਿਉਂ ਜਾ ਰਹੇ ਨੇ? ਹਰ ਰੋਜ਼ ਥੋੜੀ ਸਬਤ ਹੈਗੀ ਸੀ, ਹੈ ਨਾ। ਇਸੇ ਤਰ੍ਹਾਂ ਹੀ ਹਫ਼ਤੇ ਦੇ ਪਹਿਲੇ ਦਿਨ ਵੀ ਉਹ ਰੋਟੀ ਤੋੜਨ ਬੈਠੇ ਸੀਗੇ, ਦੂਜੇ ਦਿਨ ਵੀ ਬੈਠੇ, ਤੀਜੇ ਦਿਨ ਵੀ ਬੈਠੇ। ਇੱਥੇ ਕਿਤੇ ਵੀ ਇਹ ਸਾਬਤ ਨਹੀਂ ਹੁੰਦਾ ਕਿ ਹਫ਼ਤੇ ਦਾ ਪਹਿਲਾ ਦਿਨ ਬਦਲ ਕੇ ਤੇ ਸਬਤ ਦੀ ਜਗ੍ਹਾ ਲੈ ਗਿਆ। ਇੱਥੇ ਕਿਤੇ ਵੀ ਸਾਬਤ ਨਹੀਂ ਹੁੰਦਾ। 20 ਅਧਿਆਇ ਦੇ ਵਿੱਚ ਜੋ ਕਿ ਲਿਖਿਆ ਹੈ, जो कि सिस्टर जी ने सानू दस्या कि सप्ताह के पहले दिन जब हम रोटी तोड़ने के लिए एकत्रित हुए, रोटी तोड़ने एकत्रित हुए, आराधनालय में प्रार्थना के लिए इकट्ठा हुए, नहीं लिखा है, रोटी तोड़ने लिए इकट्ठे हुए, ठीक है, रोटी तोड़ने लिए इकट्ठे हुए ते एकत्रित हुए। कितने नहीं लिखा कि असीं परमेश्वर की आराधना की बंदगी करने लिए असीं मंदिर च इकट्ठे हुए, ये भी नहीं लिखा। पर इत्थे एक जगह होर लिखा है कि 46-47 वे एक मन होकर दिन प्रतिदिन मंदिर में जाते, घर घर रोटी तोड़ते हुए आनंद करते। रोटी तोड़ते ही रोज रोज का काम से रोटी तोड़ना उनका, ठीक है, तो खाते इकट्ठे मन की सदाई के साथ एक साथ भोजन किया करते थे, ठीक है। वे परमेश्वर की स्तुति किया करते थे, सब लोग उनसे प्रसन्न थे और जो उधार पाए जाते थे प्रभु प्रतिदिन उनमें मिला दिया करता। हर रोज वो परमेश्वर का वचन करते, ਅਸੀਂ ਹਰ ਰੋਜ਼ ਪਰਮੇਸ਼ਰ ਦਾ ਵਚਨ ਸੁਣਾਉਣਾ, ਅਸੀਂ ਹਰ ਰੋਜ਼ ਪਰਮੇਸ਼ਰ ਦਾ ਵਚਨ ਪੜ੍ਹਨਾ। ਸਿਸਟਰ ਜੀ ਕਹਿੰਦੇ ਕਿ ਮੈਂ ਹਰ ਰੋਜ਼ ਲਾਈਵ ਹੁੰਦੀ ਹਾਂ, ਇਹ ਬਹੁਤ ਵਧੀਆ ਗੱਲ ਹੈ ਪਰਮੇਸ਼ਰ ਦੇ ਵਚਨ ਨੂੰ ਫੈਲਾਉਣ ਦੇ ਵਾਸਤੇ। ਇੱਕ ਦਿਨ 'ਚ ਤੁਸੀਂ 2 ਵਾਰੀ ਵੀ ਲਾਈਵ ਹੋ, ਤੁਸੀਂ ਆਪਣਾ ਕੀਮਤੀ ਸਮਾਂ ਦਿਓ। ਜਿਹੜਾ ਦਸ਼ਮਾਸ਼ ਅਸੀਂ ਇਕੱਲਾ ਪੈਸੇ ਦਾ ਥੋੜ੍ਹੀਆਂ ਦੇ ਸਕਦੇ ਹਾਂ, ਅਸੀਂ ਦਸ਼ਮਾਸ਼ ਆਪਣੇ ਸਮੇਂ ਦਾ ਵੀ ਦੇ ਸਕਦੇ ਹਾਂ। ਸਾਡਾ ਸਮਾਂ 24 ਘੰਟਿਆਂ 'ਚ ਉਹੀ 2 ਘੰਟੇ 40 ਮਿੰਟ ਪਰਮੇਸ਼ਰ ਵੀ ਦੇ ਸਕਦੇ ਹਾਂ, ਉਹਦੇ ਕੰਮ ਲਈ ਦੇ ਸਕਦੇ ਹਾਂ, ਹੈ ਨਾ। ਅਤੇ ਇਹਦੇ ਵਿੱਚ ਪਰ ਇੱਥੇ ਜਿਹੜਾ ਪਹਿਲਾ ਦਿਨ ਹੈ ਕਿਤੇ ਵੀ ਨਹੀਂ ਦੱਸਿਆ ਕਿ ਵੀ ਉਹ ਸਬਤ ਦੀ ਜਗ੍ਹਾ ਲੈ ਗਿਆ, ਬਲਕਿ ਇੱਥੇ ਇਹ ਦੱਸਿਆ ਜਾ ਰਿਹਾ ਹੈ ਇਸੇ ਜੇ ਅਧਿਆਇ 'ਚ ਅਸੀਂ ਨਾ 18 ਨੰਬਰ ਚੈਪਟਰ 'ਚ ਦੇਖੀਏ, वो करंथस पौलुस गया, करंथस जा कहता वह प्रत्येक शब्द के दिन आराधनालय में तर्क वितर्क करके यहूदियों और जनानियों को समझाने का प्रयत्न करता था। जो यहूदी जनानियों को समझा रहा, तो दूजी जगह एक जगह फिर वो कहता वो थिस्सलुनीके जिहड़े सीगे है ना थेसलियंस,
ਉਹ ਲੋਕ ਜੈਂਟਾਈਲ ਸੀਗੇ, ਰੱਬ ਨੂੰ ਨਹੀਂ ਮੰਨਦੇ ਸੀ, ਜਾਣਦੇ ਨਹੀਂ ਸੀ, ਉਹਨਾਂ ਕੋਲ ਵੀ ਸ਼ਬਦ ਉਹਦੇ ਨਹੀਂ ਜਾ ਰਿਹਾ ਉਹਨਾਂ ਕੋਲ ਫਿਰ ਉਹ ਅਪਰੋਚ ਲੈ ਕੇ ਪਹਿਲੇ ਦਿਨ ਕਿਉਂ ਨਹੀਂ ਜਾਂਦਾ। ਇੱਕ ਵਾਰ ਉਹ ਲੂਦੀਆ ਦੇ ਕੋਲ ਗਿਆ, ਲੂਦੀਆ ਦਾ ਜੋ ਹਿਰਦੇ ਪਰਿਵਰਤਨ ਹੋਇਆ, ਉਹਦੇ 'ਚ ਜੇਕਰ ਆਪਾਂ 16 ਅਧਿਆਇ ਦੇਖੀਏ अपने प्रेतों के काम दी, उसकी 16 अध्याय की 13 आयत लिखा, सबत के दिन हम नगर के फाटक के बाहर नदी के किनारे यह समझकर गए कि वहां प्रार्थना करने का कोई स्थान होगा। कि सबत वाले दिन ही लभ रही हमें प्रार्थना करने का कोई स्थान मिले, क्योंकि उन्होंने वास्ते सबत बहुत महत्वपूर्ण सी। जी सिस्टर जी गल कर रहे हैं 20 अध्याय की, वो कह रहे हैं कि सप्ताह के पहले दिन जब हम रोटी तोड़ने के लिए एकत्रित हुए, जब हम रोटी तोड़ने लिए एकत्रित होए, कितने एकत्रित होए, हर रोज होंगे होते घर से एकत्रित होए या बाहर एकत्रित होए, पर इतने स्पष्ट कह रहे हैं कि सबत के दिन हम नगर के बाहर नदी के किनारे यह समझ कर गए कि वहां हमें प्रार्थना करने का कोई स्थान होगा। हम एक साथ बैठकर स्त्रियों से बातचीत करके जो वहाँ पे एकत्रित थी उनके साथ बातचीत कर रहे हैं। इतने भी बोल सैबत वाले दिन चर्च लभ रहा, चर्च का स्थान लभ रहा, सैबत वाले दिन ही लोगों दसन की कोशिश कर रहा। तुहानूं एक बहुत वड्डा नमूना दसदा बाइबल दे विचों जिथे सारियां दी अखां खुल जाणगीਆਂ सैबत नूं ते संडे दे दिन नूं लैके। संत पौलुस कित्थे जांदा है? पिसिदिया के अंतिकिया में, अंतिकिया की जगह उत्थे भी नॉन क्रिश्चन सीगे, नॉन बिलीवर सीगे, जेंटाइल्स सन, ਉਹਨਾਂ ਦੇ ਵਿੱਚ ਜਾ ਕੇ ਪਰਮੇਸ਼ਵਰ ਦਾ ਵਚਨ ਦੇ ਰਿਹਾ, ਤੇ ਉਹਨੂੰ ਉੱਥੇ ਜਾ ਕੇ ਪਰਮੇਸ਼ਵਰ ਦਾ ਵਚਨ ਦੇਣ ਦੇ ਵਾਸਤੇ ਕੋਈ ਕਿਸੇ ਦਿਨ ਦੀ ਖਾਸ ਦਿਨ ਦੀ ਜ਼ਰੂਰਤ ਨਹੀਂ ਹੈਗੀ, ਪਰ ਉਹ ਸ਼ਾਮ ਦੇ ਵਾਲੇ ਦਿਨ ਜਾ ਰਿਹਾ। ਜਦੋਂ ਪੂਰਾ ਪ੍ਰਚਾਰ ਕਰ ਚੁੱਕਿਆ ਨਾ, ਜੇ ਤੁਹਾਡੇ ਕੋਲ ਟਾਈਮ ਹੋਇਆ ਸਾਰੇ ਜਿਸ ਸਾਡੀ ਆਡੀਅנס ਹੈਗੀ ਆ ਉਹ ਵੀ 13 ਅਧਿਆਇ ਜ਼ਰੂਰ ਪੜ੍ਹਿਓ। 13 ਅਧਿਆਇ ਦੇ ਵਿੱਚ ਤੁਸੀਂ ਜਦੋਂ ਸਾਰਾ ਅਧਿਆਇ ਪੜ੍ਹ ਲੋਗੇ, ਉਸ ਤੋਂ ਬਾਅਦ 42 ਆਇਤ ਵਿੱਚ ਤੁਸੀਂ ਪਹੁੰਚੋਗੇ ਨਾ, ਜਦੋਂ ਉਹਦੇ 'ਚ ਪੌਲਸ ਔਰ ਬਰਨਾਬਾਸ जब बाहर जाने लगे, ਜਦੋਂ ਸ਼ਬਦ ਖਤਮ ਉਹਨਾਂ ਦੀ ਆਰਾਧਨਾ ਖਤਮ ਹੋ गई, तो लोगों ने उनसे अनुरोध किया कि आने वाले सबत के दिन ये बातें उन्हें फिर से सुनाई जाए। ठीक है, ਉਹ ਕਹਿ ਸਕਦੇ ਸੀ ਕਿ ਜਾਂ ਕੱਲ ਦੁਬਾਰਾ ਜੀ ਉੱਠਣ ਦਾ ਦਿਨ ਹੈ ਤਾਂ ਸਾਨੂੰ ਇਦਾਂ ਸਮਝਾਓ, ਪਰ ਉਹਨਾਂ ਨੇ ਇਹ ਨਹੀਂ ਕਿਹਾ। ਉਹਨਾਂ ਨੂੰ ਤਾਂ ਪਤਾ ਹੀ ਨਹੀਂ ਸੀ ਹੈਗਾ, ਉਹ ਤਾਂ ਨਿਆਣੇ ਸੀਗੇ, ਹਲੇ ਨਵੇਂ, ਹਲੇ ਉਹਨਾਂ ਦਾ ਬਚਪਨ ਸੀਗਾ ਪ੍ਰਭੂ ਯਿਸੂ ਮਸੀਹ ਦੇ ਅੰਦਰ। ਉਹਨਾਂ ਲੋਕਾਂ ਨੂੰ ਕੀ ਪਤਾ ਸੀ ਕਿ ਵੀ ਸਬਤ ਵਾਲਾ ਦਿਨ ਕਿੰਨਾ ਕੁ ਮਹੱਤਵਪੂਰਨ ਹੈ ਤੇ ਜੀ ਉੱਠਣ ਵਾਲਾ ਦਿਨ ਕਿੰਨਾ ਕੁ ਮਹੱਤਵਪੂਰਨ ਹੈ, ਹੈਨਾ। ਉਹਨਾਂ ਨੇ ਸਿਰਫ ਉਹਨਾਂ ਜਾਂ ਹਫ਼ਤੇ ਦਾ ਪਹਿਲਾ ਦਿਨ ਕਿੰਨਾ ਕੁ ਮਹੱਤਵਪੂਰਨ ਹੈ, ਉਹਨਾਂ ਨੇ ਤਾਂ ਇਹ ਕਿਹਾ ਕਿ ਸਾਨੂੰ ਆਉਣ ਵਾਲੇ ਸਬਤ ਵਾਲੇ ਦਿਨ, ਯਾਨੀ ਕਿ ਸਬਤ ਵਾਲੇ ਦਿਨ ਹੀ ਆਰਾਧਨਾ ਹੁੰਦੀ ਹੈ, ਤੁਸੀਂ ਆਉਣ ਵਾਲੇ ਦਿਨਾਂ ਨੂੰ ਫਿਰ ਦੱਸਿਓ। ਉਹਨਾਂ ਨੂੰ ਪਤਾ ਹੀ ਯਹੂਦੀ ਸਬਤ ਵਾਲੇ ਦਿਨ ਮੰਨਦੇ ਨੇ, ਤੇ ਉਹ ਵੀ ਉਹ ਯਹੂਦੀਆਂ ਦੀ ਪਰੰਪਰਾ ਦਾ ਵੀ ਕਹਿ ਰਹੇ ਕਿ ਆਉਣ ਵਾਲੇ ਸਬਤ ਸਾਨੂੰ ਫਿਰ ਇਹੀ ਗੱਲਾਂ ਸਮਝਾਓ। ਫਿਰ ਪਰ ਇੱਥੇ ਸੰਤ ਪੌਲਸ ਨੂੰ ਕਹਿ ਸਕਦਾ ਸੀ ਤੁਸੀਂ ਆਉਣ ਵਾਲੇ ਸਬਤ ਦੀ ਗੱਲ ਕਿਉਂ ਕਰਦੇ ਹੋ? ਮੈਂ ਪ੍ਰਭੂ ਦਾ ਵਚਨ ਦੁਬਾਰਾ ਇਹ ਵਚਨ ਦੇਣ ਦੇ ਲਈ ਮੈਂ ਸਬਤ ਦਾ ਦਿਨ ਇੰਤਜ਼ਾਰ ਕਰਾਂ? ਜੀ ਉੱਠਣ ਵਾਲਾ ਦਿਨ ਜ਼ਿਆਦਾ ਮਹੱਤਵਪੂਰਨ ਹੋ ਗਿਆ। ਕੱਲ ਪਹਿਲਾ ਦਿਨ ਹੈ, ਕੱਲ ਅਸੀਂ ਆਰਾਧਨਾ ਅੱਜ ਅਸੀਂ ਸ਼ੁਰੂ ਕਰਦੇ ਹਾਂ, ਕੱਲ ਤੋਂ ਹੁਣ ਸਬਤ ਚੇਂਜ ਹੋਏਗਾ, ਸਬਤ ਸੰਡੇ 'ਚ ਤਬਦੀਲ ਹੋ ਜਾਏਗਾ। ਜਿਹੜਾ ਮਰਜੀ ਅਸੀਂ ਜਿਹੜੇ ਮਰਜੀ ਦਿਨ ਸਬਤ ਮੰਨ ਸਕਦੇ ਹਾਂ। ਜਿਵੇਂ ਇੱਕ ਜਗ੍ਹਾ ਸਿਸਟਰ ਜੀ ਨੇ ਕਿਹਾ ਕਿ ਆਪਾਂ ਮੰਨਣਾ ਕਿ ਕਿਹੜਾ ਸਬਤ ਆ। ਹਾਂਜੀ, ਕਿ ਵੀ ਆਪਾਂ ਮੰਨਣਾ ਕਿ ਵੀ ਮੈਂ 6 ਦਿਨ ਕੰਮ ਕਰਾਂ, 7 ਦਿਨ ਮੈਂ ਵਿਸ਼ਰਾਮ ਕਰ ਲਵਾਂ, ਤੇ ਮੇਰੇ ਲਈ ਉਹ ਦਿਨ ਸੋਮ ਮੰਗਲ ਬੁੱਧ ਵੀਰਵਾਰ ਕੋਈ ਵੀ ਹੋ ਸਕਦਾ। ਆਪਾਂ ਮੰਨਣਾ, ਆਪਾਂ ਕਿੱਥੇ ਮੰਨ ਲਈਏ? ਪਰਮੇਸ਼ਵਰ ਦਾ ਵਚਨ ਨੂੰ ਕਹਿੰਦਾ ਇਹ ਉਹ ਤਾਂ ਮੰਨਾਂਗੇ। ਅਸੀਂ ਆਪਣੇ ਆਪ ਮੰਨ ਲਈਏ ਕਿ ਆਪਾਂ ਮੰਨ ਲਈਏ ਕਿ ਮੇਰੇ ਲਈ ਸਬਤ ਕਿਹੜਾ, ਮੇਰੇ ਲਈ ਐਤਵਾਰ ਆ, ਮੇਰੇ ਲਈ ਵੀਰਵਾਰ ਆ, ਮੇਰੇ ਲਈ ਉਹ ਹੈ। ਨਹੀਂ ਹੈਗਾ, ਇੱਦਾਂ ਨਹੀਂ ਹੁੰਦਾ। ਖੁਦਾ ਦਾ ਵਚਨ ਜਿਉਂ ਤਿਉਂ ਹੁੰਦਾ ਹੈ ਨਾ। ਤੇ ਪਰ ਇੱਥੇ ਸੰਤ ਪੌਲਸ ਨੇ ਕੀ ਕਿਹਾ? 44 ਨੰਬਰ ਆਇਤ ਦੁਬਾਰਾ ਦੇਖਾਂਗੇ। ਇਹ ਗੈਰ ਯਹੂਦੀਆਂ 'ਚ ਪ੍ਰਚਾਰ ਕਰ ਰਿਹਾ, ਕਹਿੰਦੇ ਅਗਲੇ ਸਬਤ को फिर सारा नगर परमेश्वर का वचन सुनने के लिए उमड़ पड़ा। गल खत्म हो गई। अगला यानी कि 6 दिन उत्थे रहो अगले सबत तक, उदा रोटी तोड़ते होंगे, एकत्रित होंगे होंगे, बैठ के प्रचार करते होंगे, गल्लां बातां प्रभु दी करते होंगे, खुश होंगे होंगे, प्रभु दी गल्लां छेड़ते होंगे, प्रभु अपनी अपनी टेस्टामनियां शेयर करते होंगे। बट जो आराधना का एक दिन सीगा मुकर्रर किया खुदा लो, विश्राम दिन, आशीषित दिन, पवित्र दिन, वो फिर अगले दिन फिर सारा नगर सबत वाले दिन आ गया। इत्थे पौलुस खुद सबत ਦਾ ਪ੍ਰਚਾਰ ਕਰ ਰਿਹਾ। ਤੇ ਸਭ ਕਹਿੰਦੇ ਸੀ ਕਿ ਪੌਲੁਸ ਨੂੰ ਫਿਰ ਉਹ ਰਬੀ ਸੀਗਾ, ਇੱਕ ਤੇ ਸਕਾਲਰ ਸੀਗਾ ਬਾਈਬਲ ਦਾ, ਪਵਿੱਤਰ ਸ਼ਾਸਤਰ ਦਾ। ਤੇ ਉਹਨੇ ਕਦੀ ਮਹਿਸੂਸ ਨਹੀਂ ਕੀਤਾ ਕਿ ਵੀ ਜੀ ਉੱਠਣ ਵਾਲਾ ਦਿਨ ਵੱਡਾ ਹੋ ਗਿਆ, ਪਹਿਲਾ ਦਿਨ ਵੱਡਾ ਹੋ ਗਿਆ, ਸ਼ਬਦ ਚੇਂਜ ਕਰ ਦਿੱਤੀ ਜਾਣੀ ਚਾਹੀਦੀ ਹੈ। ਉਹਦੇ ਜਾਂ ਤੋਂ 300 ਸਾਲ ਤੱਕ ਵੀ ਸ਼ਬਦ ਬਣਾਈ ਜਾਂਦੀ ਰਹੀ ਹੈ। ਰਾਈਟ, ਹਾਂਜੀ। ਸੋਕਰੇਟਸ ਨਾਮ ਦਾ ਇੱਕ ਹਿਸਟੋਰੀਅਨ, ਅਗਰ ਤੁਸੀਂ ਇੰਟਰਨੈਟ 'ਤੇ ਦੇਖੋਗੇ ਤੁਸੀਂ ਤੁਹਾਨੂੰ ਲੱਭ ਜਾਣਾ। ਹਿਸਟੋਰੀਅਨ ਬਹੁਤ ਗ੍ਰੇਟ ਹਿਸਟੋਰੀਅਨ ਹੈ, ਤੇ ਉਹ ਆਪਣੀ ਕਿਤਾਬ ਲਿਖੀ 'ਚ ਇੱਦਾਂ ਬਿਆਨ ਕਰਦਾ ਕਿ ਕਿੰਨੇ ਜਿਹੜੇ ਕ੍ਰਿਸਚੀਅਨਸ ਨੇ ਉਹ ਸਬਤ ਵਾਲੇ ਦਿਨ ਵਰਸ਼ਿਪ ਕਰਦੇ ਪਰਮੇਸ਼ਵਰ ਦੀ। ਇਹ 5ਵੀਂ ਸ਼ਤਾਬਦੀ ਦੇ ਵਿੱਚ ਮੇਰੇ ਖਿਆਲ 'ਚ 5th ਸੈਂਚੁਰੀ ਦੀ ਗੱਲ ਹੈ। 5th ਸੈਂਚੁਰੀ ਦੀ ਕਿਤਾਬ ਉਹਨੇ ਪ੍ਰਕਾਸ਼ਿਤ ਕੀਤੀ ਸੀ। ਹਾਂਜੀ, ਤੇ ਸੋਕਰੇਟਸ ਜਿਹੜਾ ਸੀਗਾ ਉਹ ਬਹੁਤ ਫਿਲਾਸਫਰ, ਕਾਫੀ ਵਧੀਆ ਫਿਲਾਸਫਰ ਤੇ ਹਿਸਟੋਰੀਅਨ ਸੀਗਾ, ਤੇ ਉਹਨੇ ਆਪਣੀ ਇੱਕ ਕਿਤਾਬ 'ਚ ਲਿਖਿਆ ਕਿ ਸਬਤ ਵਾਲੇ ਦਿਨ ਕਾਫੀ ਕ੍ਰਿਸਚੀਅਨ ਜਿਹੜੇ ਹਲੇ ਵੀ ਇਕੱਠੇ ਹੋ ਰਹੇ ਨੇ, ਪਰ ਜਿਹੜੇ ਕ੍ਰਿਸਚੀਅਨ ਅਲੈਗਜ਼ੈਂਡਰੀਆ 'ਚ ਨੇ ਤੇ ਜਿਹੜੇ ਰੋਮ 'ਚ ਨੇ, ਰਾਈਟ, ਉਹ ਇਹਨੂੰ ਕੰਟੀਨਿਊ ਨਹੀਂ ਕਰਦੇ, ਉਹ ਇੱਥੇ ਰੁਕਾਵਟ ਲੈ ਰਹੇ।
ਹੁਣ ਆਪਾਂ ਦੇਖੀਏ, ਮੇਰਾ ਕੁਐਸਚਨ ਹੈ ਕਿ ਸਬਤ ਕਿ ਪਰਮੇਸ਼ਵਰ ਦਾ ਦਿਨ ਹੈ, ਪਰਮੇਸ਼ਵਰ ਨੇ ਖੁਦ ਉਸ ਦਿਨ ਆਰਾਮ ਕੀਤਾ, ਪਰਮੇਸ਼ਵਰ ਨੇ ਉਸ ਨੂੰ ਅਲੱਗ ਕੀਤਾ, ਤੇ ਸਾਨੂੰ ਕਿਤੋਂ ਵੀ ਬਾਈਬਲ 'ਚ ਇਦਾਂ ਦੀ ਲਾਈਨ ਜਾਂ ਇਦਾਂ ਦੀ ਵਰਸ ਨਹੀਂ ਮਿਲਦੀ ਜਿੱਥੇ ਪਰਮੇਸ਼ਵਰ ਦੇ ਜੀ ਉੱਠਣ ਵਾਲੇ ਦਿਨ ਨੂੰ ਮਹੱਤਵਪੂਰਨ ਮਿਲਦਾ, ਬਿਲਕੁਲ। ਹਨਾ। ਤੇ ਆਪਾਂ ਹੁਣ ਦੇਖੀਏ ਕਿ ਚੇਂਜ ਕਿੱਦਾਂ ਹੋਇਆ ਸਬਤ ਦਾ ਦਿਨ। ਜਾਂ ਸਾਨੂੰ ਕਿਹਾ ਗਿਆ ਹੋਵੇ ਸਬਤ ਦੇ ਵਿੱਚੋਂ ਜਾਂ ਬਾਈਬਲ ਦੇ ਵਿੱਚੋਂ, ਜਾਂ ਸਾਨੂੰ ਲੱਭਦੇ ਹੋਵੇ ਕਿ ਅਸੀਂ ਈਸਟਰ ਨੂੰ ਮਨਾਉਣਾ, ਕਿ ਜਿਹੜਾ ਈਸਟਰ ਦਿਨ ਮਨਾਇਆ ਜਾਂਦਾ, ਜੀ ਉੱਠਣ ਵਾਲਾ ਦਿਨ ਮਨਾਇਆ ਜਾਂਦਾ ਉਹਦਾ, ਉਹਦੀ ਦੁਨੀਆ ਦੇ ਵਿੱਚ ਕਿੰਨਾ ਜ਼ਿਆਦਾ ਰਸ਼ ਹੁੰਦਾ, ਕਿੰਨਾ ਜ਼ਿਆਦਾ ਸ਼ੋਰ ਹੁੰਦਾ ਕਿ ਪ੍ਰਭੂ ਦੇ ਜੀ ਉੱਠਣ ਦਾ ਦਿਨ ਹੈ ਨਾ। ਸਾਡੇ ਗੁੱਡ ਫਰਾਈਡੇ ਮਨਾਇਆ ਜਾਂਦਾ, ਉਹਨੂੰ ਸੂਰਜ ਚੜ੍ਹਾਉਣ, ਤੇ ਉਹਨਾਂ ਦਾ ਕਿਸੇ ਵੀ ਤਰੀਕੇ ਨਾਲ ਬਾਈਬਲ ਦੇ ਵਿੱਚ ਕੋਈ ਵੀ ਸਿਧਾਂਤ ਜਾਂ ਕੋਈ ਵੀ ਕੋਲਮ ਨਹੀਂ ਆਉਂਦਾ ਜਿਹਦੇ 'ਚ ਕਿਹਾ ਗਿਆ ਹੋਵੇ ਕਿ ਤੁਸੀਂ ਇਸ ਚੀਜ਼ ਦੇ ਇਹ ਪਰਬ ਨੂੰ ਮਨਾਓ। ਕੋਈ ਪਰਬ ਦਾ ਨਹੀਂ ਹੈਗਾ, ਪਰ ਜਿਹੜੀ ਚੀਜ਼ ਕਹੀ ਹੋਈ ਹੈ ਆਪਾਂ ਨਹੀਂ ਆਪਾਂ ਮਨਾ ਨਹੀਂ ਰਹੇ। ਸਬਤ ਪਰਮੇਸ਼ਵਰ ਨੇ ਖਾਸ ਕਿਹਾ ਕਿ ਰਿਮੈਂਬਰ, ਹਨਾ। ਤੇ ਪਰਮੇਸ਼ਵਰ ਦੇ ਦਿੱਤੇ ਹੋਏ ਦਿਨ ਆਪਾਂ ਮਨਾ ਨਹੀਂ ਰਹੇ, ਪਰ ਜਿਹੜੇ ਦਿਨ ਬਾਈਬਲ 'ਚ ਕਿਤੇ ਮੈਂਸ਼ਨ ਨਹੀਂ ਹੈਗੇ, ਕਿ ਲਿਖੇ ਨਹੀਂ ਗਏ, ਉਹ ਆਪਾਂ ਬੜੀ ਖੁਸ਼ੀ ਨਾਲ ਮਨਾ ਰਹੇ। ਉਹੀ ਹੈ ਕਿ ਜਦੋਂ ਅਸੀਂ ਆਪਣੇ ਚੇਲਿਆਂ ਨੂੰ ਕਿਹਾ ਸੀਗਾ, ਚੇਲਿਆਂ ਨੂੰ ਕਹਿੰਦਾ ਆਹ ਜਿਹੜੇ ਫਰੀਸੀ ਤੇ ਸਦੀਕੀ ਲੋਕ ਨੇ, ਇਹ ਮਨੁੱਖੀ ਸਿੱਖਿਆਵਾਂ ਨੂੰ, ਮਨੁੱਖੀ ਸਿਧਾਂਤਾਂ ਨੂੰ ਧਰਮ ਸਿਧਾਂਤ ਬਣਾ ਕੇ ਪੇਸ਼ ਕਰ ਦਿੰਦੇ ਨੇ। ਜਿਸ ਨੂੰ ਅਸੀਂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀਗਾ ਕਿ ਜਿਹੜੇ ਫਰੀਸੀ ਤੇ ਸਦੂਕੀ ਲੋਕ ਨੇ, ਇਹ ਮਨੁੱਖੀ ਧਰਮ ਸਿਧਾਂਤਾਂ ਨੂੰ ਤੇ ਮਨੁੱਖੀ ਸਿਧਾਂਤਾਂ ਨੂੰ ਧਰਮ ਸਿਧਾਂਤ ਬਣਾ ਕੇ ਲੋਕਾਂ ਦੇ ਉੱਪਰ ਠੋਸਦੇ ਨੇ ਤੇ ਪਰਮੇਸ਼ਵਰ ਦੀ ਆਗਿਆ ਨੂੰ ਉਲੰਘਣ ਕਰਦੇ ਨੇ। ਹਾਏ ਇਹਨਾਂ ਤੇ। ਪਰਮੇਸ਼ਵਰ ਦੇ ਆਪਾਂ ਦੇਖੀਏ ਕਿ ਪਰਮੇਸ਼ਵਰ ਦਾ ਇੱਕ ਕਹਿਣ ਦਾ ਕੀ ਮਤਲਬ ਹੈ। ਜੀ ਬਿਲਕੁਲ ਰਾਈਟ। ਆਪਾਂ ਨੂੰ ਫੋਕਸ ਕਰਨਾ ਚਾਹੀਦਾ। ਆਪਾਂ ਪਰਮੇਸ਼ਵਰ, ਆਪਾਂ ਕਹਿੰਦੇ ਕਿ ਆਪਾਂ ਮਸੀਹੀ ਹਾਂ, ਤੇ ਜੋ ਮਸੀਹੀ ਕਰ ਰਿਹਾ ਪਰਮੇਸ਼ਵਰ ਜੀ ਇੱਕ ਐਗਜ਼ਾਮਪਲ ਦੇ ਕੇ ਗਏ, ਉਹ ਆਪਾਂ ਫਰਜ਼ ਬਣਦਾ ਕਿ ਆਪਾਂ ਵੀ ਉਹੀ ਕਰੀਏ। ਹੁਣ ਆਪਾਂ ਪੜਾਂਗੇ, ਮੈਂ ਚਾਹੁੰਦਾ ਕਿ ਤੁਸੀਂ ਪੜੋ ਯੈਸ਼ਾਇਆ ਉਹਦੀ 58 ਬਾਬ ਉਹਦੀ 13ਵੀਂ ਆਇਤ, ਜਿੱਥੇ ਕਿ ਆਪਾਂ ਨੂੰ ਇਹ ਪਤਾ ਚੱਲਦਾ ਕਿ ਜਿਹੜੀ ਸਬਤ ਦਾ ਦਿਨ ਹੈ ਉਹ ਸਾਡੇ ਲਈ ਆਨੰਦ ਦਾ ਦਿਨ ਹੈ, ਨਾ ਕਿ ਇਹ ਕੋਈ ਮਤਲਬ ਡਰਨ ਦਾ ਦਿਨ ਹੈ ਜਾਂ ਬੋਝ ਦਾ ਦਿਨ। ਬੋਝ ਦਾ ਦਿਨ ਨਹੀਂ ਹੈ। ਹਾਂਜੀ 58 ਦੀ 13 'ਚ, यदि तू शब्द के कारण अपने पैर रोके, अर्थात मेरे पवित्र दिन में, इधर शब्दा नहीं लिखा है ना, शब्द करके मेरे पवित्र दिन में अपनी इच्छा पूरी ना करे और शब्द को आनंद का और यहोवा के पवित्र दिन को आदर योग्य माने और उसका सम्मान करे और अपने मार्ग में चलने, अपनी इच्छा पूरी करने और अपनी ही बातें बोलने से रुका रहे, तब तू यहोवा में प्रसन्न रहेगा। मैं तुझे पृथ्वी के ऊंचे ऊंचे स्थानों पर ले चलूंगा, मैं तुझे तेरे मूल पुरुष यकूब के भाग में से तुझे खिलाऊंगा। यहोवा ही के मुख से यह वचन निकला। ਆਮੀਨ। ਹੁਣ ਆਪਾਂ ਦੇਖੀਏ ਕਿ ਜਿਹੜਾ ਆਪਣੇ ਮਨ ਜਾਂ ਆਪਣੇ ਥੌਟਸ ਜਾਂ ਆਪਣੀਆਂ ਗੱਲਾਂ ਨੂੰ ਲੈ ਕੇ ਸਬਤ ਵਾਲੇ ਦਿਨ ਰੁਕੇਗਾ, ਉੱਤੇ ਉਹਦੀ ਬਲੇਸਿੰਗ ਹੋਊਗੀ, ਉੱਤੇ ਪਰਮੇਸ਼ਰ ਨੂੰ ਆਸ਼ੀਸ਼ ਦੇਵੇਗਾ। ਨਾਲੇ ਇੱਕ ਹੋਰ ਸਿਸਟਰ ਜੀ ਨੇ ਗੱਲ ਕੀਤੀ ਸੀ ਕਿ ਸਿਸਟਰ ਜੀ ਆਪਾਂ ਇੱਥੇ ਗੱਲ ਕਰ ਰਹੇ ਹਾਂ ਤਾਂ ਕਿ ਆਪਾਂ ਬਾਈਬਲ 'ਚ ਸੱਚ ਜਾਣ ਸਕੀਏ, ਨਾ ਕਿ ਆਪਾਂ ਇੱਕ ਦੂਸਰੇ ਨੂੰ ਥੱਲੇ ਕਰ ਸਕੀਏ। ਆਪਾਂ ਸਾਰੇ ਮਸੀਹ 'ਚ ਭਰਾ ਭੈਣ ਆ ਤੇ ਆਪਾਂ ਪ੍ਰੇਮ ਦੇ ਨਾਲ ਹੋ ਕੇ ਆਪਾਂ ਬੱਚਨ ਨੂੰ ਸਿੱਖਣਾ। ਉਹ ਇਹ ਗੱਲ ਕਹਿ ਰਹੇ ਸੀਗੇ ਕਿ ਮੈਨੂੰ ਜਿਹੜਾ ਬੰਦਾ ਇਹ ਰੋਕੇ ਕਿ ਤੁਹਾਡੇ ਵਿਊਜ਼ ਨਾ ਵੱਧ ਜਾਣ, ਇੱਦਾਂ ਦੀ ਗੱਲ, ਕਿ ਮੈਨੂੰ ਜਿਹੜਾ ਕੋਈ ਦੱਸੇ ਕਿ ਪ੍ਰਭੂ ਦੇ ਵਿੱਚ ਕਿੱਦਾਂ ਤੂੰ ਅੱਗੇ ਵਿਕਾਸ ਕਰ ਸਕਦੇ ਆ, ਤੁਸੀਂ ਕਿੱਦਾਂ ਪ੍ਰਭੂ ਦੇ ਅੰਦਰ ਬਾਈਬਲ ਦੇ ਵਿੱਚੋਂ ਤੁਸੀਂ ਮੈਨੂੰ ਕਿੱਦਾਂ ਸਮਝਾ ਸਕਦੇ ਹੋ, ਉਹ ਐਵੇਂ ਦੀ ਮੈਨੂੰ ਜੇ ਕੋਈ ਮੇਰਾ ਕ੍ਰਿਟਿਸਾਈਜ਼ ਵੀ ਕਰਦਾ ਹੋਵੇ ਤਾਂ ਮੈਨੂੰ ਵਧੀਆ ਲੱਗੇਗਾ, ਨਾ ਕਿ ਮੈਨੂੰ ਕਵੇ ਕਿ ਤੂੰ ਆਪਣੇ ਵਿਊਜ਼ ਇੱਦਾਂ ਨਾ ਵਧਾ, ਰੋਜ਼ ਨਾ ਆਇਆ ਕਰ, ਰੋਜ਼ ਨਾ ਤੂੰ ਆਇਆ ਕਰ, ਤੇਰੇ ਰੋਜ਼ ਆਉਣ ਦੇ ਨਾਲ ਤੇਰੇ ਵਿਊਜ਼ ਕਹਿਣਗੇ ਰੋਜ਼ ਹੀ ਆ ਜਾਂਦੀ ਵਚਨ ਲੈ ਕੇ। ਪਰ ਸਿਸਟਰ ਨੇ ਉੱਥੇ ਬਹੁਤ ਹੀ ਸ਼ਾਨਦਾਰ ਜਵਾਬ ਦਿੱਤਾ ਤੇ ਸਿਸਟਰ ਨੇ ਇਹ ਵੀ ਕਬੂਲ ਕੀਤਾ ਕਿ ਠੀਕ ਹੈ ਕਿ ਮੈਨੂੰ ਪ੍ਰਭੂ ਦੇ ਅੰਦਰ ਪ੍ਰਭੂ ਦੇ ਵਚਨ ਦੀ ਵਿੱਚੋਂ ਗੱਲ ਨਾ ਕਰੇਗਾ, ਉਹ ਕੋਈ ਵੀ ਹੋਵੇਗਾ ਤੇ ਉਹ ਮੈਨੂੰ ਜ਼ਿਆਦਾ ਵਧੀਆ ਲੱਗੇਗਾ। ਇਸ ਕਰਕੇ ਸਿਸਟਰ ਜੀ ਤੁਸੀਂ ਆਪਣੇ ਬੋਲਾਂ ਦੇ ਮੁਤਾਬਕ ਅਸੀਂ ਤੁਹਾਡੇ ਨਾਲ ਵਚਨ ਸਾਂਝਾ ਕਰ ਰਹੇ ਹਾਂ ਤੇ ਕਿਤੇ ਵੀ ਤੁਹਾਨੂੰ ਕ੍ਰਿਟਿਸਾਈਜ਼ ਨਹੀਂ ਕਰ ਰਹੇ, ਤੇ ਅਸੀਂ ਕਿਉਂਕਿ ਬਾਈਬਲ ਜਿਹੜੀ ਹੈਗੀ ਹੈ ਇਹ ਬਹੁਤ ਵੱਡਾ ਸਮੁੰਦਰ ਹੈ ਜਿਸ 'ਚ ਅਸੀਂ ਬਹੁਤ ਕੁਝ ਲੱਭ ਸਕਦੇ ਹਾਂ। ਖੁਦਾ ਦਾ ਵਚਨ ਹੈ ਤੇ ਅਸੀਂ ਵਚਨ ਤੋਂ ਬਾਹਰ ਗੱਲ ਨਹੀਂ ਕਰਾਂਗੇ। ਅਸੀਂ ਆਪਣੀ ਮਰਜ਼ੀ ਦੇ ਨਾਲ ਨਹੀਂ ਸਥਾਪਿਤ ਕਰ ਸਕਦੇ ਕਿਸੇ ਦਿਨ ਨੂੰ, ਕਿਸੇ ਚੀਜ਼ ਨੂੰ, ਕਿਸੇ ਰੀਤੀ ਨੂੰ। ਅਸੀਂ ਮਨੁੱਖ ਦੀ ਰੀਤੀ ਨੂੰ ਨਹੀਂ ਅਪਣਾ ਸਕਦੇ, ਅਸੀਂ ਪਰਮੇਸ਼ਵਰ ਦੀ ਰੀਤੀ ਨੂੰ ਅਪਣਾਉਂਦੇ ਹਾਂ। ਮੈਂ ਬਾਈਬਲ ਤੋਂ ਬਾਅਦ ਕਿਸੇ ਵੀ ਧਾਰਮਿਕ ਸਿਧਾਂਤ ਦੇ ਨਾਲ ਮੈਂ ਤੇ ਕਦੀ ਵੀ ਸਮਝੌਤਾ ਨਹੀਂ ਕਰਦਾ। ਇਸੇ ਕਰਕੇ ਮੈਂ ਤੇਰਾ ਨਾਮ ਸਿਧਾਂਤ ਰੱਖਿਆ ਸੀ ਕਿ ਮੈਂ ਬਾਈਬਲ ਤੋਂ ਬਾਹਰ ਸਿਧਾਂਤ ਨਹੀਂ ਮੰਨਦਾ ਕਿਸੇ ਨੂੰ। ਹਾਲਾਂਕਿ ਮੈਂ ਇੱਕ ਸਿੱਖ ਫੈਮਿਲੀ 'ਚ ਪੈਦਾ ਹੋਇਆ, ਲੇਕਿਨ ਮੈਂ ਜਦੋਂ ਪ੍ਰਭੂ ਯਿਸੂ ਮਸੀਹ ਨੂੰ ਜਾਣਿਆ, ਬਾਈਬਲ ਨੂੰ ਪੜ੍ਹਿਆ, ਤੇ ਫਿਰ ਜਿਵੇਂ ਮੈਂ ਵੀ ਪਹਿਲਾਂ ਜਾਣਦਾ ਨਹੀਂ ਸੀ, ਮੈਂ ਕਾਫੀ ਤਰ੍ਹਾਂ ਪਹਿਲਾਂ ਜਾਂਦਾ ਰਿਹਾ, ਸਾਡੇ ਚਰਚ 'ਚ ਜਾਂਦਾ ਰਿਹਾ, ਤੇ ਫਿਰ ਉੱਥੇ ਜਾ ਕੇ ਵੀ ਮੈਂ ਸ਼ਬਦ ਬਾਰੇ ਪੜ੍ਹਨਾ ਸਿੱਖਣਾ ਸ਼ੁਰੂ ਕੀਤਾ, ਪਾਸਟਰ ਜੀ ਨਾਲ ਗੱਲਬਾਤ ਕੀਤੀ, ਤੇ ਮੇਰੀ ਆਪਣੀ ਸਟੋਰੀ ਕਦੀ ਬਾਅਦ 'ਚ ਹੀ ਗੱਲ ਕਰਾਂਗੇ, ਠੀਕ ਹੈ। ਤੇ ਇਹ ਹੈ ਕਿ ਵੀ ਇਹ ਵੀ ਇੱਕ ਸੱਚਾਈ ਹੈ ਜਿਸ ਨੂੰ ਅਸੀਂ ਕਹਿੰਦੇ ਕਿ ਤੁਸੀਂ ਸੱਚ ਨੂੰ ਜਾਣੋਗੇ ਤਾਂ ਸੱਚ ਤੁਹਾਨੂੰ ਆਜ਼ਾਦ ਕਰੇਗਾ।
ਤੇ ਬਾਈਬਲ ਸਾਨੂੰ ਉਹ ਯਾਦ ਕਰਦੀ ਹੈ, ਹਾਂਜੀ। ਸਾਨੂੰ ਗੁਲਾਮੀ 'ਚ ਨਹੀਂ ਪਾਉਂਦੀ। ਬਿਲਕੁਲ ਕਿ ਜਿਹੜਾ ਸਬਤ ਹੈ ਇਹ ਸਾਡੇ ਵਿੱਚ ਚਿੰਨ੍ਹ ਹੈ ਕਿ ਪਰਮੇਸ਼ਵਰ ਸਾਡਾ ਕੀ ਹੈ, ਸ੍ਰਿਸ਼ਟੀ ਕਰਤਾ ਹੈ, ਉਹ ਸਾਡਾ ਕ੍ਰੀਏਟਰ ਹੈ ਤੇ ਅਸੀਂ ਉਹਦੀ ਬਣਾਈ ਕ੍ਰੀਏਸ਼ਨ। ਸੈਬਤ ਨੂੰ ਪਰੇ ਕਰਨ ਦਾ ਮਤਲਬ ਹੈ ਕ੍ਰੀਏਟਰ ਨੂੰ ਪਰੇ ਕਰਨਾ। ਰਾਈਟ। ਸੈਬਤ ਨੂੰ ਹਟਾਉਣ ਦਾ ਮਤਲਬ ਹੈ ਇੱਕ ਸ਼ੈਤਾਨ ਦੀ ਬੜੀ ਵੱਡੀ ਚਾਲ ਹੈ ਕਿ ਕ੍ਰੀਏਟਰ ਦੀ ਹੀ ਉਪਾਸਨਾ ਨਾ ਕਰੀਏ ਬਲਕਿ ਕਿਸੇ ਹੋਰ ਦੀ ਉਪਾਸਨਾ ਕਰੀਏ। ਰਾਈਟ। ਹੁਣ ਜਿੱਦਾਂ ਕਿ ਆਪਾਂ ਦੇਖਦੇ ਹਾਂ ਕਿ 321 AD ਵਿੱਚ ਕਨਸਟੈਂਟੀਨੋਪੋਲ ਜਿਹੜਾ ਕਿ ਰਾਜਾ ਸੀਗਾ ਰੋਮ ਦਾ ਜੀ, ਠੀਕ ਹੈ, ਉਹਨੇ ਕੀ ਕੀਤਾ, ਆਦੇਸ਼ ਦੇ ਦਿੱਤਾ ਪੂਰੀ ਪ੍ਰਜਾ ਨੂੰ ਕਿ ਤੁਸੀਂ ਹੁਣ ਸਬਤ ਵਾਲੇ ਦਿਨ ਨਹੀਂ ਪਰ ਸੰਡੇ ਵਾਲੇ ਦਿਨ ਸਾਰੇ ਵਰਸ਼ਿਪ ਕਰੋ। ਓਕੇ। ਉਹਦਾ ਬਿਆਨ ਸੀਗਾ ਕਿ ਉਹਨੇ ਅਸਮਾਨ ਦੇ ਵਿੱਚ ਸੂਰਜ ਸਾਹਮਣੇ ਸਲੀਬ ਦੇਖੀ। ਓਕੇ। ਜਿਸ ਦਾ ਮਤਲਬ ਕਿ ਇਸ ਤਰੀਕੇ ਨਾਲ ਉਹਨਾਂ ਨੇ ਗੱਲ ਕੀਤੀ ਕਿ ਹੁਣ ਸੂਰਜ ਵਾਲੇ ਦਿਨ ਨਹੀਂ, ਮਤਲਬ ਸੰਡੇ ਐਤਵਾਰ ਉਦੋਂ ਹੀ ਆਪਾਂ ਪਰਮੇਸ਼ਰ ਦੀ ਵਰਸ਼ਿਪ ਕਰਾਂਗੇ। ਕਿਉਂਕਿ ਰੋਮਨ ਜੇ ਤੁਸੀਂ ਹਿਸਟਰੀ ਦੇਖੋ ਨਾ ਚੈੱਕ ਕਰਕੇ, ਉਹ ਦਿਨ ਨੂੰ ਬੜਾ ਵੱਡਾ, ਸੂਰਜ ਨੂੰ ਬਹੁਤ ਵੱਡਾ ਦਿਨ ਮੰਨਦੇ, ਸੂਰਜ ਨੂੰ ਬੜਾ ਵੱਡਾ ਆਪਣਾ ਉਹ ਮੰਨਦੇ ਸੀਗੇ ਕਰਦੀ। ਜੇ ਤੁਸੀਂ ਰੋਮ ਦੀ ਹਿਸਟਰੀ ਦੇਖੋ ਨਾ ਕਿ ਉਹ ਸੂਰਜ ਨੂੰ ਆਪਣਾ ਬੜਾ ਵੱਡਾ ਦੇਵਤਾ ਮੰਨਦੇ ਸੀ। ਤੇ ਜਿਹੜਾ ਇੰਗਲਿਸ਼ ਸੰਡੇ ਹੈ ਸੰਡੇ, ਸੂਰਜ ਦਾ ਦਿਨ, ਉਹ ਸੂਰਜ ਦਾ ਦਿਨ ਉਪਾਸਨਾ ਕਰਦੇ ਸੀ ਉਹਦੀ ਬੜੀ ਵੱਡੀ। ਤੇ ਜਦੋਂ ਇਹ ਕਰ ਰਹੇ ਸੀ ਨਾ ਆਪਣੇ, ਜਦੋਂ ਇੱਕ ਆਪਣਾ ਕ੍ਰਿਸਚਨ ਫੈਲ ਰਹੇ ਸੀ, ਗਰੋਇੰਗ ਹੋ ਰਹੀ ਸੀ ਲਗਾਤਾਰ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ, ਤੇ ਰੋਮਨ ਲੋਕ ਜਿਹੜੇ ਸੀਗੇ, ਰੋਮੀ ਲੋਕ, ਉਹ ਯਿਸੂ ਮਸੀਹ ਨੂੰ ਐਕਸੈਪਟ ਕਰਦੇ ਸੀ, ਲਗਾਤਾਰ ਚਰਚਸ ਭਰ ਰਹੀਆਂ ਸੀਗੀਆਂ। ਪਰ ਇਹ ਸੈਬਤ ਵਾਲੇ ਦਿਨ ਚਰਚੇ ਆਉਂਦੇ ਸੀ ਤੇ ਰੋਮੀ ਲੋਕ ਸੀ, ਉਹਨਾਂ ਦਾ ਸੰਡੇ ਛੁੱਟੀ ਹੁੰਦੀ ਸੀ। ਉਸ ਤੋਂ ਬਾਅਦ ਰਾਜੇ ਨੇ ਦੇਖਿਆ ਕਿ 2 ਦਿਨ ਛੁੱਟੀ ਹੋਏਗੀ, ਸ਼ਨੀਵਾਰ ਵੀ, ਕਿਉਂਕਿ ਮੇਰੀ ਜਿਹੜੀ ਤਦਾਦ ਹੈ ਜ਼ਿਆਦਾ ਲੋਕ ਕ੍ਰਿਸਚਨ ਬਣ ਜਾਂਦੇ ਨੇ ਤੇ ਉਹ ਚਰਚ ਸ਼ਨੀਵਾਰ ਨੂੰ ਜਾਂਦੇ ਨੇ ਤੇ ਗਿਣਤੀ ਵਧੀ ਜਾਂਦੀ ਹੈ। ਛੁੱਟੀ ਕਰਨ, ਸ਼ਨੀਵਾਰ ਛੁੱਟੀ ਹੁੰਦੀ ਸੀ ਸਿਰਫ 6 ਦਿਨ, ਪਰ 6 ਦਿਨ ਕੰਮ ਹੁੰਦਾ ਸੀ, 1 ਦਿਨ ਛੁੱਟੀ ਹੁੰਦੀ ਸੀ। ਤੇ ਉਹਨਾਂ ਨੇ ਦੇਖਿਆ ਕਿ 2 ਦਿਨ ਛੁੱਟੀ ਹੋਏਗੀ ਤੇ ਮੇਰੇ ਦੇਸ਼ ਦੀ ਪ੍ਰੋਡਕਸ਼ਨ 'ਚ ਫਰਕ ਪਏਗਾ, ਪੈਸੇ 'ਚ ਫਰਕ ਪਏਗਾ, ਰੈਵਨਿਊ ਘੱਟ ਆਏਗਾ ਮੇਰਾ, ਤੇ ਇਹ ਤੇ ਕੰਮ ਗਲਤ ਹੋ ਗਿਆ। ਉਹਨੇ ਫਿਰ ਉਹਨਾਂ ਕ੍ਰਿਸਚਨਾਂ ਨੂੰ, ਜੇਕਰ ਉਹ ਜੋ ਦਿਨ ਚੇਂਜ ਕਰ ਦਿੰਦਾ, ਆਪਣਾ ਪੁਰਾਤਨ ਰੀਤੀ ਕਿਵੇਂ ਤੋੜ ਦਿੰਦਾ ਜਿਹੜੀ ਸਦੀਆਂ ਤੋਂ ਚੱਲਦੀ ਆ ਰਹੀ, ਜਿਹਦੇ ਚੋਂ ਪੈਦਾ ਹੋਈ ਸੀ ਕਿ ਉਹ ਸੰਡੇ ਵਰਸ਼ਿਪ ਕਰਦੇ ਸੀ, ਸੂਰਜ ਦੀ ਪੂਜਾ ਕਰਦੇ ਸੀ ਕਿ ਸੰਡੇ ਵਾਲੇ ਦਿਨ, ਤੇ ਉਹਨੂੰ ਉਦੋਂ ਕਿਤੇ ਚੇਂਜ ਕਰ ਸਕਦੀ, ਕਿਉਂਕਿ ਉਹਦੇ ਰਾਜ ਦੇ ਵਿੱਚ ਸਾਰੇ ਲੋਕ ਉੱਦਾਂ ਦੇ ਸੀ, ਉਹਦੇ ਵਜ਼ੀਰ, ਉਹਦੇ ਜਿੰਨੇ ਵੀ ਉਹ ਸੀਗੇ। ਇਹਨੇ ਤੇ ਯਿਸੂ ਮਸੀਹ ਨੂੰ ਕਹਿੰਦਾ ਕਿ ਮੈਂ ਦੇਖ ਲਿਆ। ਫਿਰ ਇਹਨੇ ਇੱਕ ਕਹਾਣੀ ਘੜੀ ਕਿ ਮੈਂ ਸੰਡੇ ਵਾਲੇ ਦਿਨ ਸੂਰਜ ਦੇ ਵਿੱਚ ਪ੍ਰਕਾਸ਼ 'ਚ ਯਿਸੂ ਮਸੀਹ ਦੇ ਕਰੂਸ ਨੂੰ ਦੇਖ ਲਿਆ। ਇਸ ਕਰਕੇ ਤੁਸੀਂ ਜਿੰਨੇ ਵੀ ਕ੍ਰਿਸਚਨਸ ਹੈਗੇ ਹੋ, ਤੁਸੀਂ ਸੈਚਰਡੇ ਵਾਲੇ ਦਿਨ ਨਾ ਜਾਓ ਚਰਚ, ਤੇ ਤੁਸੀਂ ਸੰਡੇ ਵਾਲੇ ਦਿਨ ਚਰਚ ਆਓ। ਇੱਕ ਹੋਰ ਚੀਜ਼ ਕਿ ਉਸ ਟਾਈਮ ਪਰਸੀਕਿਊਸ਼ਨ ਬਹੁਤ ਜ਼ਿਆਦਾ ਹੋ ਰਹੀ ਤੇ ਇਹੀ ਜਿਹੜਾ ਕਨਸਟੈਂਟੀਨੋਪੋਲ ਜਿਹੜਾ ਸੀਗਾ ਉਹ ਪਰਸੀਕਿਊਟ ਕਰ ਰਿਹਾ ਸੀ। ਤੇ ਇਹ ਆਪ ਹੀ ਬਾਅਦ ਜਦੋਂ ਕ੍ਰਿਸਚਨ ਬਣ ਗਿਆ, ਬਾਅਦ 'ਚ ਉਹਨੇ ਦੇਖਿਆ ਕਿ ਅੱਛਾ ਠੀਕ ਆ, ਆਪਾਂ ਹੱਲ ਕੱਢਦੇ ਹਾਂ ਕੋਈ, ਠੀਕ ਹੈ, ਤੇ ਉਹ ਪਰਸੀਕਿਊਸ਼ਨ ਨੂੰ ਛੱਡ ਕੇ ਉਹਨੇ ਪਰਸੀਕਿਊਸ਼ਨ ਮਨਾ ਕਰ ਦਿੱਤੀ। ਠੀਕ ਹੈ, ਪਹਿਲਾਂ ਜਿਹੜੇ ਮਸੀਹ ਸੀਗੇ ਉਹ ਲੋਕ ਸਬਤ ਵਾਲੇ ਦਿਨ ਪ੍ਰਾਰਥਨਾ ਕਰਦੇ ਸੀ, ਪਰ ਉਸ ਤੋਂ ਬਾਅਦ ਉਹ ਸੰਡੇ ਵਾਲੇ ਦਿਨ ਫਿਰ ਉਹਦੇ ਸਾਹਮਣੇ ਆ ਕੇ ਵਰਸ਼ਿਪ ਕਰ ਲੱਗੇ, ਤਾਂ ਕਿ ਸ਼ਨੀਵਾਰ ਨੂੰ ਕੰਮ ਚੱਲਦਾ ਰਹੇ, ਉਹਦੀ ਪ੍ਰੋਡਕਸ਼ਨ ਨਾ ਘਟੇ, ਉਹਦਾ ਰੈਵਨਿਊ ਨਾ ਘਟੇ, ਉਹਦਾ ਪੈਸਾ ਆਉਣਾ ਨਾ ਘਟੇ, ਉਹਦੀ ਜਿਹੜੀ ਇਕਨੋਮਿਕ ਕੰਡੀਸ਼ਨ ਖਰਾਬ ਨਾ ਹੋਵੇ ਦੇਸ਼ ਦੀ। ਤੇ ਇਸ ਤਰੀਕੇ ਦੇ ਨਾਲ ਉਹਨੇ ਗੱਲਾਂ, ਮੈਂ ਇਹੀ ਗੱਲਾਂ ਆਪਣੇ ਕੋਲ ਨਹੀਂ ਬਣਾ ਕੇ ਕਰ ਰਹੇ। ਤੁਸੀਂ ਕਦੇ ਵੀ ਹਿਸਟਰੀ ਆਫ ਰੋਮਨਸ ਦੀ ਪਹਿਲੀ ਸਦੀ, ਦੂਜੀ ਸਦੀ, ਤੀਜੀ ਸਦੀ, ਚੌਥੀ ਸਦੀ ਦੀ ਹਿਸਟਰੀ ਦੀਆਂ ਕਿਤਾਬਾਂ 'ਚ ਪੜ੍ਹ ਕੇ ਤੁਸੀਂ ਇਹ ਚੀਜ਼ਾਂ ਲੱਭ ਸਕਦੇ ਹੋ। ਹਾਂਜੀ, ਅਗਰ ਮੈਂ ਲਿੰਕ ਡਿਸਕ੍ਰਿਪਸ਼ਨ 'ਚ ਥੱਲੇ ਮੈਂ ਸਾਰੇ ਲਿੰਕ ਪਾ ਦੂੰਗਾ, ਜਿਹੜੇ ਵੀ ਆਪਾਂ ਗੱਲ ਕਰ ਰਹੇ ਹਾਂ ਬਾਈਬਲ ਵਰਸਸ ਜਾਂ ਆਪਾਂ ਜਿਹੜੀ ਵੀ ਹਿਸਟਰੀ ਦੀ ਗੱਲ ਕਰ ਰਹੇ ਹਾਂ, ਤੁਸੀਂ ਲਿੰਕ ਸਿੱਧਾ ਤੁਹਾਨੂੰ ਵੈਬਸਾਈਟ ਲੈ ਜਾਏਗਾ ਜਿੱਥੇ ਕਿ ਸਾਰੀ ਹਿਸਟਰੀ ਮੌਜੂਦ ਹੈ। ਹਾਂ, ਤੇ ਉਹਦੇ 'ਚ ਉਹਨੇ ਫਿਰ ਇਸ ਤਰੀਕੇ ਨਾਲ ਕ੍ਰਿਸਚਨਸ ਨੂੰ ਸੰਡੇ ਵਾਲੇ ਦਿਨ ਲੈ ਕੇ ਆਉਣ ਦਾ ਕੀਤਾ ਗਿਆ। ਸੰਡੇ ਦਿਨ ਅਸਲ 'ਚ ਸੂਰਜ ਦਿਨ ਦੀ ਉਪਾਸਨਾ ਦੇਣਾ ਇੱਕ ਕਿਸਮ ਦੇ ਨਾਲ। ਹੁਣ ਮੈਂ ਇੱਕਦਮ ਕਹਾਂਗਾ, ਕਈਆਂ ਨੂੰ ਸ਼ਾਇਦ ਮੇਰੀ ਇਹ ਗੱਲ ਨੂੰ ਐਕਸੈਪਟ ਨਾ ਹੋਣ, ਇੱਕ ਕਿਸਮ ਦੇ ਨਾਲ ਇੱਕ ਸਬਤ ਪ੍ਰਭੂ ਯਿਸੂ ਮਸੀਹ ਦੁਆਰਾ, ਪਰਮੇਸ਼ਵਰ ਜੋਆ ਦੁਆਰਾ ਪਵਿੱਤਰ ਕੀਤਾ ਗਿਆ ਦਿਨ, ਸਾਨੂੰ ਚਿੰਨ੍ਹ ਦਿੱਤੇ ਹੋਏ ਚਿੰਨ੍ਹ ਵਾਲੇ ਦਿਨ ਨੂੰ ਬਦਲ ਕੇ ਸੂਰਜ ਦਾ ਦਿਨ ਵਾਲੇ ਦਿਨ ਉਪਾਸਨਾ ਕਰਨ ਲੱਗਾ। ਆਪਾਂ ਅਲਟੀਮੇਟਲੀ ਆਪਾਂ ਇੰਡਾਇਰੈਕਟਲੀ ਜੋ ਸ਼ੈਤਾਨ ਨੇ ਜੋ ਘੜਿਆ ਹੋਇਆ ਆਪਾਂ ਉਹਨੂੰ ਸ਼ੈਤਾਨ ਤੇ ਇਹੀ ਚਾਹੁੰਦਾ ਕਿ ਆਪਾਂ ਕ੍ਰੀਏਸ਼ਨ ਨੂੰ ਪੂਜੀਏ। ਬਿਲਕੁਲ ਰਾਈਟ। ਤੇ ਜਿਹੜੇ ਕਿ ਮਨੁੱਖ ਦੇ ਬਣਾਏ ਸਿਧਾਂਤਾਂ ਉਹਨਾਂ ਦੇ ਚੱਲੀ, ਪਰ ਪਰਮੇਸ਼ਵਰ ਦਾ ਸਿਧਾਂਤ ਸਾਨੂੰ ਦੱਸਦਾ ਕਿ ਸਬਤ ਵਾਲੇ ਦਿਨ ਤੁਸੀਂ ਆਰਾਧਨਾ ਕਰੋ, ਸਬਤ ਵਾਲੇ ਦਿਨ ਤੁਸੀਂ ਪਰਮੇਸ਼ਵਰ ਦੀ ਵਰਸ਼ਿਪ ਰੱਖੋ ਤੇ ਉਹਨੂੰ ਯਾਦ ਕਰੋ। ਹੁਣ ਆਪਾਂ ਦੇਖਦੇ ਹਾਂ ਕਿ ਜਦੋਂ ਇਜ਼ਰਾਈਲੀਆਂ ਨੂੰ ਕੱਢਿਆ ਗਿਆ, ਉਹਦਾ ਮੇਨ ਰੀਜ਼ਨ ਕੀ ਸੀਗਾ? ਇਜ਼ਰਾਈਲੀਆਂ ਜਦੋਂ ਕੱਢਿਆ ਗਿਆ ਇਜਿਪਟ ਵਿੱਚੋਂ, ਉਹਦਾ ਮੇਨ ਰੀਜ਼ਨ ਸੀਗਾ ਕਿ ਉਹ ਸਬਤ ਵਾਲੇ ਦਿਨ ਪਰਮੇਸ਼ਵਰ ਦੀ ਵਰਸ਼ਿਪ ਨਹੀਂ ਕਰ ਰਹੇ, ਉਹ ਕੰਮ ਕਰ ਰਹੇ ਸੀ, ਉਹਨੂੰ ਮਜ਼ਦੂਰੀ ਕਰਨੀ ਪੈਂਦੀ। ਤੇ ਉਹ ਦਿਨ ਜਿਹੜਾ ਸੀਗਾ ਉਹਨਾਂ ਵਾਸਤੇ ਕੀ ਦਿਨ ਸੀ? ਰਿਡੈਂਪਸ਼ਨ ਦਾ ਦਿਨ। ਤੇ ਮੈਂ ਚਾਹਨਾ ਕਿ ਤੁਸੀਂ ਡਿਟਰਨੋਮੀ ਜਿਹੜੀ ਕਿ ਵਿਵਸਥਾ ਵਰਨ ਹਨਾ,
ਆਪਾਂ ਉਹ ਪੜਾਂਗੇ 5:15 5 15 ਚੈਪਟਰ 5 ਵਰਸ 15 ਆਪਾਂ ਪੜਾਂਗੇ ਕਿ ਪਰਮੇਸ਼ਵਰ ਨੇ ਉਹਨਾਂ ਨੂੰ ਆਜ਼ਾਦ ਕਾਹਤੋਂ ਕੀਤਾ। ਇਹ 'ਚ ਵੀ ਉਹੀ 10 ਆਗਿਆਂ ਦੇ ਬਾਰੇ ਵਿੱਚ ਜ਼ਿਕਰ ਹੈ ਤੇ ਇਹਦੇ 'ਚ 5 ਦੀ 15 'ਚ ਲਿਖਿਆ ਹੋਇਆ कि तू सुमन रखना कि मिस्र देश में तू दास था, ਰਾਈਟ गुलाम था, और तेरा परमेश्वर यहोवा अपने समर्थी हाथ और अपनी बढ़ाई हुई भुजा के द्वारा तुझे वहां से निकाल लाया, इसलिए तेरे परमेश्वर यहोवा ने तुझे सब्त के दिन को मानने की आज्ञा दी है। ਆਮੀਨ। ਇੱਥੇ ਸਪਸ਼ਟ ਹੀ ਇੱਥੇ ਸਾਫ਼ ਸਾਨੂੰ ਪਤਾ ਚੱਲ ਰਿਹਾ ਹੈ ਕਿ ਪਰਮੇਸ਼ਵਰ ਨੇ ਉਹਨਾਂ ਨੂੰ ਇਸ ਲਈ ਕੱਢਿਆ ਕਿ ਉਹ ਸਬਤ ਵਾਲੇ ਦਿਨ ਪਰਮੇਸ਼ਵਰ ਦੀ ਬਖਸ਼ਿਸ਼। ਠੀਕ ਹੈ, ਆਜ਼ਾਦੀ 'ਚ ਗੁਲਾਮੀ ਤੋਂ ਆਜ਼ਾਦੀ 'ਚ ਲਿਆਂਦਾ। ਹਾਂਜੀ। ਇਸ ਕਰਕੇ ਇਹ ਸਾਨੂੰ ਆਜ਼ਾਦ ਕਰਨ ਦਾ ਇੱਕ ਦਿਨ ਹੈ, ਸਬਤ ਦਾ ਦਿਨ Right. ਸਾਨੂੰ ਇੱਕ ਆਜ਼ਾਦ ਕਰਨ ਦਾ ਦਿਨ ਹੈ। ਤੇ ਇੱਥੇ ਆਪਾਂ ਹੋਰ ਪੜ੍ਹਦੇ ਹਾਂ ਕਿ ਇਹ ਸਾਈਨ ਆਫ ਸੈਂਕਟੀਫਿਕੇਸ਼ਨ ਅੱਲਾਹ ਕੀਤਾ। ਅੱਲਾਹ ਕੀਤਾ ਹੈ ਦਿਨ ਹੈ। ਆਪਾਂ ਦੁਨੀਆ ਨਾਲ ਨਹੀਂ ਚੱਲਦੇ। ਹਾਂ। ਠੀਕ ਹੈ, ਦੁਨੀਆ ਜੋ ਕਹਿ ਰਹੀ ਹੈ ਜਾਂ ਦੁਨੀਆ ਦੇ ਜੋ ਰੂਲਸ ਨੇ, ਚਾਹੇ ਜਿੰਨਾ ਵੀ ਮਰਜ਼ੀ ਬਿਜ਼ੀ ਹੋ ਤੁਸੀਂ, ਪਰ ਅਗਰ ਜਿਹੜਾ ਤੁਸੀਂ ਪਰਮੇਸ਼ਵਰ ਲਈ ਟਾਈਮ ਕੱਢਣਾ ਉਹ ਸੈਂਕਟੀਫਾਈ, ਜਿੱਦਾਂ ਕਿ ਪਰਮੇਸ਼ਵਰ ਨੇ ਖੁਦ 7ਵੇਂ ਦਿਨ ਆਰਾਮ ਕੀਤਾ, ਇਸ ਤਰੀਕੇ ਨਾਲ ਉਹਨੇ ਸਾਨੂੰ ਵੀ ਉਹੀ ਦਿਨ ਦਿੱਤਾ। ਉਹੀ ਦਿਨ ਦਿੱਤਾ। ਬਿਲਕੁਲ। ਹੁਣ ਆਪਾਂ ਚਲੋ ਇੱਕ ਛੋਟੀ ਜਿਹੀ ਉਦਾਹਰਨ ਦਿੰਦੇ ਹਾਂ। ਉਦਾਹਰਨ ਚਲੋ ਸਾਡੀ ਰੂਹਾਨੀਅਤ ਦਾ ਨਾਲ ਮੇਲ ਨਹੀਂ ਖਾਂਦੀ, ਬਟ ਜਿੱਦਾਂ ਕੋਈ ਵੀ ਆਪਣੀ ਜ਼ਿੰਦਗੀ 'ਚ ਅਫੇਅਰ 'ਚ ਜਾਂਦਾ, ਕਿਸੇ ਦੇ ਨਾਲ ਪਿਆਰ 'ਚ ਪੈਂਦਾ, ਜੇਕਰ ਆਪਣੀ ਪ੍ਰੇਮਿਕਾ ਨੂੰ ਉਹਨੇ ਮਿਲਣ ਜਾਣਾ ਹੋਵੇ, ਤੁਸੀਂ ਪ੍ਰੇਮਿਕਾ ਨੇ ਉਹਨੂੰ 5 ਵਜੇ ਦਾ ਟਾਈਮ ਦਿੱਤਾ ਹੋਵੇ, ਤੇ ਜੇ 5 ਵਜੇ ਨਹੀਂ ਪਹੁੰਚਦਾ, 5 ਦੀ ਬਜਾਏ 7 ਵਜੇ ਪਹੁੰਚੇਗਾ, ਉਹਦੀ ਪ੍ਰੇਮਿਕਾ ਚਲੀ ਗਈ ਹੋਈ ਉੱਥੋਂ। ਜਾਂ ਪ੍ਰੇਮਿਕਾ ਨੇ ਆਪਣੇ ਪ੍ਰੇਮੀ ਨੂੰ ਮਿਲਣ ਜਾਣਾ ਹੋਵੇ ਤੇ ਪ੍ਰੇਮੀ ਉੱਥੇ 5 ਵਜੇ ਦਾ ਟਾਈਮ ਦਿੱਤਾ ਹੋਵੇ ਤੇ 5 ਵਜੇ ਨਾ ਪਹੁੰਚੇ, 8 ਵਜੇ, 9 ਵਜੇ, 7 ਵਜੇ ਪਹੁੰਚੇ, ਤੇ ਉਨੀ ਹੀ ਸ਼ਿੱਦਤ ਨਾਲ ਪਹੁੰਚੇ, ਉਨੀ ਖੁਸ਼ੀ ਦੇ ਨਾਲ, ਬਲਕਿ ਉਹਦੇ ਲਈ ਮਹਿੰਗੇ ਮਹਿੰਗੇ ਤੋਹਫੇ ਵੀ ਲੈਣੇ ਜਾਵੇ, ਚਾਹੇ ਉਹ ਸਕੂਲੋਂ ਆਇਆ ਜਾਂ ਕੰਮ ਤੋਂ ਆਇਆ, ਕਿਤੋਂ ਵੀ ਕਿਤੇ ਆਇਆ, ਤੇ ਜੋ ਮਰਜ਼ੀ ਬਹਾਨਾ ਹੋਵੇ ਕੋਲ, ਤੇ ਉਹ ਕਵੇ ਲੈ 9 ਵਜੇ ਜਾ ਕੇ ਵੀ ਮੈਂ ਤੇ ਆ ਗਈ ਹਾਂ, ਮੇਰੇ ਲਈ ਤੇ ਮੈਂ ਮੰਨਣਾ ਕਿ ਮੈਂ ਤੇ ਕੋ ਆਈ ਹਾਂ। ਮੈਂ ਜਿੱਦਾਂ ਸਿਸਟਰ ਜੀ ਨੇ ਕਿਹਾ ਕਿ ਆਪਾਂ ਮੰਨਣਾ ਕਿ ਸਬਤ ਨੂੰ ਕਿੱਦਾਂ ਮੰਨਣਾ ਆਪਾਂ, ਤੇ ਇਹਦੇ ਮੈਂ ਮੰਨਣਾ ਕਿ ਮੈਂ ਕਿੱਦਾਂ ਆਈ ਹਾਂ। ਤੇ ਇਹਦਾ ਮਤਲਬ ਅਗਲੇ ਦੀ ਜਿਹਨੇ ਟਾਈਮ ਦਿੱਤਾ ਉਹਦਾ ਕੋਈ ਵਜੂਦ ਨਹੀਂ, ਉਹਦਾ ਕੋਈ ਸੰਬੰਧ ਨਹੀਂ, ਉਹਦਾ ਕੋਈ ਵਿਅਕਤੀਤਵ ਨਹੀਂ ਹੈਗਾ ਕਿ ਉਹਨੇ ਕਿਹਾ ਮੈਨੂੰ 5 ਵਜੇ ਆ, ਮੈਨੂੰ 5 ਵਜੇ ਮਿਲਦੇ ਆ। ਮੈਂ ਭਾਵੇਂ ਲੱਖ ਰੁਪਈਆ ਦਾ ਤਿਉਹਾਰ ਉਹਦੇ ਵਾਸਤੇ ਇੱਕ ਗਿਫਟ ਲੈ ਕੇ ਆਉਣਾ ਹੋਵੇ, ਤੇ 5 ਵਜੇ ਦੀ ਬਜਾਏ ਮੈਂ 8 ਵਜੇ ਗਿਆ, ਤਾਂ ਮੈਂ ਕਹਾਂ ਵੀ ਮੈਂ ਹੁਣ 8 ਵਜੇ ਮੈਂ ਆ ਗਿਆ ਵਾਂ, ਤੇ ਉਹ ਆਪਣੇ ਘਰ ਜਾ ਚੁੱਕਾ ਹੋਵੇ ਜਾਂ ਜਾ ਚੁੱਕੀ ਹੋਵੇ, ਤੇ ਕੀ ਉਹ ਛੱਡ ਕੇ ਫਿਰ ਵਾਪਸ ਆਏਗੀ ਮੇਰਾ ਐਕਸੈਪਟ ਕਰਨ ਵਾਸਤੇ, ਗਿਫਟ ਲੈਣ ਵਾਸਤੇ। ਸ਼ਾਇਦ ਮੇਰੇ ਨਾਲ ਨਾਤਾ ਵੀ ਤੋੜ ਸਕਦੀ ਜੇ ਮੈਂ 1 2 3 4 ਵਜੇ ਲਗਾਤਾਰ ਉਹਦਾ ਨਾਲ ਇੱਦਾਂ ਕਰਾਂਗੇ, ਹੈ ਨਾ। ਇਸ ਕਰਕੇ ਖੁਦਾ ਦੇ ਨਾਲ ਅਸੀਂ ਇੱਦਾਂ ਨਹੀਂ ਕਰ ਸਕਦੇ। ਅਸੀਂ ਆਪਣੀ ਮਰਜ਼ੀ ਨਾਲ ਨਹੀਂ ਮੰਨ ਸਕਦੇ ਕਿ ਅਸੀਂ ਆਪਣੀ ਮਰਜ਼ੀ ਦੇ ਹਿਸਾਬ 'ਤੇ ਕਿਹੜੀ ਮੰਨਣੀ, ਸਾਡੇ ਲਈ ਕਿਹੜਾ ਦਿਨ ਵਿਸ਼ਰਾਮ ਅਸੀਂ ਉਹ ਨਹੀਂ ਕਰ ਸਕਦੇ ਹਾਂ। ਅਸੀਂ ਕੌਣ, ਸਾਡੇ 'ਚ ਇੰਨੀ ਹਿੰਮਤ ਹੈਗੀ ਆ, ਅਸੀਂ ਕੱਲ੍ਹ ਹੈਗੇ ਨਹੀਂ ਸੀ, ਅੱਜ ਅਸੀਂ ਹੈਗੇ ਹਾਂ, ਕੱਲ੍ਹ ਅਸੀਂ ਫਿਰ ਨਹੀਂ ਹੋਣਾ। ਤੇ ਖੁਦਾ ਦਾ ਵਚਨ ਜਿਹੜਾ ਸਨਾਤਨ ਵਚਨ ਹੈਗਾ, ਜਿਹੜਾ ਕੱਲ੍ਹ ਵੀ ਸੀ, ਅੱਜ ਵੀ, ਤੇ ਕੱਲ੍ਹ ਫਿਰ ਹੋਣਾ। ਸਬਤ ਪਰਮੇਸ਼ਵਰ ਨੇ ਮਰਨ ਤੋਂ ਪਹਿਲਾਂ ਦਿੱਤੀ, ਪਾਪ ਤੋਂ ਪਹਿਲਾਂ ਦਿੱਤੀ, ਅਮਰ ਅਵਸਥਾ 'ਚ ਦਿੱਤੀ, ਇੱਥੇ ਵੀ ਮੰਨਣ ਨੂੰ ਕਿਹਾ ਕਿ ਸਵਰਗ 'ਚ ਵੀ ਮੰਨੀ ਜਾਣੀ ਹੈ, ਤੇ ਬਾਅਦ ਵਿੱਚ ਨਵੇਂ ਆਕਾਸ਼ 'ਚ ਨਵੀਂ ਸ੍ਰਿਸ਼ਟੀ 'ਚ ਵੀ ਸਬਤ ਵਾਲੇ ਦਿਨ ਸਮਸਤ ਲੋਕ ਉਹਦੇ ਜਾ ਕੇ ਸਾਹਮਣੇ ਦੜਵਤ ਕਰਨਗੇ, ਤੇ ਆਪਾਂ ਇੱਥੇ ਹੀ ਛੱਡ ਕੇ ਕਿੱਦਾਂ ਬੈਠ ਸਕਦੇ ਹਾਂ। ਯਿਸੂ ਮਸੀਹ ਜੋ ਤੀਜੇ ਦਿਨ ਜੀ ਉੱਠੇ ਸੀ ਨਾ, ਤੁਸੀਂ ਕਦੀ ਉਹ ਚੀਜ਼ ਨੋਟ ਨਹੀਂ ਕੀਤੀ ਕਦੀ ਧਿਆਨ ਨਾਲ ਕਿ ਉਹਨਾਂ ਕਿਹਾ ਨਾ ਤੀਜੇ ਦਿਨ ਜੀ ਉਠਾਗਾ। ਯਾਰ ਉਹ ਸੋਮਵਾਰ, ਮੰਗਲਵਾਰ, ਬੁੱਧਵਾਰ ਵੀ ਤੇ ਹੋ ਸਕਦਾ ਸੀ ਉੱਤੇ ਦਿਨ, ਉੱਤੇ ਨੇ ਸ਼ੁੱਕਰ, ਸ਼ਨੀ, ਐਤਵਾਰ ਹੀ ਕਿੱਦਾਂ ਆ ਗਏ। ਚਲੋ ਉਹ ਆ ਗਏ ਉਸ ਕਿਉਂਕਿ ਫਸੇ ਦਾ ਪਰਵ ਉਸ ਦਿਨ ਸੀਗਾ, ਉਹਦੇ ਮੁਤਾਬਕ ਜੇ ਫਸੇ ਦਾ ਪਰਵ ਦਾ ਦਿਨ ਮੇਮਣਾ ਲਾ ਕੀਤਾ ਗਿਆ ਸੀ ਨਾ, ਉਹ 3 ਵਜੇ ਹੁੰਦੇ ਉਹ 3 ਵਜੇ ਹਲਾਕ ਕਰਕੇ ਤੇ ਉਹ ਚਗਾਠਾਂ ਦੇ ਉੱਤੇ ਉਹ ਲਾਇਆ ਗਿਆ ਸੀ ਖੂਨ। ਉਹੀ ਖੂਨ ਜਦੋਂ ਪ੍ਰਭੂ ਯਿਸੂ ਮਸੀਹ ਨੇ ਪ੍ਰਾਣ ਤੇ ਅੱਗੇ ਸੀ, ਪੂਰੇ 3 ਵਜੇ ਹੀ ਤਿਆਰੀ ਦਾ ਦਿਨ ਸੀਗਾ ਕਿ ਵੀ ਸਬਤ ਦੀ ਸ਼ੁਰੂਆਤ ਤੋਂ ਦਿਨ ਢਲਣ ਤੋਂ ਲੈ ਕੇ ਦਿਨ ਢਲਣ ਤੱਕ ਕਿ ਲੋਕੀ ਦੌੜੇ ਭੱਜੇ ਨਾ ਫਿਰਨ। ਉਹਨਾਂ ਨੇ 3 ਵਜੇ ਯਿਸੂ ਮਸੀਹ ਨੂੰ ਚੁੱਕਿਆ, ਲੇਪ ਕੀਤਾ, ਉਹਨੂੰ ਪੂਰਾ ਕੀਤਾ, ਉਹਨੂੰ ਜਾ ਕੇ ਕਬਰ 'ਚ ਰੱਖਤਾ, ਜਿੱਥੇ ਉਹਨੂੰ ਗੋਲਗੱਤਾ 'ਚ, ਜਿੱਥੇ ਕਰੂਸ 'ਤੇ ਚੜਾਇਆ ਗਿਆ ਸੀ, ਗੋਲਗੱਤਾ ਖੋਪੜੀ ਦਾ ਸਥਾਨ ਜਿਹਨੂੰ ਕਹਿੰਦੇ ਨੇ, ਉਹਦੇ ਨਾਲ ਹੀ ਉਹ ਧਨੀ ਪੁਰਸ਼ ਦੀ ਕਬਰ ਸੀਗੀ, ਹੈ ਨਾ। ਤੇ ਉਹ ਨਾਲ ਹੀ ਆ ਬਿਲਕੁਲ, ਜੇ ਤੁਹਾਨੂੰ ਕਦੀ ਜ਼ਿੰਦਗੀ ਜਾਣ ਦਾ ਮੌਕਾ ਮਿਲੇ ਤੁਸੀਂ ਦੇਖੋਗੇ, ਮੈਂ ਵੀ ਦੇਖ ਕੇ ਆਇਆ ਉੱਥੇ, ਤੇ ਉਹ ਨਾਲ ਹੀ ਉਸ ਕਬਰ ਦੇ ਵਿੱਚ ਰੱਖਿਆ ਗਿਆ ਸੀਗਾ। ਤੇ 3 ਵਜੇ ਤੋਂ ਲਾ ਕੇ ਲੇਪ ਕਰਕੇ ਉਹਨਾਂ ਨੂੰ ਘੰਟਾ 2 ਘੰਟੇ ਲੱਗ ਗਏ ਹੋਣਗੇ, ਠੀਕ ਹੈ। 2 2.5 3 ਘੰਟੇ ਜਿਹਨਾਂ ਨੇ ਉਹਨੂੰ ਕਬਰ 'ਚ ਬੰਦ ਕਰਕੇ ਚਲੇ ਗਏ ਸੀ ਉੱਥੋਂ। ਸਬਤ ਸ਼ੁਰੂ ਹੋਣ ਤੋਂ ਪਹਿਲਾਂ ਉਹ ਚਲੇ ਗਏ ਸੀ, ਤਿਆਰੀ ਦਾ ਦਿਨ ਖਤਮ ਹੋਣ ਤੋਂ ਪਹਿਲਾਂ ਉਹ ਚਲੇ ਗਏ ਸੀ ਸਬਤ ਦਾ ਵਿਸ਼ਰਾਮ ਕਰਨ ਵਾਸਤੇ। ਤੇ ਉਹ ਅਗਲੇ ਦਿਨ ਆਏ ਨਹੀਂ ਸੀ ਖਬਰ ਦਿੱਤੇ, ਅਗਲੇ ਦਿਨ ਵੀ ਖਬਰ ਦੇਖਣ ਆ ਸਕਦੇ, ਕਿਉਂਕਿ ਪ੍ਰਭੂ ਯਿਸੂ ਮਸੀਹ ਮਰ ਕੇ ਆਪਣਾ ਸਾਹ ਛੱਡ ਕੇ ਉਹਦੇ 'ਚ ਮਰ ਕੇ ਉਹ 'ਚ ਪਏ ਹੋਏ ਨੇ, ਵਿਸ਼ਰਾਮ ਕਰ ਰਹੇ ਨੇ, ਤੇ ਲੋਕਾਂ ਨੂੰ ਕਹੇ ਕਿ ਤੁਸੀਂ ਵਿਸ਼ਰਾਮ ਕਰੋ, ਕਿ ਤੁਸੀਂ ਭਟਕੋ ਨਾ, ਤੁਸੀਂ ਕਿਤੇ ਨਾ ਤੁਸੀਂ ਸਬਤ ਵਾਲੇ ਦਿਨ ਮੇਰੀ ਕਬਰ ਤੇ ਆ ਜਾਓ, ਇਕੱਠੇ ਹੋ ਜਾਓ, ਤੇ ਤੁਹਾਡੀ ਰਾਧਾ ਨਾਲ ਖਰਾਬ ਹੋਏ, ਤੁਸੀਂ ਰਾਧਾ ਨਾਲ ਜਾਣਾ ਕੱਲ ਨੂੰ, ਸਬਤ ਵਾਲੇ ਦਿਨ ਪਰਮੇਸ਼ਵਰ ਦਾ ਧੰਨਵਾਦ ਕਰਨ ਜਾਣਾ। ਫਿਰ ਪੂਰਾ ਦਿਨ ਦੇਖਿਆ ਜਾਵੇ ਕਿ ਉਹ ਬਾਈਬਲ ਦੱਸਦੀ ਹੈ ਕਿ ਕੋਈ ਨਹੀਂ ਆਇਆ, ਪਰ ਪੌਂ ਫੁੱਟਦੇ ਹੀ ਮਰੀਅਮ ਉੱਥੇ ਪਹੁੰਚੀ ਤੀਜੇ ਦਿਨ। ਉਹ ਪੂਰੇ ਸਬਤ ਵਾਲੇ ਦਿਨ ਵੀ ਆ ਸਕਦੀ ਯਿਸੂ ਮਸੀਹ ਦਾ ਦੇਹ ਨੂੰ ਦੇਖਣ, ਕਬਰ ਨੂੰ ਦੇਖਣ ਜਾ ਸਕਦੀ ਸੀ ਉਹ, ਪਰ ਪ੍ਰਭੂ ਯਿਸੂ ਮਸੀਹ ਨੇ ਮਰ ਕੇ ਵੀ ਵਿਸ਼ਰਾਮ ਕੀਤਾ, ਤੇ ਆਪਣੇ ਚੇਲੇ ਨੂੰ ਵਿਸ਼ਰਾਮ ਕਰਨ ਲਈ ਕਿਹਾ, ਉਹਦੇ ਚੇਲੇ ਵੀ ਨਹੀਂ ਆਏ ਉੱਥੇ, ਉਹ ਵੀ ਸਮਝਦਾਰ ਸੀਗੇ।
ਠੀਕ, ਉਹ ਵੀ ਨਹੀਂ ਆਏ ਉੱਥੇ। ਤੇ ਅਗਲੇ ਦਿਨ ਸਵੇਰੇ ਫਿਰ ਉਹ ਮਰੀਮ ਉੱਥੇ ਗਈ ਸੰਡੇ ਵਾਲੇ ਦਿਨ ਜਦੋਂ ਜੀ ਉੱਠਿਆ। ਉਹਨੇ ਕਦੀ ਵੀ ਕਿਤੇ ਵੀ ਉਹਨੇ ਪਰਮੇਸ਼ਵਰ ਦੀ ਉਸ ਸਬਤ ਦਾ ਉਲੰਘਣ ਪ੍ਰਭੂ ਯਿਸੂ ਮਸੀਹ ਨੇ ਨਾ ਜਿੰਦੇ ਜੀ ਕੀਤਾ ਨਾ ਮਰ ਕੇ ਕੀਤਾ। ਤੇ ਫਿਰ ਜਦੋਂ ਜੀਵ ਵੀ ਉੱਠਿਆ ਤੇ ਸਬਤ ਵਾਲੇ ਦਿਨ ਜੇ ਜੀ ਉੱਠਦਾ ਤੇ ਉੱਥੇ ਭਗਦੜ ਮਚ ਜਾਂਦੀ ਤੇ ਪਰਮੇਸ਼ਵਰ ਦਾ ਦਿਨ ਖਰਾਬ ਹੁੰਦਾ। ਉਹ ਇਸ ਕਰਕੇ ਸੰਡੇ ਵਾਲੇ ਦਿਨ ਜੀ ਉੱਠਿਆ ਸੀ, ਅਗਲੇ ਦਿਨ ਪਹਿਲੇ ਦਿਨ ਜੀ ਉੱਠਿਆ ਸੀ ਤਾਂ ਕਿ ਉਹ ਵਿਸ਼ਰਾਮ ਦਾ ਦਿਨ ਖਰਾਬ ਨਾ ਹੋਵੇ। ਇਹ ਬੜੀ ਵੱਡੀ ਕੰਟਰੋਵਰਸੀ ਹੈਗੀ ਹੈ, ਬੜੀ ਵੱਡੀ ਕੰਟਰੋਵਰਸੀ ਹੈ। ਇਹਨੂੰ ਅਸੀਂ ਇੱਕ ਦਿਨ 'ਚ ਜਾਂ ਉਹ ਨਹੀਂ ਕਰ ਸਕਦੇ। ਮੈਂ ਇਹਦੇ ਉੱਤੇ ਇੱਕ ਦਿਨ, 2 ਦਿਨ, 4 ਦਿਨ, 5 ਦਿਨ ਬੋਲ ਸਕਦਾ ਲਗਾਤਾਰ। ਇਹਦੇ ਉੱਤੇ ਅਸੀਂ ਵਿਚਾਰ ਕਰ ਸਕਦੇ ਹਾਂ, ਇਹਦੇ ਉੱਤੇ, ਇਸ ਵਿਸ਼ੇ ਦੇ ਉੱਤੇ। ਬਹੁਤ ਵੱਡਾ ਵਿਸ਼ਾ, ਬਟ ਅਸੀਂ ਥੋੜ੍ਹੇ ਜਿਹੇ ਸਮੇਂ ਦੇ ਵਿੱਚੋਂ ਇਹਨੂੰ ਕੀਤਾ। ਬਾਕੀ ਆਉਣ ਵਾਲੇ ਸਮੇਂ 'ਚ ਆਪਾਂ ਫਿਰ ਇਹਦੇ ਬਾਰੇ ਕਰਦੇ ਰਹਾਂਗੇ, ਵਿਚਾਰ ਕਰਦੇ ਰਹਾਂਗੇ। ਸਾਨੂੰ ਸਾਡੇ ਜੋ ਸਰੋਤੇ ਨੇ ਜਿੰਨੇ ਵੀ ਸੁਣਨਗੇ ਤੇ ਇਸ ਨੂੰ ਸ਼ੇਅਰ ਕਰੋ। ਤੇ ਜੇ ਕੋਈ ਕੁਐਸਚਨ ਹੋਣਗੇ ਤੁਸੀਂ ਸਾਨੂੰ ਕਰ ਸਕਦੇ ਹੋ। ਅਸੀਂ ਉਹਨਾਂ ਕੁਐਸਚਨਾਂ ਨੂੰ ਤੁਹਾਨੂੰ ਬਾਈਬਲ 'ਚ ਜਵਾਬ ਦੇਵਾਂਗੇ। ਆਪਣੇ ਤਰੀਕੇ ਨਾਲ ਜਵਾਬ ਨਹੀਂ ਦੇਵਾਂਗੇ, ਆਪਣੇ ਮੂੰਹ ਨਾਲ ਜਵਾਬ ਦੇਵਾਂਗੇ, ਬਟ ਬਾਈਬਲ ਦੇ ਰਾਹੀਂ। ਅਸੀਂ ਕਦੀ ਵੀ ਬਾਹਰ ਦੀਆਂ ਸਿੱਖਿਆਵਾਂ ਲੈ ਕੇ, ਬਾਹਰ ਦੀਆਂ ਗੱਲਾਂ ਕਰਕੇ ਆਪਣੇ ਦੁਆਰਾ ਕਿੱਦਾਂ ਮੰਨਣਾ, ਉਹ ਨਹੀਂ। ਪ੍ਰਭੂ ਯਿਸੂ ਮਸੀਹ ਸਾਡਾ ਜੋ ਪਰਮੇਸ਼ਵਰ ਸਾਨੂੰ ਕਿਸ ਤਰੀਕੇ ਨਾਲ ਕਹਿੰਦਾ ਕਿ ਅਸੀਂ ਬਾਈਬਲ ਨੂੰ ਮੰਨਣਾ, ਬਾਈਬਲ ਦੇ ਵਿੱਚੋਂ, ਬਾਈਬਲ ਦੇ ਜ਼ਰੀਏ, ਬਾਈਬਲ ਦੇ ਤਰੀਕੇ ਨਾਲ ਪਰਮੇਸ਼ਵਰ ਨੂੰ ਕਿੱਦਾਂ ਅਸੀਂ ਮੰਨਣਾ, ਆਪਾਂ ਉਹਦੀ ਗੱਲ ਕਰਾਂਗੇ। ਤੇ ਇੱਕ ਹੋਰ ਚੀਜ਼ ਦੇਖਦੇ ਹਾਂ ਆਪਾਂ ਕਿ ਇਹ ਇੱਕ ਸਾਨੂੰ ਤੋਹਫਾ ਮਿਲਿਆ ਤਾਂ ਕਿ ਆਪਾਂ ਇੱਕ ਦੂਸਰੇ ਨਾਲ ਫੈਲੋਸ਼ਿਪ ਕਰ ਸਕੀਏ। ਫਿਰ ਆਪਾਂ ਦੇਖਦੇ ਹਾਂ ਕਿ ਇਹ ਪਰਮੇਸ਼ਵਰ ਦੇ ਵਿੱਚ, ਪ੍ਰਭੂ ਯਿਸੂ ਮਸੀਹ ਵਿੱਚ ਆਰਾਮ ਦਾ ਦਿਨ। ਜਿਸ ਤਰੀਕੇ ਨਾਲ ਯਹੋਵਾ ਪਰਮੇਸ਼ਵਰ ਨੇ ਸਟਾਰਟਿੰਗ 'ਚ ਆਰਾਮ ਕੀਤਾ, ਪ੍ਰਭੂ ਯਿਸੂ ਮਸੀਹ ਨੇ ਉਹਨਾਂ 'ਚ ਇੰਨੀ ਸਾਮਰਥ ਸੀਗੀ ਕਿ ਉਹ ਸ਼ਨੀਵਾਰ ਵਾਲੇ ਦਿਨ ਵੀ ਉੱਠ ਸਕਦੇ। ਪਰ ਉਹ ਇੱਕ ਸਿੰਬਲ ਹੈ, ਇੱਕ ਸਾਈਨ ਹੈ ਕਿ ਪ੍ਰਭੂ ਯਿਸੂ ਮਸੀਹ ਕਾਤੋਂ ਉੱਥੇ ਕਬਰ ਵਿੱਚ ਲੇਟੇ ਰਹੇ, ਕਾਤੋਂ ਉਹ ਸੁੱਤੇ ਰਹੇ। ਤੇ ਪ੍ਰਭੂ ਯਿਸੂ ਮਸੀਹ ਨੇ ਵੀ ਸਬਤ ਦੀ ਪਾਲਣਾ ਕੀਤੀ। ਜਦੋਂ ਸਿਸਟਰ ਜੀ ਵੀ ਕਹਿ ਰਹੇ ਸੀ ਨਾ ਕਿ ਮੰਨਾ ਵੀ ਛੇਵੇਂ ਦਿਨ ਡਿੱਗ ਪੈਂਦਾ ਸੀ, ਤਿਆਰੀ ਵਾਲੇ ਦਿਨ ਹੀ ਆ ਜਾਂਦਾ ਸੀ। 7ਵੇਂ ਦਿਨ ਜਿਹੜੇ ਮੰਨਾ ਲੱਭਣ ਗਏ ਸੀ ਉਹਨੂੰ ਮੰਨਾ ਨਹੀਂ ਲੱਭਿਆ। ਤੇ ਪਹਿਲੇ ਦੂਜੇ ਤੀਜੇ ਦਿਨ ਦਾ ਮੰਨਾ ਸੀਗਾ ਨਾ, ਉਹ ਅਗਲੇ ਦਿਨ ਖਰਾਬ ਹੋ ਜਾਂਦਾ ਸੀ। ਸੰਡੇ ਵਾਲਾ ਜਿਹੜਾ ਮੰਨਾ ਆਉਂਦਾ ਸੀ ਮੰਡੇ ਨੂੰ ਖਰਾਬ ਹੋ ਜਾਂਦਾ ਸੀ, ਤੇ ਮੰਡੇ ਵਾਲਾ ਟਿਊਜ਼ਡੇ ਨੂੰ ਖਰਾਬ ਹੋ ਜਾਂਦਾ ਸੀ। ਪਰ ਜਿਹੜਾ 6ਵੇਂ ਦਿਨ ਮੰਨਾ ਡਿੱਗਦਾ ਡਬਲ ਡਿੱਗਦਾ ਸੀ ਉਹਨਾਂ ਕੋਲ, ਉਹ ਡਬਲ ਬਟੋਰਦੇ ਸੀਗੇ, ਪਰ ਉਹ ਅਗਲੇ ਦਿਨ ਹੀ ਖਰਾਬ ਨਹੀਂ ਹੁੰਦਾ ਸੀ। ਕਿਉਂਕਿ ਤੁਹਾਨੂੰ ਭੱਜਣਾ ਨਾ ਪਵੇ, ਤੁਹਾਨੂੰ ਸਬਤ ਦਾ ਦੌੜਨਾ ਨਾ ਪਵੇ। ਸਬਤ ਦਾ ਐਵੇਂ ਨਾ ਬਾਹਰ ਅਵਾਰਾਗਰਦੀ ਕਰੇ, ਫਿਰ ਉਸ ਨੇ ਤੁਹਾਨੂੰ ਪਹਿਲਾਂ ਰੋਟੀਆਂ ਬਣਾਉਣ ਪਰਮੇਸ਼ਰ ਨੇ ਕਰਤਾ ਹੋਇਆ। ਪਰਮੇਸ਼ਰ ਸਾਰੀ ਸਿਸਟਰੀ ਬਣਾ ਕੇ ਇਨਸਾਨ ਨੂੰ ਬਣਾਇਆ ਹੈ, ਇਸ ਤਰ੍ਹਾਂ ਉਹਨੂੰ ਸਾਰਾ ਦਿੱਤਾ, ਮੰਨਾ ਵੀ ਪੂਰਾ ਦਿੱਤਾ। ਕਹਿੰਦੇ ਹੁਣ ਤੂੰ ਆਨੰਦ ਬਣਾ, ਇਸ ਦਿਨ ਨੂੰ ਰਿਡੈਂਪਸ਼ਨ ਦਾ ਦਿਨ ਬਣਾ, ਇਹਨੂੰ ਸਾਈਨ ਦਾ ਦਿਨ ਬਣਾ, ਇਹਨੂੰ ਹੋਲੀ ਬਣਾ, ਤੇ ਮੇਰੇ ਤੇਰੇ 'ਚ ਇੱਕ ਚਿੰਨ੍ਹ ਹੈਗਾ। ਇਸ ਕਰਕੇ ਤੂੰ ਬੇਫਿਕਰ ਹੋ ਕੇ ਰੋਟੀ ਖਾਣੇ ਤੋਂ ਬੇਫਿਕਰ ਹੋ ਕੇ ਤੂੰ ਮੰਨਾ ਲੱਭਣ ਨਾ ਜਾਣਾ ਪਵੇ ਤੈਨੂੰ, ਤੇ ਇਸ ਕਰਕੇ ਉਹ ਕਰ। ਜੇਕਰ ਮੰਨਣਾ ਹੀ ਹੋ ਆਪਣੇ ਮੁਤਾਬਕ ਹੀ ਮੰਨਣਾ ਹੋਵੇ ਤੇ ਫਿਰ ਉਹ ਮੰਨਾ ਮੰਗਲਵਾਰ ਵੀ ਡਬਲ ਡਿੱਗ ਸਕਦਾ ਹੈ ਕਿ ਬੁੱਧਵਾਰ ਤੁਸੀਂ ਆਓ ਵਿਸ਼ਰਾਮ ਦਿਨ ਮੰਨ ਲਓ। ਪਰ ਇੱਕ ਪਰਮੇਸ਼ਰ ਦੀ ਰੀਤੀ ਹੈ, ਪਰਮੇਸ਼ਰ ਦੀ ਇੱਕ ਸਾਨੂੰ ਦਿੱਤੀ ਹੋਈ ਇੱਕ ਯਾਦਗਾਰ ਹੈ, ਇੱਕ ਪਿਆਰ ਹੈ, ਤੇ ਉਹ ਪਰਮੇਸ਼ਰ ਤੋਂ ਕਦੀ ਪਿੱਛੇ ਨਹੀਂ ਹਟਦਾ। ਪਰਮੇਸ਼ਰ ਕਦੀ ਬਦਲਦਾ ਨਹੀਂ ਹੈਗਾ। ਜੇ ਪਰਮੇਸ਼ਰ ਬਦਲ ਜਾਂਦਾ ਤਾਂ ਅਸੀਂ ਨਾਸ਼ ਹੋ ਜਾਂਦੇ। ਮਲਾਕੀ ਦੀ ਕਿਤਾਬ ਵਿੱਚ 3:6 ਲਿਖਿਆ ਹੈ ਕਿ ਵੀ ਪਰਮੇਸ਼ਰ ਨਹੀਂ ਬਦਲਦਾ, ਤੇ ਜੇ ਪਰਮੇਸ਼ਰ ਬਦਲ ਜਾਂਦਾ ਤੇ ਹੇ ਇਸਰਾਈਲ ਦੀ ਸੰਤਾਨ, ਤੇ ਤੁਸੀਂ ਨਾਸ਼ ਚੁੱਕੇ ਹੋ। ਤੁਸੀਂ ਨਾਸ਼ ਇਸੇ ਕਰਕੇ ਨਹੀਂ ਹੋਏ, ਪਰਮੇਸ਼ਰ ਨਹੀਂ ਬਦਲਦਾ। ਕਿ ਤੁਸੀਂ ਆਪਣੇ ਪਰਮੇਸ਼ਰ ਨੂੰ ਪੂਰੇ ਤਨ ਨਾਲ, ਪੂਰੇ ਮਨ ਨਾਲ, ਪੂਰੀ ਸ਼ਕਤੀ ਨਾਲ, ਪੂਰੀ ਬੁੱਧੀ ਨਾਲ, ਸ਼ਕਤੀ ਨਾਲ, ਪੂਰੀ ਸ਼ਕਤੀ ਨਾਲ ਪਰਮੇਸ਼ਰ ਨੂੰ ਪ੍ਰੇਮ ਕਰੋ। ਪ੍ਰੇਮ ਮਤਲਬ ਕਿ ਹੋਲੀ, ਮਤਲਬ ਕਿ ਪੂਰੀ, ਰਾਈਟ। ਤੇ ਆਪਾਂ ਪਰਮੇਸ਼ਰ ਨੂੰ ਕਿੱਦਾਂ ਮੰਨ ਸਕਦੇ ਹਾਂ? ਆਪਾਂ ਦੇਖੀਏ ਕਿ ਪਰਮੇਸ਼ਰ ਨੂੰ ਪ੍ਰੇਮ ਕਿੱਦਾਂ ਕਰਦੇ, ਜਿੱਦਾਂ ਪਰਮੇਸ਼ਰ ਕਹਿੰਦਾ ਉਦਾਂ। ਪਰਮੇਸ਼ਰ ਆਪਣੀ ਮਰਜ਼ੀ ਨਾਲ ਨਹੀਂ, ਪਰਮੇਸ਼ਰ ਦੀ ਮਰਜ਼ੀ ਨਾਲ, ਜਿੱਦਾਂ ਪਰਮੇਸ਼ਰ ਕਹਿੰਦਾ ਆਪਾਂ ਉਦਾਂ ਨੂੰ ਮੰਨੀਏ। ਤੇ ਪ੍ਰਭੂ ਯਿਸੂ ਮਸੀਹ ਦੇ ਆਪਣੇ ਖੁਦ ਦੇ ਵਰਡਸ ਨੇ, ਜਿੱਦਾਂ ਕਿ ਆਪਾਂ ਦੇਖਦੇ ਹਾਂ ਕਿ मैं लिखा कि इफ यू लव मी कीप माय कमांडमेंट्स, जॉन 14:15। हाँ, यदि तुम मुझसे प्रेम करते हो तो मेरी आज्ञाओं का पालन करोगे। अगर आप किसी ने भी अगर प्रेम करते हैं, आप ਉਹਨਾਂ ਦੀ ਗੱਲ ਮੰਨਦੇ, ਆਪਾਂ ਆਗਿਆਵਾਂ ਮੰਨਦੇ ਉਹਨਾਂ ਦੀ। ਤੇ ਪਰਮੇਸ਼ਰ ਦੀ ਜਿਹੜੀ ਆਗਿਆਵਾਂ ਨੇ ਉਹ ਸਾਨੂੰ ਨਾਸ਼ ਕਰਨ ਲਈ ਨਹੀਂ ਹੈ, ਬਲਕਿ ਨਾਸ਼ ਤੋਂ ਬਚਾਉਣ ਲਈ। ਕਿਉਂਕਿ ਆਗਿਆ ਦੀ ਗੱਲ ਇਹ ਹੈ ਕਿ ਜਿਹੜੇ ਯਾਕੂਬ ਜਿਹੜਾ ਜੇਮਸ ਹੈਗਾ ਆਪਣਾ, ਯਿਸੂ ਮਸੀਹ ਦੇ ਭਰਾ ਸੀਗੇ, ਉਹਨਾਂ ਦੀ ਇੱਕ ਪੱਤਰੀ ਹੈਗੀ ਇਹਦੇ ਵਿੱਚ ਬਾਈਬਲ 'ਚ। ਉਹ ਵੀ ਉਹ ਕਹਿੰਦੇ ਨੇ ਕਿ ਜੇ ਤੁਸੀਂ ਇੱਕ ਆਗਿਆ ਭੰਗ ਕਰਤੀ, ਤੁਸੀਂ ਸਾਰੀਆਂ ਕਰਤੀਆਂ। ਉਹ ਅਵਸਥਾ ਦੇ ਬਾਰੇ ਬੜੀ ਡੀਪਲੀ ਗੱਲ ਕੀਤੀ ਉਹਨਾਂ ਦੇ ਵਿੱਚ, ਉਹ ਅਵਸਥਾ ਦੇ ਬਾਰੇ। ਬਟ ਵੈਸੇ ਕਿਹਾ ਜਾਵੇ ਕਿ ਜੇ ਅਵਸਥਾ ਭੰਗ ਹੋ ਗਈ, ਆਗਿਆਵਾਂ ਭੰਗ ਹੋ ਗਈਆਂ, ਤੇ ਫਿਰ ਬਾਕੀ 9 ਆਗਿਆ ਵੀ ਭੰਗ ਹੋ ਜਾਂਦੀਆਂ। ਫਿਰ ਚੋਰੀ ਕਰ ਲਓ, ਫਿਰ ਆਪਾਂ ਹੀ ਕਹਿੰਦੇ ਹਾਂ ਚੋਰੀ ਨਹੀਂ ਕਰਨੀ, ਝੂਠ ਨਹੀਂ ਬੋਲਣਾ, ਪਾਪ ਨਹੀਂ ਕਰਨਾ। ਸਿਸਟਰ ਜੀ ਨੇ ਕਹਿਤਾ ਸੀ ਖੁਦ ਹੀ ਕਿ ਭਾਵੇਂ ਜੋ ਮਰਜ਼ੀ ਕਰ ਲਓ, ਭਾਵੇਂ ਤੁਸੀਂ ਸੈਬਤ ਵਾਲੇ ਦਿਨ ਚਰਚ ਜਾਓ ਤੇ ਭਾਵੇਂ ਤੁਸੀਂ ਸੰਡੇ ਵਾਲੇ ਦਿਨ ਚਰਚ ਜਾਓ, ਜੇਕਰ ਤੁਸੀਂ ਪਰਮੇਸ਼ਰ ਨੂੰ ਪ੍ਰੇਮ ਨਹੀਂ, ਜਿਵੇਂ ਪਰਮੇਸ਼ਰ ਕਹਿੰਦਾ ਉਦਾਂ ਤੁਸੀਂ ਨਹੀਂ ਮੰਨਦੇ, ਤੇ ਫਿਰ ਤੁਸੀਂ ਨਹੀਂ ਜਾਂਦੇ। ਫਿਰ ਆਪਾਂ ਜਿੱਦਾਂ ਪਰਮੇਸ਼ਰ ਕਹਿੰਦਾ ਉਦਾਂ ਮੰਨਣਾ, ਤੇ ਉਹਦੇ ਵਿੱਚ 10 ਆਗਿਆਵਾਂ ਨੂੰ ਜੀ ਸੰਪੂਰਨ ਤੌਰ ਤੇ ਮੰਨਣਾ, ਤੇ ਆਪਾਂ ਉਹਦੀ ਕੋਈ ਆਗਿਆ ਨੂੰ ਅੱਗੇ ਪਿੱਛੇ ਨਹੀਂ ਕਰ ਸਕਦੇ।
ਉਹਦੀ ਕੱਢ ਕੇ ਚੇਂਜ ਨਹੀਂ ਕਰ ਸਕਦੇ। ਹੁਣ ਬਾਕੀ 9 ਤੇ ਅਸੀਂ ਕਰੀਏ ਜੀ, ਇੱਕ ਆਪਾਂ ਛੱਡ ਦਈਏ, ਜਾਂ 8 ਕਰ ਲਈਏ, 2 ਛੱਡ ਦਈਏ, ਤੇ ਤਿੰਨ ਨਾ ਕਰ ਪਾਈਏ ਤੇ 7 ਕਰ ਲਈਏ, ਇਦਾਂ ਤਾਂ ਹੈ ਨਹੀਂ। ਤੇ ਜੇਕਰ ਅਸੀਂ ਪੂਰਾ ਕਰਦੇ ਹਾਂ ਤਾਂ ਬਾਕੀ ਵੀ ਕਰਨੀਆਂ ਪੈਣੀਆਂ। ਬੇਸ਼ੱਕ ਸਿਸਟਰ ਜੀ ਸਾਨੂੰ ਜੇ ਸੈਚਰਡੇ ਨਾਲ ਚਾਹੇ ਚਰਚ ਜਾਂਦੇ ਆ ਜਾਂ ਅਸੀਂ ਪਰਮੇਸ਼ਰ ਦਾ ਸਬਤ ਵਾਲੇ ਦਿਨ ਪਾਲਣ ਕਰਦੇ ਹਾਂ, ਤਾਂ ਸਾਡਾ ਫਰਜ਼ ਬਣਦਾ ਹੈ ਕਿ ਉਹਦੀਆਂ ਬਾਕੀ ਚੀਜ਼ਾਂ ਨੂੰ ਉਸੇ ਤਰ੍ਹਾਂ ਹੀ ਫਾਲੋ ਕੀਤਾ ਜਾਵੇ। ਉਸੇ ਤਰ੍ਹਾਂ ਇਨਸਾਨ ਨੂੰ ਇਨਸਾਨ ਨਾਲ ਪ੍ਰੇਮ ਕਰੇ, ਉਸੇ ਤਰ੍ਹਾਂ ਪਰਮੇਸ਼ਵਰ ਨੂੰ ਦਸਵੰਧ ਦਿੱਤਾ ਜਾਵੇ, ਲੋਕਾਂ ਦੇ ਵਿੱਚ ਪਰਮੇਸ਼ਵਰ ਦਾ ਸੰਦੇਸ਼ ਵੀ ਦਿੱਤਾ ਜਾਵੇ। ਜਿਸ ਤਰ੍ਹਾਂ ਆਖਰੀ ਜੋ ਪਰਮੇਸ਼ਵਰ ਨੇ ਆਗਿਆ ਦਿੱਤੀ ਸੀ ਯਿਸੂ ਮਸੀਹ ਨੇ ਮੱਤੀ ਦੀ 28 ਦੇ ਵਿੱਚ ਕਿ ਜਾ ਗੈਰ ਜਾਤੀਆਂ 'ਚ ਜਾ, ਸਾਰੀ ਜਾਤੀਆਂ ਨੂੰ, ਦੁਨੀਆ ਦੀ ਕੋਨੇ-ਕੋਨੇ ਤੱਕ ਲੋਕਾਂ ਨੂੰ ਪਿਤਾ ਪੁੱਤਰ ਤੇ ਪਵਿੱਤਰ ਆਤਮਾ ਦੇ ਨਾਮ 'ਚ ਬਪਤਿਸਮਾ ਦਿਓ, ਉਹਨਾਂ ਨੂੰ ਪਰਮੇਸ਼ਵਰ ਬਾਰੇ ਦੱਸੋ। ਤੇ ਇਹ ਚੀਜ਼ਾਂ ਸਭ ਕਰਾਂਗੇ ਤੇ ਫਿਰ ਹੀ ਹੈ। ਫਿਰ ਅਸੀਂ ਜਦੋਂ ਇਹ ਚੀਜ਼ਾਂ ਕਰਦੇ ਹੋਵਾਂਗੇ ਤਾਂ ਫਿਰ ਸਬਤ ਦਾ ਪਾਲਣ ਵੀ ਬੜੀ ਖੁਸ਼ੀ ਨਾਲ ਕਰ ਸਕਦੇ ਹਾਂ, ਕਿਉਂਕਿ ਸਬਤ ਸਾਡੇ ਲਈ ਇੱਕ ਖੁਸ਼ੀ ਦਾ ਕਾਰਨ ਹੈ, ਇੱਕ ਆਜ਼ਾਦੀ ਦਾ ਤੋਹਫਾ, ਇੱਕ ਸਾਈਨ ਹੈ ਪਰਮੇਸ਼ਵਰ ਦੇ ਨਾਲ, ਸਿੰਬਲ ਹੈ। ਤੇ ਇਸ ਕਰਕੇ ਸਾਡੇ ਲਈ ਇੱਕ ਆਜ਼ਾਦੀ ਹੈ ਸਾਡੀ, ਤੇ ਅਸੀਂ ਖੁਸ਼ੀ ਨਾਲ ਅਸੀਂ ਪਰਮੇਸ਼ਵਰ ਦੇ ਕੋਲੋਂ ਮੁਕਤੀ ਪ੍ਰਾਪਤ ਕਰ ਚੁੱਕੇ ਹਾਂ। ਯਿਸੂ ਮਸੀਹ ਸਾਡੇ ਲਈ ਸੂਲੀ ਦੇ ਉੱਤੇ ਆਪਣਾ ਖੂਨ ਬਹਾ ਚੁੱਕਾ, ਇਸੇ ਕਰਕੇ ਆਪਾਂ ਸਬਤ ਦਾ ਪਾਲਣ ਕਰਦੇ ਹਾਂ। ਸਬਤ ਇਸ ਕਰਕੇ ਨਹੀਂ ਪਾਲਣ ਕਰਦੇ ਕਿ ਅਸੀਂ ਮੁਕਤੀ ਪ੍ਰਾਪਤ ਕਰਨੀ ਹੈ, ਅਸੀਂ ਆਲਰੇਡੀ ਮੁਕਤੀ ਪ੍ਰਾਪਤ ਕਰ ਚੁੱਕੇ ਹਾਂ। ਤੇ ਇਹ ਇਸ ਕਰਕੇ ਸਮਝਣ ਦੀ ਜ਼ਰੂਰਤ ਹੈਗੀ ਆ। ਤੇ ਬਾਕੀ ਕੋਈ ਵੀ ਪਹਿਲੀ ਵਾਰ ਵੀਡੀਓ ਬਣਾਈ ਆ, ਪਹਿਲੀ ਵਾਰੀ ਅਸੀਂ ਇਸ ਵਿਸ਼ੇ 'ਚ ਗੱਲਬਾਤ ਕੀਤੀ ਆ, ਤੇ ਪਰਮੇਸ਼ਰ ਸਾਨੂੰ ਸਾਰਿਆਂ ਨੂੰ ਅਸੀਸ ਦੇਵੇ, ਸਾਰਿਆਂ ਨੂੰ ਇੱਕ ਸਮਾਨ ਅਸੀਸ ਦੇਵੇ, ਕਿਉਂਕਿ ਪਰਮੇਸ਼ਰ ਸਾਰਿਆਂ ਨੂੰ ਇੱਕ ਸਮਾਨ ਪ੍ਰੇਮ ਕਰਦਾ। ਤੇ ਜੇ ਕੋਈ ਗਲਤੀ ਹੋਵੇ ਤਾਂ ਤੁਸੀਂ ਸਾਨੂੰ ਜ਼ਰੂਰ ਕਮੈਂਟ ਕਰ ਸਕਦੇ ਹੋ, ਸਾਨੂੰ ਦੱਸ ਸਕਦੇ ਹੋ। ਜੇ ਕੁਛ ਤੁਸੀਂ ਪੁੱਛਣਾ ਹੋਵੇ, ਤੁਹਾਡੇ ਦਿਮਾਗ 'ਚ ਕੋਈ ਸਵਾਲ ਹੋਵੇ, ਤੁਸੀਂ ਉਹ ਵੀ ਜਵਾਬ ਲੈ ਸਕਦੇ ਹੋ, ਤੇ ਅਸੀਂ ਪਰਮੇਸ਼ਵਰ ਦੇ ਅੰਦਰ ਫਿਰ ਹੋਰ ਤਰੱਕੀ ਕਰ ਸਕਦੇ ਹਾਂ। ਪਰਮੇਸ਼ਵਰ ਸਾਨੂੰ ਸਾਰਿਆਂ ਨੂੰ ਅਸੀਸ ਦੇਵੇ। ਇਹ ਮਹਾਨ ਪਰਮੇਸ਼ਵਰ ਪਿਤਾ, ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਸ੍ਰਿਸ਼ਟੀਕਰਤਾ ਖੁਦਾ ਹੋ, ਸਾਨੂੰ ਪ੍ਰੇਮ ਕਰਨ ਵਾਲੇ ਪਰਮੇਸ਼ਵਰ ਹੋ, ਤੇ ਤੁਸੀਂ ਸਾਨੂੰ ਇਸ ਦੁਨੀਆ 'ਚੋਂ ਬਚਾਇਆ, ਸਾਨੂੰ ਇਸ ਦੁਨੀਆ 'ਚੋਂ ਵਾਹ ਕੀਤਾ। ਇਸ ਕਰਕੇ ਨਹੀਂ ਕਿ ਅਸੀਂ ਬਹੁਤ ਹੀ ਸਮਝਦਾਰ ਹਾਂ ਜਾਂ ਸਾਡੇ 'ਚ ਬਹੁਤ ਕੋਈ ਖੂਬੀ ਹੈ, ਬਟ ਇਹ ਸਿਰਫ ਤੁਹਾਡਾ ਅਨੁਗ੍ਰਹ ਹੋਇਆ ਪਰਮੇਸ਼ਵਰ। ਅਸੀਂ ਉਹਨਾਂ ਲੋਕਾਂ ਤੋਂ ਵੱਧ ਕੁਛ ਵੀ ਨਹੀਂ ਜੋ ਲੋਕ ਪਰਮੇਸ਼ਵਰ ਤੁਹਾਨੂੰ ਨਹੀਂ ਜਾਣਦੇ, ਜਾਂ ਜੋ ਤੁਹਾਨੂੰ ਬਿਨਾਂ ਜਾਣੇ ਮਰ ਚੁੱਕੇ ਹਨ, ਜੋ ਜਾਂ ਅੱਜ ਇਸ ਦੁਨੀਆ 'ਤੇ ਨਹੀਂ ਰਹੇ। ਇਹ ਸਿਰਫ ਤੁਹਾਡਾ ਅਨੁਗ੍ਰਹ ਹੈ ਪਰਮੇਸ਼ਵਰ, ਜੋ ਕਿ ਪੂਰੀ ਤਰ੍ਹਾਂ ਪਰਮੇਸ਼ਵਰ ਫ੍ਰੀ ਹੈਗਾ, ਕਿ ਤੁਹਾਡੇ ਇਸ ਅਨੁਗ੍ਰਹ ਨੂੰ ਅਸੀਂ ਪ੍ਰਾਪਤ ਕੀਤਾ ਕਿ ਅਸੀਂ ਪਰਮੇਸ਼ਵਰ ਤੁਹਾਨੂੰ ਜਾਣ ਸਕੇ ਹਾਂ, ਅਸੀਂ ਤੁਹਾਨੂੰ ਜਾਣ ਪਾਏ ਹਾਂ, ਤੇ ਅਸੀਂ ਤੁਹਾਡੇ ਵਚਨਾਂ ਨੂੰ ਜਾਣ ਪਾਏ ਹਾਂ, ਅਸੀਂ ਤੁਹਾਡੀਆਂ ਆਗਿਆਵਾਂ ਨੂੰ ਜਾਣ ਪਾਏ ਹਾਂ ਖੁਦਾਵੰਦ। ਤੇ ਅੱਜ ਅਸੀਂ ਪਰਮੇਸ਼ਵਰ ਦੇ ਵਚਨ ਨੂੰ ਲੈ ਕੇ ਜੋ ਵੀ ਆਪਸ 'ਚ ਵਿਚਾਰ ਵਟਾਂਦਰਾ ਕੀਤਾ ਪਰਮੇਸ਼ਵਰ, ਜਿਨ੍ਹਾਂ ਤੱਕ ਵੀ ਇਹ ਵਚਨ ਪਹੁੰਚੇ ਪਰਮੇਸ਼ਵਰ, ਉਹਨਾਂ ਦੇ ਮਨਾਂ ਦੇ ਵਿੱਚ ਪਵਿੱਤਰ ਆਤਮਾ ਵਾਸ ਕਰੇ, ਪਵਿੱਤਰ ਆਤਮਾ ਉਹਨਾਂ ਦੇ ਮਨਾਂ ਨੂੰ ਹਿਲਾਵੇ ਪਰਮੇਸ਼ਵਰ, ਉਹਨਾਂ ਨੂੰ ਸੱਚ ਬਖਸ਼ੇ, ਤੇ ਸੱਚ ਜੋ ਕਿ ਯਿਸੂ ਮਸੀਹ ਸਾਨੂੰ ਦੇਣਾ ਚਾਹੁੰਦੇ ਨੇ, ਜੋ ਸੱਚ ਸਾਨੂੰ ਆਜ਼ਾਦ ਕਰਦਾ। ਸਾਰੀ ਦੁਆ ਆਪਣੇ ਪਿਆਰੇ ਪ੍ਰਭੂ ਯਿਸੂ ਮਸੀਹ ਉਦਾਰਕਰਤਾ ਦੇ ਨਾਮ 'ਚ ਮੰਗਦੇ ਹਾਂ, ਆਮੀਨ। ਆਪਾਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਚੈਨਲ ਤੇ ਆਏ ਤੇ ਇਸ ਵੀਡੀਓ ਨੂੰ ਦੇਖਿਆ, ਤੇ ਆਪਾਂ ਚਾਹੁੰਦੇ ਹਾਂ ਕਿ ਤੁਸੀਂ ਕੋਈ ਵੀ ਵੀਡੀਓ ਮਿਸ ਨਾ ਕਰੋ, ਇਸ ਲਈ ਤੁਸੀਂ ਸਬਸਕ੍ਰਾਈਬ ਕਰੋ ਤੇ ਉਸ ਬੈਲ ਆਈਕਨ ਨੂੰ ਦਬਾਓ, ਤਾਂ ਕਿ ਜਦੋਂ ਵੀ ਆਪਾਂ ਵੀਡੀਓ ਪਾਈਏ ਤੁਹਾਨੂੰ ਨੋਟੀਫਿਕੇਸ਼ਨ ਆਵੇ। ਤੇ ਅਗਰ ਵੀਡੀਓ ਤੁਹਾਨੂੰ ਪਸੰਦ ਆਈ ਹੈ ਤਾਂ ਤੁਸੀਂ ਲਾਈਕ ਕਰ ਸਕਦੇ ਹੋ, ਤੇ ਅਗਰ ਤੁਹਾਡਾ ਕੋਈ ਸਵਾਲ ਜਾਂ ਕੋਈ ਹੋਰ ਥੋਟ ਹੈ ਤੁਸੀਂ ਕਮੈਂਟ ਸੈਕਸ਼ਨ 'ਚ ਲਿਖ ਸਕਦੇ ਹੋ। ਤੇ ਪਰਮੇਸ਼ਰ ਤੁਹਾਨੂੰ ਬਹੁਤ ਬਹੁਤ ਆਸ਼ੀਸ਼ ਦੇਵੇ। ਗੋਡ ਬਲੈਸ ਯੂ।